ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜਨਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਗੁਆਰੇਰੀ ਰੈਣ ਦਿਨਸ ਰਹਿ ਇਕ ਰੰਗਾ, ਰਬ ਕਉ ਜਾਣੈ ਸਦ ਹੀ ਸੰਗਾ। ਰੈਣ ਦਿਨਸ ਰਹਿ ਇਕ ਰੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਾ ਸਦਕਾ ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 181 ਅੰਗ ਤੱਕ ਵਿਚਾਰੇ ਜਾ ਚੁੱਕੇ ਹਨ। ਗੌੜੀ ਰਾਗ ਵਿੱਚ ਹਜ਼ੂਰ ਦੀ ਇਹ ਮੁੱਖ ਵਾਕ ਬਾਣੀ ਦੀ ਕਥਾ ਇਸ ਵੇਲੇ ਪਹੁੰਚੀ ਹੋਈ ਹੈ। ਗੌੜੀ ਰਾਗ ਦੇ 85 ਸ਼ਬਦਾਂ ਦੀ ਵਿਚਾਰ ਹੁਣ ਤੱਕ ਹੋਈ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਅੱਗੇ ਸਾਨੂੰ ਹੋਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਦੇ ਅੰਦਰ ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁੱਖ ਵਾਕ ਬਚਨ ਹਨ। ਗੁਆਰੇਰੀ ਗੌੜੀ ਦੀਆਂ ਕਈ ਵੰਨਗੀਆਂ ਹਨ, ਕਈ ਪ੍ਰਕਾਰ ਹਨ। ਸੋ ਇਸ ਪ੍ਰਕਾਰ ਇਹ ਗੌੜੀ ਰਾਗਣੀ ਦੀ ਗੁਆਰੇਰੀ ਵੰਨਗੀ ਹੈ, ਜਿਸ ਦੇ ਅੰਦਰ ਸਤਿਗੁਰੂ ਬਚਨ ਫਰਮਾਉਂਦੇ ਨੇ। ਪਿਛਲੇ ਸ਼ਬਦ ਵਿੱਚ ਸਤਿਗੁਰਾਂ ਨੇ ਇਹ ਬਚਨ ਕਹੇ ਸਨ ਕਿ ਨਾਮ ਰਤਨ ਕੋ ਬਿਵਹਾਰੀ, ਅੰਮ੍ਰਿਤ ਭੋਜਨ ਕਰੇ ਆਹਾਰੀ। ਵਾਹਿਗੁਰੂ ਦਾ ਨਾਮ ਰਤਨ ਵਰਗਾ ਅਮੋਲਕ ਹੈ ਤੇ ਐਸੇ ਰਤਨ ਰੂਪੀ ਅਮੋਲਕ ਵਸਤੂ ਪਰਮਾਤਮਾ ਦਾ ਨਾਮ ਰੂਪੀ ਜਿਹੜਾ ਰਤਨ ਅਮੋਲਕ ਹੈ, ਉਹਦਾ ਵਿਹਾਰੀ, ਉਹਦਾ ਵਣਜ ਵਪਾਰ ਕਰਨ ਵਾਲਾ ਕੋਈ ਹੈ, ਵਿਰਲੇ ਨੇ ਜਾਣੇ। ਫਿਰ ਪ੍ਰਸ਼ਨ ਉੱਠਦਾ ਹੈ ਕਿ ਜੋ ਵਾਹਿਗੁਰੂ ਦੇ ਨਾਮ ਰੂਪੀ ਰਤਨ ਦੇ ਵਪਾਰੀ ਹਨ ਜੀ, ਉਹਨਾਂ ਦੀ ਅਵਸਥਾ ਕਿਹੋ ਜਿਹੀ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਸੰਤ ਦੇ ਲੱਖਣ ਬਿਆਨ ਕਰ ਰਹੇ ਨੇ ਜੋ ਵਾਹਿਗੁਰੂ ਦੇ ਨਾਮ ਰੂਪੀ ਰਤਨ ਦਾ ਵਪਾਰੀ ਹੈ। ਹਜ਼ੂਰ ਕਹਿੰਦੇ ਰੈਣ ਦਿਨਸ ਰਹਿ ਇਕ ਰੰਗਾ। ਸਾਡੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਰੰਗ ਵਰਤਦੇ ਨੇ। ਕਦੇ ਕਾਮ ਦਾ ਰੰਗ, ਕਦੇ ਲੋਭ ਦਾ, ਕ੍ਰੋਧ ਦਾ, ਮੋਹ ਅਹੰਕਾਰ ਹੈ, ਕਦੇ ਈਰਖਾ ਵਾਲੀ ਬਿਰਤੀ ਹੈ, ਤੇ ਕਦੇ ਕਿਸੇ ਤਰ੍ਹਾਂ ਦਾ ਰੰਗ, ਕਦੇ ਕਿਸੇ ਤਰ੍ਹਾਂ ਦਾ। ਸੰਸਾਰੀ ਰੰਗ ਹੀ ਸਾਰੇ ਚੜ੍ਹੇ ਹੋਏ ਨੇ ਮਨ ਨੂੰ। ਪਰ ਜੋ ਵਾਹਿਗੁਰੂ ਦਾ ਪਿਆਰਾ ਹੈ, ਸੰਤ ਹੈ, ਉਸ ਨੂੰ ਇੱਕੋ ਰੰਗ ਹੈ। ਜਿਸ ਨੂੰ ਇੱਕੋ ਰੰਗ, ਜਿਸ ਪ੍ਰਮਾਤਮਾ ਦੇ ਪਿਆਰੇ ਨੂੰ ਇੱਕ ਰੰਗ ਹੈ ਵਾਹਿਗੁਰੂ ਦਾ, ਭਗਤ ਸੋ ਜਾਣਨੋ, ਉਸ ਨੂੰ ਹੀ ਭਗਤ ਜਾਣਿਆ ਜਾਏਗਾ। ਰੈਣ ਦਿਨਸ ਰਹਿ ਇੱਕ ਰੰਗਾ। ਇੱਕ ਵਾਹਿਗੁਰੂ ਦੇ ਰੰਗ ਵਿੱਚ, ਰੰਗ ਦਾ ਅਰਥ ਹੈ ਪ੍ਰੇਮ। ਇੱਕ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਵਿੱਚ, ਆਨੰਦ ਵਿੱਚ ਹੀ ਉਹ ਲੀਨ ਰਹਿੰਦਾ ਹੈ, ਰਾਤ ਵੀ ਤੇ ਦਿਨੇ ਵੀ। ਯਾਨੀ ਇੱਕ ਰਸ ਅਵਸਥਾ ਰਹਿੰਦੀ ਹੈ। ਸਾਨੂੰ ਕਈ ਤਰ੍ਹਾਂ ਦਾ ਝਮੇਲਾ, ਸੰਸਾਰੀਆਂ ਨੂੰ ਰੰਗ ਕਈ ਤਰ੍ਹਾਂ ਦੇ ਚੜ੍ਹਦੇ ਨੇ। ਕੋਈ ਉਤਰਦਾ, ਕੋਈ ਹੋਰ ਚੜ੍ਹਦਾ, ਕੋਈ ਉਤਰਦਾ, ਕੋਈ ਹੋਰ ਚੜ੍ਹਦਾ। ਸਾਡਾ ਜੀਵਨ ਇੱਕ ਰੰਗਾ ਨਹੀਂ ਹੈ ਤੇ ਇੱਕ ਰਸ ਨਹੀਂ ਹੈ। ਤੇ ਜੇ ਕਿਸੇ ਜੀਵਨ 'ਚ ਇੱਕੋ ਹੀ ਰੰਗ ਹੈ, ਮਾਇਆ ਦਾ ਮੋਹ, ਤੇ ਉਹਨੂੰ ਵੀ ਇੱਕ ਰੰਗਾ ਨਹੀਂ ਕਿਹਾ ਜਾਏਗਾ। ਮਾਇਆ ਦਾ ਰੰਗ ਤਾਂ ਹੈ, ਪਰ ਜਿਹੜਾ ਸੰਤ ਹੈ ਉਹਨੂੰ ਮਾਇਆ ਦਾ, ਵਿਕਾਰਾਂ ਦਾ, ਸੰਸਾਰ ਦਾ
ਇਹ ਕੋਈ ਰੰਗ ਨਹੀਂ। ਇੱਕੋ ਰੰਗ ਇੱਕ ਪਰਮਾਤਮਾ ਦਾ ਰੰਗ ਹੈ। ਉਹਦੇ ਜੀਵਨ ਵਿੱਚ ਐਸੀ ਉਹਦੀ ਅਵਸਥਾ ਰਾਤ ਤੇ ਦਿਨ ਰਹਿੰਦੀ ਹੈ। ਪ੍ਰਭ ਕਉ ਜਾਣੈ ਸਦ ਹੀ ਸੰਗਾ। ਅਸੀਂ ਸੰਸਾਰੀ ਜੀਵ ਜਿਹੜੇ ਤਾਂ ਨਾਸਤਿਕ ਹਨ ਉਹਨਾਂ ਦੀ ਤਾਂ ਗੱਲ ਛੱਡੋ, ਤਾਂ ਓਪਨਲੀ ਡਾਇਰੈਕਟ ਮੁੱਖ ਤੋਂ ਬੋਲ ਕੇ ਕਹਿ ਰਹੇ ਨੇ ਕਿ ਅਸੀਂ ਪਰਮਾਤਮਾ ਦੀ ਹਸਤੀ ਨੂੰ ਨਹੀਂ ਮੰਨਦੇ। ਅਸੀਂ ਨਹੀਂ ਮੰਨਦੇ ਕਿ ਕੋਈ ਵਾਹਿਗੁਰੂ ਪਰਮਾਤਮਾ ਅੱਲਾ ਗੌਡ ਖੁਦਾ ਹੈ। ਪਰ ਜਿਹੜੇ ਅਸੀਂ ਪਰਮਾਤਮਾ ਨੂੰ ਰੱਬ ਨੂੰ ਮੰਨਣ ਵਾਲੇ ਹਾਂ, ਆਸਥਾ ਰੱਖਣ ਵਾਲੇ ਹਾਂ, ਵਿਸ਼ਵਾਸ ਰੱਖਣ ਵਾਲੇ ਹਾਂ, ਅਸੀਂ ਆਸਤਿਕ ਲੋਕ ਵੀ ਪਰਮਾਤਮਾ ਨੂੰ ਸਦਾ ਅੰਗ ਸੰਗ ਨਹੀਂ ਜਾਣਦੇ। ਅੰਗ ਮੈਨੇ ਸਰੀਰ, ਸਰੀਰ ਦੇ ਸੰਗ ਸਾਥ, ਸਾਥ ਹਮੇਸ਼ਾ ਜਾਣਨਾ। ਇਸ ਅਵਸਥਾ 'ਚ ਸੰਤ ਖੇਡਦਾ ਹੈ। ਪ੍ਰਭੂ ਅਕਾਲ ਪੁਰਖ ਨੂੰ ਉਹ ਦੂਰ ਨਹੀਂ ਜਾਣਦਾ। ਦੂਰ ਨਾਹੀਂ ਮੇਰੋ ਪ੍ਰਭ ਪਿਆਰੋ। ਪ੍ਰਭ ਕਉ ਜਾਣੈ ਸਦ ਹੀ ਸੰਗਾ। ਪ੍ਰਭੂ ਪਰਮਾਤਮਾ ਨੂੰ ਉਹ ਜਾਣਦਾ ਹਮੇਸ਼ਾ ਹਮੇਸ਼ਾ ਵਾਸਤੇ ਸੰਗ ਸਹਾਈ, ਸਾਥ ਰਹਿਣ ਵਾਲਾ। ਵਾਹਿਗੁਰੂ ਤੋਂ ਭੱਜ ਕੇ ਤਾਂ ਕਿਧਰੇ ਅਸੀਂ ਜਾ ਹੀ ਨਹੀਂ ਸਕਦੇ। ਜਿੱਥੋਂ ਤੱਕ ਸ੍ਰਿਸ਼ਟੀ ਸਾਜੀ ਹੈ ਉੱਥੋਂ ਤੱਕ ਹੀ ਵਾਹਿਗੁਰੂ ਦੀ ਪਹੁੰਚ ਹੈ। ਸਾਰੀ ਕੁਦਰਤ ਵਿੱਚ ਹੀ ਵਾਹਿਗੁਰੂ ਜੀ ਸਮਾਏ ਹੋਏ ਨੇ ਅਤੇ ਸਾਡੇ ਮਨਾਂ ਦੀ ਹਾਲਤ ਵੀ ਜਾਣਦੇ ਨੇ। ਜੋ ਕੁਝ ਸਾਡੇ ਅੰਦਰ ਹੈ ਉਹ ਵਾਹਿਗੁਰੂ ਤੋਂ ਲੁਕਿਆ ਹੋਇਆ ਹੈ ਨਹੀਂ। ਪਰ ਸਾਡੇ ਅੰਦਰ ਨਿਸ਼ਚਾ ਨਹੀਂ ਹੈ ਕਿ ਪਰਮਾਤਮਾ ਸਦਾ ਸਹਾਈ ਹੈ, ਸੰਗ ਹੈ, ਸਾਥੀ ਹੈ। ਨਹੀਂ, ਨਿਸ਼ਚਾ ਹੋਵੇ ਤੇ ਫਿਰ ਪਰਮਾਤਮਾ ਦੇ ਅੰਦਰੋਂ ਅਸੀਂ ਬਹੁਤ ਨਜ਼ਦੀਕ ਹੋ ਜਾਵਾਂਗੇ। ਹੈ ਪਰਮਾਤਮਾ ਬਹੁਤ ਨੇੜੇ, ਪਰ ਸਾਡਾ ਮਨ ਪਰਮਾਤਮਾ ਦੇ ਨੇੜੇ ਨਹੀਂ ਹੈ। ਮਨ ਵਿੱਚ ਹੋਰ ਹੋਰ ਵਸਤੂਆਂ ਵਸੀਆਂ ਹੋਈਆਂ ਹਨ, ਮਾਇਆ ਵਸੀ ਹੋਈ ਹੈ। ਬ੍ਰਹਮ ਪਰਮਾਤਮਾ ਦੀ ਯਾਦ ਮਨ ਵਿੱਚ ਨਹੀਂ, ਹਿਰਦੇ 'ਚ ਨਹੀਂ ਹੈ, ਪਰ ਪਰਮਾਤਮਾ ਬਿਲਕੁਲ ਨਜ਼ਦੀਕ ਹੈ। ਅਤੇ ਰੱਬ ਦੇ ਸੰਤ ਦਾ ਮਨ ਐਸੀ ਅਵਸਥਾ ਵਿੱਚ ਹੈ ਕਿ ਉਸ ਜਾਣਦਾ ਹੈ ਸਦਾ ਹੀ ਪਰਮਾਤਮਾ ਨੂੰ ਆਪਣੇ ਸੰਗ ਸਾਥ। ਠਾਕੁਰ ਨਾਮ ਕੀਓ ਉਨ ਵਰਤਨ। ਸਾਡਾ ਵਸਤ ਵਲੇਵਾ, ਵਰਤੋਂ ਵਿਹਾਰ ਹੋਰ ਹੋਰ ਤਰ੍ਹਾਂ ਦਾ ਹੈ, ਪਰ ਵਾਹਿਗੁਰੂ ਦੇ ਪਿਆਰੇ ਦਾ ਜਿਹੜਾ ਵਰਤੋਂ ਵਿਹਾਰ ਹੈ, ਵਸਤ ਵਲੇਵਾ ਹੈ, ਵਿਵਹਾਰ ਹੈ, ਉਹ ਪਰਮਾਤਮਾ ਦਾ ਨਾਮ ਹੈ। ਠਾਕੁਰ ਪਰਮਾਤਮਾ ਮਾਲਕ ਦੇ ਨਾਮ ਨੂੰ ਉਹਨੇ ਆਪਣਾ ਵਰਤੋਂ ਵਿਹਾਰ, ਆਪਣਾ ਵਸਤ ਵਲੇਵਾ ਬਣਾਇਆ ਹੋਇਆ। ਉਹਦੀ ਵਰਤੋਂ ਹੀ ਪਰਮੇਸ਼ਰ ਦਾ ਨਾਮ ਹੈ। ਤ੍ਰਿਪਤ ਆਗਾਵਨ ਹਰਿ ਕੈ ਦਰਸ਼ਨ। ਮਨ ਕਰਕੇ ਵੀ ਉਹ ਵਾਹਿਗੁਰੂ ਦੇ ਦਰਸ਼ਨਾਂ ਵਿੱਚ ਲੀਨ ਹੋ ਕੇ ਤ੍ਰਿਪਤ ਹੋ ਗਿਆ ਹੈ। ਸਾਰੀਆਂ ਖੁਆਇਸ਼ਾਂ ਤੋਂ ਤ੍ਰਿਪਤ ਹੈ, ਸਾਰੀਆਂ ਵਾਸ਼ਨਾਵਾਂ ਤੋਂ ਤ੍ਰਿਪਤ ਹੈ। ਇੰਦਰੀਆਂ ਕਰਕੇ ਵੀ ਅਗਾਵਨ ਸੰਤੁਸ਼ਟ ਹੈ। ਤ੍ਰਿਪਤ ਹੁੰਦਾ ਪਿਆਸ ਬੁੱਝ ਜਾਣੀ, ਅਗਾਉਣਾ ਹੁੰਦਾ ਰੱਜ ਜਾਣਾ। ਉਹਦੀ ਭੁੱਖ ਤੇ ਖਤਮ ਹੋ ਗਈ ਹੈ। ਉਹ ਬਿਲਕੁਲ ਸੰਤੁਸ਼ਟ, ਮਾਨਸਿਕ ਤੌਰ 'ਤੇ ਰੱਜਿਆ ਹੋਇਆ ਹੈ। ਹਰੀ ਦੇ ਦਰਸ਼ਨਾਂ ਕਰਕੇ, ਪਰਮਾਤਮਾ ਦੇ ਦਰਸ਼ਨਾਂ ਦੇ ਪ੍ਰਤਾਪ ਕਰਕੇ ਹੋਰ ਉਹਨੂੰ ਕੋਈ ਭੁੱਖ ਹੀ ਨਹੀਂ ਰਹਿ ਗਈ, ਹੋਰ ਉਹਨੂੰ ਕੋਈ ਇੱਛਾ ਹੀ ਨਹੀਂ ਰਹਿ ਗਈ। ਇਸ ਪ੍ਰਕਾਰ ਦਾ ਵਾਹਿਗੁਰੂ ਦਾ ਦਰਸ਼ਨ ਯਾਨੀ ਨਿਰਗੁਣ ਬ੍ਰਹਮ ਦਾ ਗਿਆਨ ਉਹਦੇ ਹਿਰਦੇ ਅੰਦਰ ਹੈ। ਅੱਠੇ ਪੈਰ ਉਹਦੇ ਵਿੱਚ ਲੀਨ ਹੈ, ਆਨੰਦ ਵਿੱਚ ਹੈ। ਅਤੇ ਇਸੇ ਪ੍ਰਕਾਰ ਉਹ ਇੰਦਰੀਆਂ ਕਰਕੇ ਵੀ ਸੰਤੁਸ਼ਟ ਹੈ। ਬਿਲਕੁਲ ਇੰਦਰੀ ਵੀ ਅੰਤਰਮੁਖ ਹੋ ਜਾਂਦੇ ਨੇ। ਜਿਵੇਂ ਸੰਤ ਬਿਸ਼ਨ ਸਿੰਘ ਮੁਰਾਲੇ ਵਾਲੇ ਹੋਏ ਨੇ, ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ, ਅਤੇ ਪਾਕਿਸਤਾਨ ਦੇ ਵਿੱਚ ਗੁਜਰਾਤ ਵਿੱਚ ਮੁਰਾਲਾ ਨਗਰ ਹੈ, ਉਹਨਾਂ ਨੂੰ ਸੰਤ ਮੁਰਾਲੇ ਵਾਲੇ ਕਿਹਾ ਜਾਂਦਾ ਸੀ। ਉੱਥੇ ਉਹ ਰਿਹਾ ਕਰਦੇ ਸਨ। ਅਤੇ ਇੱਕ ਵਾਰੀ ਸੇਵਾਦਾਰਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਪੁਰਬ 'ਤੇ ਦੀਪਮਾਲਾ ਕੀਤੀ, ਬੜੀਆਂ ਲਾਈਟਾਂ ਜਗਾਈਆਂ, ਦੀਵੇ ਜਗਾਏ, ਬੜਾ ਸ਼ਿੰਗਾਰਿਆ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ। ਅਤੇ ਉਹਨਾਂ ਦੀ ਝੌਂਪੜੀ 'ਚ ਜਿੱਥੇ ਝੁੱਗੀ 'ਚੋਂ ਰਹਿੰਦੇ ਸਨ, ਛੰਨ ਵਿੱਚ ਝੌਂਪੜੀ 'ਚ, ਉੱਥੇ ਜਾ ਕੇ ਬੇਨਤੀ ਕੀਤੀ, ਜੀ ਅਸੀਂ ਗੁਰਦੁਆਰਾ ਸਾਹਿਬ ਵੇਖੋ ਸਜਾਇਆ, ਬਾਹਰ ਨਿਕਲ ਕੇ ਵੇਖੋ ਤਾਂ ਸਹੀ, ਇੱਕ ਵਾਰੀ ਝਲਕ ਵੇਖੋ। ਤਾਂ ਮਹਾਂਪੁਰਸ਼ ਕਹਿਣ ਲੱਗੇ, ਸਿੰਘੋ ਚੰਗਾ ਕੰਮ ਤੁਸਾਂ ਕੀਤਾ ਅਤੇ ਗੁਰੂ ਮਹਾਰਾਜ ਦੇ ਗੁਰਪੁਰਬ 'ਤੇ ਖੁਸ਼ੀ ਦੇ ਵਿੱਚ ਆ ਕੇ ਤੁਸੀਂ ਦੀਪਮਾਲਾ ਕੀਤੀ ਹੈ, ਪਰ ਸਤਿਗੁਰਾਂ ਦੀ ਜਿਹੜੀ ਸਿੱਖਿਆ ਹੈ, ਉਪਦੇਸ਼ ਹੈ ਗੁਰੂ ਕੀ ਬਾਣੀ ਵਿੱਚ, ਉਹ ਸਿੱਖਿਆ ਨੂੰ ਧਾਰਨ ਕਰਨਾ ਚਾਹੀਦਾ। ਜਿਹੜੇ ਇਹ ਬਾਹਰੀ ਦੀਵੇ ਹਨ, ਇਹ ਤੇਲ, ਘਿਓ,
ਮੁੱਕ ਜਾਣ ਨਾਲ ਬੁੱਝ ਜਾਣਗੇ, ਜਾਂ ਹਵਾ ਦਾ ਝੋਂਕਾ ਆਇਆ ਤੇ ਦੀਵੇ ਬੁੱਝ ਸਕਦੇ ਨੇ। ਪਰ ਸਤਿਗੁਰੂ ਦੇ ਸ਼ਬਦ ਦਾ ਦੀਵਾ ਐਸਾ ਸਾਡੇ ਅੰਦਰ ਸਤਿਗੁਰਾਂ ਨੇ ਜਗਾਇਆ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਇਹਦੇ ਐਸਾ ਦੀਵਾ ਜਗਾਇਆ, ਉਸ ਦੀਵੇ ਦੀ ਰੌਸ਼ਨੀ ਵਿੱਚ ਅਸੀਂ ਸਤਿਗੁਰਾਂ ਦੇ ਦਰਸ਼ਨਾਂ ਵਿੱਚ ਲੀਨ ਹਾਂ। ਤੁਸੀਂ ਬਾਹਰਲੇ ਦੀਵੇ ਵੇਖਣ ਦੀ ਗੱਲ ਕਰਦੇ ਹੋ, ਕਈ ਸਾਲਾਂ ਤੋਂ ਇਸ ਝੌਂਪੜੀ ਦੀ ਛੱਤ ਵੱਲ ਵੀ ਨਹੀਂ ਵੇਖਿਆ, ਅਸੀਂ ਗਹੁ ਨਾਲ ਨਹੀਂ ਤੱਕਿਆ, ਅਤੇ ਅਸਮਾਨ ਦੇ ਸੂਰਜ ਚੰਦਰਮਾ ਤਾਰਿਆਂ ਵੱਲ ਵੀ ਵੇਖਣ ਨੂੰ ਦਿਲ ਨਹੀਂ ਕਰਦਾ। ਮਨ ਇੰਨਾ ਅੰਤਰਮੁਖ ਕਰ ਦਿੱਤਾ ਸਤਿਗੁਰਾਂ ਨੇ। ਅਤੇ ਅਸੀਂ ਉਹ ਗੁਰੂ ਦੇ ਸ਼ਬਦ ਦੇ ਦੀਵੇ ਦਾ ਜਿਹੜਾ ਪ੍ਰਕਾਸ਼ ਹੈ, ਉਸ ਤੋਂ ਉੱਪਰ ਹੋਰ ਕੋਈ ਪ੍ਰਕਾਸ਼ ਸਾਨੂੰ ਦਿਸਦਾ ਹੀ ਨਹੀਂ। ਹੋਰ ਕੋਈ ਐਸਾ ਉੱਤਮ ਮਿੱਠਾ ਸੰਤੁਸ਼ਟਤਾ ਦੇਣ ਵਾਲਾ, ਰਜਾ ਦੇਣ ਵਾਲਾ ਹੋਰ ਕੋਈ ਪ੍ਰਕਾਸ਼ ਹੀ ਨਹੀਂ ਹੈ। ਸੋ ਇਸ ਪ੍ਰਕਾਰ ਵਾਹਿਗੁਰੂ ਦੇ ਦਰਸ਼ਨਾਂ ਵਿੱਚ ਮਾਨਸਿਕ ਤੌਰ 'ਤੇ ਵੀ ਤ੍ਰਿਪਤ ਹੋਏ ਨੇ ਦਰਸ਼ਨਾਂ ਦੁਆਰਾ, ਸਰੀਰਕ ਤੌਰ 'ਤੇ ਇੰਦਰੀਆਂ ਤੌਰ 'ਤੇ ਵੀ ਉਹ ਅਗਾਵਨ ਸੰਤੁਸ਼ਟਤਾ ਹਾਸਲ ਕਰ ਚੁੱਕੇ ਹਨ, ਰਜੇ ਹੋਏ ਨੇ। ਹਰ ਸੰਗ ਰਾਤੇ ਮਨ ਤਨ ਹਰੇ, ਹਰੀ ਪ੍ਰਮਾਤਮਾ ਦੇ ਸੰਗ ਸਾਥ, ਪ੍ਰਮਾਤਮਾ ਦੇ ਨਾਲ ਜਿਹੜੇ ਰਾਤੇ ਰੱਤੇ ਹੋਏ ਨੇ, ਉਹਨਾਂ ਦੇ ਮਨ ਵੀ ਤੇ ਤਨ, ਇਹ ਤਨ ਮਾਤਰ ਇੰਦਰੀਆਂ ਦਾ ਜਿਹੜਾ ਸਰੀਰ ਹੈ, ਸੂਖਮ ਸਰੀਰ, ਇਹ ਹਰੇ ਭਰੇ ਹੋ ਗਏ ਨੇ। ਹੋਰਨਾਂ ਦੇ ਮਨ ਤਨ ਜਿਹੜੇ ਹਨ ਸੁੱਕੇ ਹੋਏ ਨੇ, ਅਤੇ ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਬੰਦਗੀ ਕਰਕੇ ਮਨ ਖਿੜਿਆ ਹਰਿਆ ਬਾਗ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਸੁੱਕੀ ਲੱਕੜ ਵਰਗੇ ਜਿਹੜੇ ਮਨ ਹਨ, ਉਹ ਹਰੇ ਭਰੇ ਸ਼ੁਭ ਗੁਣਾਂ ਦੀ ਹਰਿਆਵਲਤਾ ਨਾਲ ਹੋ ਗਏ। ਉਹਨਾਂ ਦਾ ਮਨ ਵੀ ਹਰਾ ਹੋ ਗਿਆ ਹੈ, ਅਤੇ ਤਨ ਵੀ, ਇੰਦਰੇ ਵੀ ਹਰੇ ਭਰੇ ਹੋਏ ਹਨ। ਕੌਣ ਜੀ, ਕੈਸੇ ਹਨ ਉਹ? ਕਿਹਨਾਂ ਦੀ ਗੱਲ ਕਰ ਰਹੇ ਹੋ ਜੀ? ਗੁਰਪੂਰੇ ਕੀ ਸਰਣੀ ਪਰੇ, ਜੋ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਪਏ ਹਨ। ਮਨੋ ਤਨੋਂ ਸਤਿਗੁਰੂ ਦੀ ਸ਼ਰਨ ਵਿੱਚ ਜੋ ਪਏ ਨੇ, ਉਹ ਸਤਿਗੁਰੂ ਦੀ ਬਖਸ਼ਿਸ਼ ਨਾਲ ਜੋ ਹਰੀ ਹੈ, ਨਿਰਗੁਣ ਸਰੂਪ ਪਰਮਾਤਮਾ, ਉਸ ਦੇ ਨਾਲ ਰੰਗੇ ਹੋਏ ਆਪਣੇ ਮਨ ਤੇ ਤਨ ਦੋਵੇਂ ਉਹਨਾਂ ਨੇ ਹਰੇ ਭਰੇ ਕਰ ਲਏ ਹਨ। ਰਹਾਓ, ਚਰਨ ਕਮਲ ਆਤਮ ਆਧਾਰ। ਆਤਮ ਦਾ ਅਰਥ ਇੱਥੇ ਮਨ ਹੈ, ਕਿ ਉਹਨਾਂ ਦੇ ਮਨ ਦਾ ਆਧਾਰ ਆਸਰਾ ਕੀ ਹੈ? ਮਨ ਵਿੱਚ ਉਹਨਾਂ ਓਟ ਆਸਰਾ ਟੇਕ ਕਿਹਦੀ ਲਈ ਹੈ? ਚਰਨ ਕਮਲ, ਪਰਮਾਤਮਾ ਦੇ ਕਮਲ ਵਰਗੇ ਸੋਹਣੇ ਚਰਨ। ਹੁਣ ਇੱਕ ਤਾਂ ਇਹ ਕਿ ਚਰਨ ਪਰਮਾਤਮਾ ਦੇ ਕਿਹੜੇ ਨੇ? ਤਾਂ ਹਜ਼ੂਰ ਨੇ ਕਿਹਾ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਜਾਂ ਦਸਮ ਪਾਤਸ਼ਾਹ ਨੇ ਕਿਹਾ, ਚਿੱਤ ਚਰਨ ਨਾਮ। ਸੋ ਇਸ ਪ੍ਰਕਾਰ ਵਾਹਿਗੁਰੂ ਨਿਰਾਕਾਰ ਹੈ, ਅਤੇ ਉਸ ਪਰਮਾਤਮਾ ਦੇ ਕਮਲ ਵਰਗੇ ਸੋਹਣੇ ਚਰਨ ਭਾਵ ਵਾਹਿਗੁਰੂ ਦੇ ਨਾਲ ਪ੍ਰੇਮ ਹੋਣਾ, ਇਹ ਚਰਨ ਕਮਲ ਹਿਰਦੇ 'ਚ ਵਸਾਉਣੇ ਹਨ। ਮਨ ਦਾ ਆਧਾਰ ਆਸਰਾ ਵਾਹਿਗੁਰੂ ਦੇ ਚਰਨ ਕਮਲ, ਸਵਾਸ ਭਜਨ ਕਰਨਾ ਜਿਹੜਾ ਏਕ ਨਿਹਾਰਾ ਹੈ ਆਗਿਆਕਾਰ। ਉਹ ਜਿਹੜੇ ਸੰਤ ਨੇ ਨਾ, ਸਾਰੀ ਸ੍ਰਿਸ਼ਟੀ ਵਿੱਚ ਇੱਕੋ ਪਰਮਾਤਮਾ ਨੂੰ ਨਿਹਾਰਾ ਹੈ, ਮੈਨੇ ਵੇਖਦੇ ਹਨ। ਸਮ ਦ੍ਰਿਸ਼ਟੀ ਹੀ ਬ੍ਰਹਮ ਦ੍ਰਿਸ਼ਟੀ ਹੁੰਦੀ ਹੈ। ਬ੍ਰਹਮ ਦ੍ਰਿਸ਼ਟੀ ਕਿਆ ਹੈ? ਸਮ ਦ੍ਰਿਸ਼ਟੀ। ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਦੀ ਜੋਤ ਨੂੰ, ਇੱਕ ਨੂੰ, ਵਾਹਿਗੁਰੂ ਨੂੰ ਹੀ ਨਿਹਾਰਾ ਵੇਖਦੇ ਹਨ, ਅਤੇ ਆਗਿਆਕਾਰ ਹਨ। ਆਗਿਆਕਾਰ ਬਣ ਕੇ ਰਹਿੰਦੇ ਨੇ ਪਰਮਾਤਮਾ ਦੀ ਆਗਿਆ ਵਿੱਚ, ਭਾਣੇ ਅੰਦਰ, ਹੁਕਮ ਅੰਦਰ ਲੀਨ ਰਹਿੰਦੇ ਹਨ। ਉਜਰ ਨਹੀਂ ਕਰਦੇ, ਵਾਹਿਗੁਰੂ ਨੇ ਇੰਝ ਕਿਉਂ ਕਰ ਦਿੱਤਾ, ਇੰਝ ਕਿਉਂ ਕੀਤਾ, ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ। ਨਹੀਂ, ਪਰਮਾਤਮਾ ਦੀ ਆਗਿਆ ਵਿੱਚ ਹੀ ਸੰਤੁਸ਼ਟ ਰਹਿੰਦੇ ਨੇ, ਆਗਿਆਕਾਰ ਬਣ ਕੇ ਰਹਿੰਦੇ ਨੇ, ਹੁਕਮ ਦੇ ਅੰਦਰ ਰਹਿੰਦੇ ਹਨ। ਇੱਕੋ ਬਨਜ, ਇੱਕੋ ਵਿਵਹਾਰੀ, ਉਹਨਾਂ ਦਾ ਵਣਜ ਵਪਾਰ ਇੱਕੋ ਪਰਮਾਤਮਾ ਹੈ, ਅਤੇ ਇੱਕ ਦੇ ਹੀ ਉਹ ਵਿਵਹਾਰੀ ਹਨ, ਵਪਾਰੀ ਹਨ। ਵਣਜ ਵਾਹਿਗੁਰੂ ਦਾ ਨਾਮ ਹੈ, ਅਤੇ ਇਸ ਨਾਮ ਦੇ ਹੀ ਉਹ ਇੱਕੋ ਦੇ ਹੀ ਵਪਾਰੀ ਹਨ, ਪਰਮਾਤਮਾ ਦੇ ਸਰੂਪ ਦੇ ਵਪਾਰੀ ਨੇ। ਆਪਣਾ ਤਨ ਮਨ ਧਨ ਉਹਨਾਂ ਨੇ ਜੋ ਕੁਛ ਕੋਲ ਹੈ ਵਾਹਿਗੁਰੂ ਨੂੰ ਅਰਪਣ ਕੀਤਾ ਹੈ, ਅਤੇ ਵਾਹਿਗੁਰੂ ਦਾ ਨਾਮ ਪੱਲੇ ਬੰਨਿਆ, ਆਪਣਾ ਸਭ ਕੁਝ ਕੁਰਬਾਨ ਕਰਕੇ ਨਾਮ ਖਰੀਦਿਆ ਹੈ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਕਬੀਰ ਜੀ ਕਹਿੰਦੇ, ਰੱਬ ਦੇ ਨਾਮ ਦਾ ਮੁੱਲ ਹੈ ਆਪਣਾ ਆਪ ਕੁਰਬਾਨ ਕਰ ਦੇਣਾ, ਹੋਰ ਸੋਨੇ ਚਾਂਦੀ ਨਾਲ ਨਹੀਂ ਖਰੀਦਿਆ ਜਾ ਸਕਦਾ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ,
ਰਾਵਨ ਹੋਤੇ ਸੋਰੰਕ ਨਹਿ ਜਿਨ ਸਿਰ ਦੀਨੇ ਕਾਟ। ਭਾਈ ਸੰਮਣ ਤੇ ਮੂਸਣ ਦੇ ਘਰ ਸਤਿਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ ਸਨ ਕਿ ਸਿੱਖਾ ਸੰਮਣਾ, ਜੇ ਪ੍ਰੇਮ ਦੀ ਕੀਮਤ ਕੁਝ ਦਮੜਿਆਂ ਵਿੱਚ ਪੈਂਦੀ ਹੁੰਦੀ ਤੇ ਰਾਵਣ ਕੰਗਾਲ ਨਹੀਂ ਸੀ, ਉਹਦੇ ਕੋਲ ਸੋਨੇ ਦੀ ਲੰਕਾ ਸੀ, ਉਹਨੇ ਖੁਸ਼ ਕਰ ਲੈਣਾ ਸੀ ਵਾਹਿਗੁਰੂ। ਪਰ ਉਹਨੇ ਤਾਂ ਸ਼ਿਵ ਦੇ ਕੋਲੋਂ ਵੀ ਵਰ ਲੈਣ ਲਈ ਸਿਰ ਵੱਢ ਵੱਢ ਭੇਟਾ ਕੀਤੇ ਸਨ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਏਕੋ ਬਨਜ ਏਕੋ ਬਿਵਹਾਰੀ, ਅਵਰ ਨ ਜਾਣੈ ਬਿਨ ਨਿਰੰਕਾਰੀ। ਜੋ ਆਕਾਰੀ ਨਹੀਂ ਹੈ, ਨਿਰੰਗ ਆਕਾਰੀ ਹੈ। ਆਕਾਰਾਂ ਤੋਂ ਰਹਿਤ ਹੈ ਜੋ ਵਾਹਿਗੁਰੂ ਪਰਮਾਤਮਾ, ਉਸ ਤੋਂ ਬਗੈਰ ਹੋਰ ਅਵਰ ਕਿਸੇ ਨੂੰ ਵੀ ਨਹੀਂ ਜਾਣਦੇ ਹਨ। ਜਿਵੇਂ ਦਸਮ ਪਾਤਸ਼ਾਹ ਨੇ ਕਿਹਾ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ। ਸਿਮਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ। ਜਦੋਂ ਦੇ ਤੁਹਾਡੇ ਚਰਨ ਫੜੇ ਹਨ ਉਦੋਂ ਤੋਂ ਬਾਅਦ ਕਦੇ ਕਿਸੇ ਨੂੰ ਨਜ਼ਰ ਥੱਲੇ ਨਹੀਂ ਲਿਆਂਦਾ। ਅਵਰ ਨ ਜਾਣੈ ਬਿਨ ਨਿਰੰਕਾਰੀ, ਉਹ ਜਿਹੜਾ ਨਿਰੰਕਾਰ ਹੈ ਪਰਮੇਸ਼ਰ ਆਕਾਰਾਂ ਤੋਂ ਰਹਿਤ, ਉਸ ਤੋਂ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦੇ ਹਨ, ਕੁਛ ਕਰਕੇ ਨਹੀਂ ਜਾਣਦੇ। ਕੋਈ ਸ਼ਕਤੀਵਾਨ ਸਮਰੱਥਾਵਾਨ ਦਾਤਾ ਪੂਜਣ ਯੋਗ ਹੋਰ ਕਿਸੇ ਨੂੰ ਕੁਛ ਨਹੀਂ ਜਾਣਦੇ ਹਨ, ਇੱਕ ਨਾਲ ਜੁੜੇ ਹੋਏ ਨੇ ਅਤੇ ਸਾਰਿਆਂ ਜੀਆਂ ਵਿੱਚ ਪਰਮੇਸ਼ਰ ਦੀ ਇੱਕ ਜੋਤ ਹੈ, ਇੰਝ ਜਾਣਦੇ ਨੇ। ਹਰਖ ਸੋਗ ਦੁਹ ਤੇ ਮੁਕਤੇ। ਮਨੁੱਖ ਦੀ ਜਿਹੜੀ ਅੰਦਰਲੀ ਅਵਸਥਾ ਹੈ ਇੱਕ ਰਸ ਤਾਂ ਹੀ ਨਹੀਂ ਰਹਿੰਦੀ ਕਿਉਂਕਿ ਇਹ ਹਰਖ ਸੋਗ। ਕੁਛ ਪ੍ਰਾਪਤ ਹੋ ਜਾਏ ਤੇ ਖੁਸ਼ੀ, ਕੁਛ ਚਲਿਆ ਜਾਏ ਤੇ ਗਮ ਵਿਆਪਦਾ ਹੈ, ਡਾਵਾਂ ਡੋਲ ਅਵਸਥਾ ਰਹਿੰਦੀ ਹੈ। ਪਰ ਰੱਬ ਦੇ ਪਿਆਰੇ ਜੋ ਹਨ, ਹਰਖ ਸੋਗ ਦੂਹੂ ਤੇ ਮੁਕਤੇ, ਆਏ ਹਰਖ ਨਾ ਗਏ ਸੋਗ। ਲੱਖਾਂ ਕਰੋੜਾਂ ਆ ਜਾਣਗੇ ਤੇ ਮਨ ਅੰਦਰ ਖੁਸ਼ੀ ਨਹੀਂ ਹੋਵੇਗੀ, ਸਾਰਾ ਕੁਛ ਚਲਿਆ ਜਾਏਗਾ ਤੇ ਗਮ ਨਹੀਂ ਹੋਏਗਾ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਕਰਕੇ ਵਿਖਾਇਆ ਸਾਡੇ ਸਾਹਮਣੇ ਵੀ ਕਿੱਥੇ 22 ਲੱਖ ਦੀ ਜਿਗਾ ਕਲਗੀ ਸੀ ਹਜੂਰ ਦੇ ਸੀਸ ਤੇ ਸਜਦੀ। ਅਨੰਦਪੁਰ ਸਾਹਿਬ ਮਖਮਲੀ ਫਰਸ਼ ਵਿਛਿਆ ਹੁੰਦਾ ਸੀ, ਸੁੰਦਰ ਸੋਨੇ ਦਾ ਸਿੰਘਾਸਣ ਹੁੰਦਾ ਸੀ ਜਿੱਥੇ ਵਿਰਾਜਦੇ ਸਨ। ਲੱਖਾਂ ਅਮੀਰ ਲੋਕ ਹਜੂਰ ਦੇ ਆਉਣ 'ਤੇ ਸਜਦੇ ਵਿੱਚ ਪੈਂਦੇ ਸਨ, ਸਾਰੀ ਖਲਕਤ ਝੁਕਦੀ ਸੀ। ਪਰ ਜਦੋਂ ਅਨੰਦਪੁਰ ਸਾਹਿਬ ਛੱਡ ਦਿੱਤਾ ਔਰ ਆਪਣੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਤਾਂ ਹਜੂਰ ਧਰਤ ਦੇ ਉੱਪਰ ਨੰਗੇ ਕਦਮੀ ਚੱਲ ਕੇ ਮਾਛੀਵਾੜੇ ਪਹੁੰਚੇ ਸਨ। ਉਦੋਂ ਬਾਅਦ ਜਦੋਂ ਦੀਨੇ ਕਾਂਗੜ ਪਹੁੰਚੇ ਤੇ ਭਾਈ ਪਰਮ ਸਿੰਘ ਧਰਮ ਸਿੰਘ, ਇਹ ਦੋਵੇਂ ਸਕੇ ਭਰਾ, ਇਹ ਆਏ ਸਨ ਭਾਈ ਰੂਪੇ ਦੀ ਬੰਸ ਵਿੱਚੋਂ ਤੇ ਇਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਅਫਸੋਸ ਕਰਨਾ ਚਾਹਿਆ, ਪਰਚਾਉਣੀ ਅਫਸੋਸ ਜਿਵੇਂ ਕਰੀਦਾ। ਤਾਂ ਹਜੂਰ ਕੁਝ ਸਮਾਂ ਇਹਨਾਂ ਦੀ ਬੇਨਤੀ ਸੁਣਦੇ ਰਹੇ, ਫਿਰ ਕਹਿਣ ਲੱਗੇ, ਧਰਮ ਸਿੰਘਾ ਇੱਥੇ ਲਕੀਰਾਂ ਖਿੱਚ ਧਰਤੀ 'ਤੇ। ਉਂਗਲਾਂ ਦੇ ਨਾਲ ਲਕੀਰਾਂ ਖਿੱਚੀਆਂ ਤਾਂ ਮਹਾਰਾਜ ਕਹਿੰਦੇ ਹੁਣ ਮੇਸ ਦੇ ਲਕੀਰਾਂ ਮਿਟਾ ਦਿੱਤੀਆਂ ਗਈਆਂ। ਹਜੂਰ ਕਹਿੰਦੇ ਦੱਸੋ ਵੀ ਜੇ ਲਕੀਰਾਂ ਖਿੱਚਣ ਦੇ ਨਾਲ ਕੋਈ ਖੁਸ਼ੀ ਹੋਈ ਸੀ? ਕਹਿਣ ਲੱਗੇ ਜੀ ਨਹੀਂ। ਤਾਂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਫਿਰ ਲਕੀਰਾਂ ਮੇਟ ਦਿੱਤੀਆਂ ਤੇ ਕੋਈ ਗਮ ਹੋਇਆ? ਕਹਿਣ ਲੱਗੇ ਜੀ ਨਹੀਂ। ਮਹਾਰਾਜ ਕਹਿੰਦੇ ਸਾਡੀ ਅਵਸਥਾ ਵਿੱਚ ਇਹ ਸੰਸਾਰ ਇੰਝ ਹੀ ਹੈ। ਮੈਂ ਹਉ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ਾ ਹੀ ਹੈ ਸਾਡੇ ਵਾਸਤੇ। ਸਾਹਿਬਜ਼ਾਦੇ ਆਏ ਸੀ ਅਕਾਲ ਪੁਰਖ ਦੀ ਰਜਾ ਵਿੱਚ, ਚਲੇ ਗਏ ਅਕਾਲ ਪੁਰਖ ਦੀ ਰਜਾ ਵਿੱਚ। ਸਾਨੂੰ ਮੋਹ ਨਹੀਂ ਹੈ ਪਰਮ ਸਿੰਘ ਧਰਮ ਸਿੰਘ ਜੀ, ਸਾਨੂੰ ਸਰੀਰਾਂ ਨਾਲ ਮੋਹ ਨਹੀਂ। ਜੇ ਸਾਹਿਬਜ਼ਾਦੇ ਆਏ ਸੀ ਤੇ ਸਾਡਾ ਦਮਾਲਾ ਬੜਾ ਉੱਚਾ ਕਰ ਗਏ ਔਰ ਜਿੱਡੀ ਉੱਚੀ ਅਸਮਾਨ 'ਤੇ ਇੱਲਾਂ ਕਾਂ ਉਹਨਾਂ ਦੀਆਂ ਬੋਟੀਆਂ ਲੈ ਕੇ ਗਏ ਹਨ, ਉਹਨੇ ਉੱਚੇ ਨਿਸ਼ਾਨ ਝੁੱਲਣਗੇ ਕਿਉਂਕਿ ਧਰਮ ਦਾ ਝੰਡਾ ਬੁਲੰਦ ਕਰਕੇ ਗਏ। ਉਹ ਜ਼ੁਲਮ ਦੇ ਅੱਗੇ ਝੁਕੇ ਨਹੀਂ ਹਨ। ਸੋ ਇਸ ਵਾਸਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਨੇ ਦੁਨੀਆ ਵਿੱਚ ਕਰਕੇ ਵਿਖਾਇਆ। ਔਰ ਇਹ ਵੀ ਇੱਕ ਬਚਨ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਦਾ ਸਕਾ ਚਾਚਾ ਉਹ ਲਖਾਰੀ ਸੀ ਤੇ ਉਹ ਭੇਸ ਬਦਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਵਸਥਾ ਵੇਖਣੀ ਚਾਹੁੰਦਾ ਸੀ ਅਤੇ ਮਨ 'ਚ ਉਹਨੇ ਅੰਦਾਜ਼ਾ ਲਾਇਆ ਕਿ ਹੁਣ ਤਾਂ ਗੁਰੂ ਗੋਬਿੰਦ ਸਿੰਘ ਜੀ ਰੋਂਦੇ ਹੋਣਗੇ। ਉਹਨਾਂ ਦਾ ਕੁਛ ਰਿਹਾ ਹੀ ਨਹੀਂ, ਦੁਨੀਆ ਦੀ ਨਜ਼ਰ ਵਿੱਚ ਤੇ ਸਤਿਗੁਰਾਂ ਦਾ ਕੁਛ ਰਿਹਾ ਨਹੀਂ। ਔਰ ਉਹ ਆਇਆ ਅਤੇ ਉਹ ਕਹਿਣ ਲੱਗਾ, ਮੈਂ ਹੈਰਾਨ ਹੋ ਗਿਆ ਕਿ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹਦਾ ਸਾਰਾ ਸਰਬੰਸ
ਸ਼ਹੀਦ ਹੋ ਗਿਆ। ਆਪਣੇ ਪਰਿਵਾਰ 'ਚੋਂ ਕੋਈ ਜੀਵ ਨਹੀਂ ਹਰਿਆ। ਨਾਲ ਦੇ ਸਾਥੀ ਸਿੰਘ ਵੀ ਇੰਨੇ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ। 3 ਸਿੰਘ ਹੀ ਬਚ ਕੇ ਨਿਕਲੇ ਸੀ। ਨਾਲ ਰਹਿਣ ਵਾਲਿਆਂ 'ਚੋਂ ਸਿਰਫ 3 ਸਿੰਘ, ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ। ਕਹਿਣ ਲੱਗਾ ਉਸੇ ਜਾਹੋ ਜਲਾਲ ਵਿੱਚ ਉਹ ਵਾਹਿਗੁਰੂ ਦੀ ਕਥਾ ਸੁਣਾ ਰਹੇ ਸੀ ਦੀਨੇ ਪਿੰਡ। ਜਦੋਂ ਮੈਂ ਭੇਸ ਬਦਲਾ ਕੇ ਉੱਥੇ ਜਾ ਕੇ ਬੈਠਾ ਤੇ ਹੈਰਾਨ ਹੋ ਗਿਆ ਭਈ ਉਹਨਾਂ ਦੇ ਚਿਹਰੇ 'ਤੇ ਕੋਈ ਸ਼ਿਕਵਾ ਨਹੀਂ ਸੀ, ਕੋਈ ਗਿਲਾ ਨਹੀਂ ਸੀ, ਕੋਈ ਅਫਸੋਸ ਨਹੀਂ ਸੀ, ਕੋਈ ਢਹਿੰਦੀ ਕਲਾ ਨਹੀਂ ਸੀ, ਕੋਈ ਚਿਹਰਾ ਮੁਰਝਾਇਆ ਹੋਇਆ ਨਹੀਂ ਸੀ। ਉਸੇ ਤਰ੍ਹਾਂ ਖੇੜੇ ਵਿੱਚ ਸਨ ਉਹ। ਤੇ ਮੈਂ ਕਹਿ ਉੱਠਿਆ ਵੀ ਪੀਰੋ ਮੁਰਸ਼ਿਦ ਹੋਏ ਤਾਂ ਇਹੋ ਜਿਹਾ, ਗੁਰੂ ਹੋਵੇ ਤਾਂ ਇਹੋ ਜਿਹਾ, ਪੈਗੰਬਰ ਹੋਵੇ ਤਾਂ ਇਹੋ ਜਿਹਾ, ਰਹਿਬਰ ਹੋਏ ਤਾਂ ਇਹੋ ਜਿਹਾ ਹੀ ਹੋਣਾ ਚਾਹੀਦਾ, ਜਿਸ ਦੇ ਉੱਪਰ ਕੋਈ ਪ੍ਰਭਾਵ ਨਹੀਂ ਹੈ ਜ਼ਮਾਨੇ ਦਾ, ਸੰਸਾਰ ਦਾ, ਕੀ ਕੁਝ ਵਾਪਰਦਾ ਦੁਨੀਆ 'ਚ ਕੋਈ ਪ੍ਰਭਾਵ ਨਹੀਂ। ਸੋ ਇਸ ਵਾਸਤੇ ਉਹ ਇੱਕ ਸੰਤ ਦੀ ਅਵਸਥਾ ਹੈ ਰੱਬ ਦੇ ਪਿਆਰਿਆਂ ਦੀ। ਸਤਿਗੁਰੂ ਤੇ ਬਹੁਤ ਹੀ ਉੱਚੇ ਨੇ ਨਾ। ਰੱਬ ਦੇ ਸੰਤ ਵੀ ਇਸ ਅਵਸਥਾ 'ਚ ਵਿਚਰਦੇ ਨੇ। ਹਰਖ ਸੋਗ ਦੂਹੂ ਤੇ ਮੁਕਤੇ। ਇੱਕ ਬਾਬਾ ਬੁੱਢਾ ਜੀ ਦੀ ਬੰਸ ਵਿੱਚੋਂ ਹੋਏ ਨੇ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਨੂੰ ਗੁਰਗੱਦੀ ਦਾ ਤਿਲਕ ਲਾਇਆ ਸੀ, ਭਾਈ ਰਾਮ ਕੋਇਰ ਜੀ। ਫਿਰ ਅੰਮ੍ਰਿਤ ਛਕਿਆ ਤੇ ਗੁਰਬਖਸ਼ ਸਿੰਘ ਨਾਮ ਪਿਆ ਉਹਨਾਂ ਦਾ। ਕਲਗੀਧਰ ਪਾਤਸ਼ਾਹ ਨੇ ਰੱਖਿਆ ਨਾਮ ਗੁਰਬਖਸ਼ ਸਿੰਘ। ਕਲਗੀਧਰ ਪਾਤਸ਼ਾਹ ਤੋਂ ਕੁਝ ਵਰੇ ਵੱਡੇ ਸਨ ਉਮਰ ਕਰਕੇ ਵੀ ਉਹ, ਤੇ ਬੜੀ ਉੱਚੀ ਅਵਸਥਾ ਵਾਲੇ ਸਨ, ਬ੍ਰਹਮ ਗਿਆਨੀ, ਵਿਦੇ ਮੁਕਤ ਕਿਹਾ ਜਾਂਦਾ। ਇਤਿਹਾਸ ਵਿੱਚ ਉਹਨਾਂ ਦਾ ਨਾਮ ਲਿਖਿਆ। ਤੇ ਰਮਦਾਸ ਨਗਰ ਵਿੱਚ ਉਹ ਰਿਹਾ ਕਰਦੇ ਸੀ। ਬਾਬਾ ਬੁੱਢਾ ਜੀ ਦਾ ਜਿੱਥੇ ਅੰਤਮ ਸੰਸਕਾਰ ਹੋਇਆ ਰਮਦਾਸ ਨਗਰ, ਉੱਥੇ ਉਹਨਾਂ ਦੀ ਰਿਹਾਇਸ਼ ਸੀ। ਤੇ ਬਹੁਤ ਚੜ੍ਹਤ ਚੜ੍ਹਾਵਾ, ਅਜੇ ਵੀ ਬੜੀ ਜ਼ਮੀਨ ਉਸ ਸਥਾਨ ਦੇ ਨਾਮ ਹੈ। ਬਹੁਤ ਭੇਟਾਵਾਂ ਆਉਂਦੀਆਂ ਸਨ ਪਰ ਉਹਨਾਂ 'ਤੇ ਕੋਈ ਅਸਰ ਨਹੀਂ। ਤੇ ਲਾਹੌਰ ਤੋਂ ਕੁਝ ਸਰਕਾਰੀ ਅਹਿਲਕਾਰ ਆਏ ਤੇ ਉਹਨਾਂ ਦੇ ਡੇਰੇ ਤੋਂ ਸਭ ਕੁਝ ਲੁੱਟ ਕੇ ਲੈ ਗਏ। ਤੇ ਜਿਹੜਾ ਸੂਬੇਦਾਰ ਸੀ ਲਾਹੌਰ ਦਾ, ਸੂਬਾ ਕਹਿ ਦਿੰਦੇ ਨੇ ਜਿਹਨੂੰ, ਉਹਨੂੰ ਪਤਾ ਲੱਗਾ ਵੀ ਉਹਦੇ ਬੜੇ ਵੱਡੇ ਕਰਨੀ ਵਾਲੇ ਨੇ, ਜੋ ਉਹਨਾਂ ਦੇ ਮੁੱਖ ਤੋਂ ਵਚਨ ਨਿਕਲਿਆ ਉਹ ਪੂਰਾ ਹੋਣਾ। ਉਹ ਵਾਹੋਦਾਈ ਘੋੜੇ 'ਤੇ ਸਵਾਰ ਹੋ ਕੇ ਕੁਝ ਨਾਲ ਸਿਪਾਹੀ ਲੈ ਕੇ ਪਹੁੰਚਾ, ਉਹਨਾਂ ਦੇ ਚਰਨਾਂ 'ਚ ਡਿੱਗ ਪਿਆ ਆ ਕੇ ਵੀ ਮਹਾਂਪੁਰਸ਼ੋ, ਮੇਰੇ ਅਹਿਲਕਾਰਾਂ ਨੇ ਅਵੱਗਿਆ ਕੀਤੀ ਆ, ਤੁਹਾਡੇ ਡੇਰੇ ਤੋਂ ਸਭ ਕੁਝ ਲੁੱਟ ਕੇ ਲੈ ਗਏ। ਜੋ ਕੁਛ ਵੀ ਲੈ ਕੇ ਗਏ ਹਨ ਮੈਨੂੰ ਦੱਸੋ, ਪਾਈ ਪਾਈ ਵਾਪਸ ਮੋੜਾਂਗਾ। ਆਪਣੇ ਵੱਲੋਂ ਕਾਫੀ ਭੇਟਾ ਵੀ ਕਰਕੇ ਜਾਵਾਂਗਾ, ਮਾਇਆ ਸੋਨਾ ਚਾਂਦੀ, ਤੇ ਕੋਈ ਵਚਨ ਨਾ ਕਰ ਦਿਓ, ਮੇਰਾ ਕਸੂਰ ਕੋਈ ਨਹੀਂ। ਦੱਸੋ ਕੀ ਕੀ ਲੈ ਕੇ ਗਏ ਨੇ। ਤੇ ਉਸ ਮਹਾਂਪੁਰਸ਼ ਨੇ ਆਪਣਾ ਚਿਹਰਾ ਉੱਪਰ ਚੱਕਿਆ ਤੇ ਵੇਖਿਆ ਸਾਹਮਣੇ। ਕਹਿਣ ਲੱਗੇ ਇੱਥੇ ਕਬੂਤਰਾਂ ਦੇ ਬੈਠਣ ਵਾਲੇ ਅੱਡੇ ਅਤੇ ਬਾਜਾਂ ਦੀਆਂ ਰੇਸ਼ਮੀ ਡੋਰਾਂ ਸਨ, ਹੋਰ ਤੇ ਸਾਡਾ ਨਹੀਂ ਕੁਛ ਗਿਆ। ਬਸ ਜਿੱਧਰ ਨਜ਼ਰ ਗਈ ਉਹ ਚੀਜ਼ ਵੇਖ ਕੇ ਦੱਸੀ, ਹੋਰ ਕੋਈ ਖਿਆਲ ਹੀ ਨਹੀਂ ਸੀ ਵੀ ਕੀ ਕੋਈ ਲੈ ਗਿਆ, ਕੀ ਰੱਖ ਗਿਆ, ਕੋਈ ਭੇਟਾ ਕਰ ਗਿਆ, ਕੋਈ ਲੈ ਗਿਆ। ਹਰਖ ਸੋਗ ਦੂਹੂ ਤੇ ਮੁਕਤੇ, ਸੋ ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਸਵਰਨ ਤੈਸੀ ਉਸ ਮਾਟੀ। ਜੇ ਕੁਛ ਆ ਜਾਏ ਤੇ ਖੁਸ਼ੀ ਨਹੀਂ ਹੈ, ਕੁਛ ਚਲਾ ਜਾਏ ਤੇ ਗਮ ਵੀ ਨਹੀਂ ਹੈ। ਸੋਗ ਤੇ ਹਰਖ ਤੋਂ ਰਹਿਤ ਨੇ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਦੋਹਾਂ ਤੋਂ ਮੁਕਤੇ ਯਾਨੀ ਕਿ ਸੁਤੰਤਰ ਹਨ। ਦੋਹਾਂ ਦਾ ਕੋਈ ਬੰਧਨ ਨਹੀਂ, ਨਾ ਖੁਸ਼ੀ ਦਾ ਨਾ ਸੋਗ ਦਾ। ਸਦਾ ਅਲਿਪਤ ਜੋਗ ਅਰ ਜੁਗਤੇ, ਸੰਸਾਰ ਦੇ ਵਿੱਚ ਹੀ ਰਹਿੰਦੇ ਨੇ ਪਰ ਸੰਸਾਰ ਦੀ ਮਾਇਆ ਉਹਨਾਂ ਨੂੰ ਲਬੇੜਦੀ ਨਹੀਂ ਹੈ। ਅਲਿਪਤ ਹਨ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਜਿਵੇਂ ਮੁਰਗਾਈ ਦੇ ਖੰਭ ਵੀ ਜਿਹੜੇ ਨੇ ਨਾ ਉਹ ਚਿਕਨੇ ਜਿਹੇ ਹੁੰਦੇ ਨੇ, ਉਹ ਪਾਣੀ 'ਚ ਭਿੱਜਦੇ ਨਹੀਂ। ਕਮਲ ਫੁੱਲ ਜਿਹੜਾ ਉਹ ਵੀ ਨਹੀਂ ਭਿੱਜਦਾ ਪਾਣੀ 'ਚ, ਉਹਦੀਆਂ ਪੰਖੜੀਆਂ ਚਿਕਨਾਈ ਹੈ। ਇਸ ਪ੍ਰਕਾਰ ਦੁਨੀਆ ਦੇ ਪਦਾਰਥਾਂ 'ਚ ਰਹਿੰਦੇ, ਸੰਸਾਰ 'ਚ ਵਿਚਰਦੇ, ਸੰਸਾਰ ਦੇ ਵਿਕਾਰਾਂ ਵੱਲੋਂ ਅਲਿਪਤ ਹਨ, ਲਿਪਾਏਮਾਨ ਨਹੀਂ ਹੁੰਦੇ, ਲਿਬੜਦੇ ਨਹੀਂ ਹਨ। ਜੋਗ ਪਰਮਾਤਮਾ ਵਿੱਚ ਜੁੜੇ ਰਹਿੰਦੇ ਨੇ, ਅਸਲ ਜੋਗ ਕਮਾਇਆ ਹੋਇਆ ਉਹਨਾਂ ਨੇ। ਅਰ ਜੁਗਤੇ, ਤੇ ਫਿਰ ਉਹਨਾਂ ਦੇ ਜੀਵਨ ਦੀ ਜੁਗਤੀ ਬੜੀ ਅਲੌਕਿਕ ਹੈ। ਜਿਹੜਾ ਜੀਵਨ ਦਾ ਰਾਹ ਹੈ ਨਾ ਜ਼ਿੰਦਗੀ ਬਤੀਤ ਕਰਨ ਦਾ, ਉਹ ਜਿਹੜੀ ਜੁਗਤ ਹੈ ਉਸ ਜੁਗਤ ਵਿੱਚ ਉਹ ਲੱਗੇ ਹੋਏ ਨੇ। ਅਸਲ ਜੁਗਤੀ ਵਿੱਚ ਜਿਹੜੀ ਰਹੁ ਰੀਤ ਆ ਉਹਨਾਂ ਦੀ ਸੰਸਾਰ 'ਤੇ ਰਹਿਣ ਦੀ, ਉਹ ਹੋਰਨਾਂ ਨਾਲੋਂ ਵੱਖਰੀ ਹੈ। ਦਿਸਹਿ ਸਭ ਮੈਂ ਸਭ 'ਤੇ ਰਹਿਤੇ, ਸਭ ਮੈਂ ਸਾਰੇ ਸੰਸਾਰ ਦੇ ਵਿੱਚ ਹੋਰਨਾਂ ਵਾਂਗ ਹੀ ਦਿਸਦੇ ਨੇ ਤੁਰੇ ਫਿਰਦੇ, ਪਰ ਸਭ 'ਤੇ ਰਹਿਤੇ, ਸਭਨਾਂ ਦੇ ਵਿੱਚ ਵਸਦੇ ਦਿਸਦੇ ਨੇ। ਭੈਣਾਂ ਭਰਾਵਾਂ, ਮਾਤਾ ਪਿਤਾ, ਧਰਮ ਪਤਨੀ ਵੀ ਹੋਏ, ਬੱਚੇ ਵੀ ਹੋਣ, ਸੰਬੰਧੀ ਵੀ ਹੋਣ। ਬੇਸ਼ੱਕ ਜ਼ਰੂਰੀ ਨਹੀਂ ਹੈ ਕਿ ਰੱਬ ਦਾ ਸੰਤ ਭਿੰਗਮ ਹੀ ਹੋਵੇ ਤੇ ਫਿਰ ਹੀ ਸੰਤ ਆ, ਨਹੀਂ, ਗ੍ਰਸਤੀ ਵੀ ਸੰਤ ਹੋ ਸਕਦਾ।
ਸਾਰਿਆਂ ਦੇ ਵਿੱਚ ਵਿਚਰਦੇ ਤੁਰੇ ਫਿਰਦੇ ਗੱਲਬਾਤ ਕਰਦੇ ਦਿਸਦੇ ਨੇ, ਪਰ ਸਭ ਤੇ ਰਹਤੇ, ਸਭਨਾਂ ਤੋਂ ਰਹਤੇ, ਅਸੰਗ ਅਦੋਸ਼ ਨਿਰਲੇਪ ਵੱਖਰੇ ਵੀ ਨੇ। ਸਭ ਤੋਂ ਰਹਿਤ ਭਾਵ ਵੱਖਰੇ, ਵਿੱਚ ਭਿਜੇ ਹੋਏ ਨਹੀਂ, ਫਸੇ ਹੋਏ ਨਹੀਂ ਸਾਰਿਆਂ ਦੇ ਮੋਹ ਵਿੱਚ, ਯਾਨੀ ਮੋਹ ਵਿੱਚ ਨਹੀਂ ਫਸੇ ਹੋਏ, ਪਰ ਰਹਿੰਦੇ ਵਸਦੇ ਸਾਰੇ ਸੰਸਾਰ ਦੇ ਜੀਆਂ ਦੇ ਵਿੱਚ ਹੀ ਨੇ। ਧਿਆਨ ਉਹਨਾਂ ਦੀ ਬਿਰਤੀ ਸੰਸਾਰ ਦੇ ਵਿੱਚ ਨਹੀਂ ਹੈ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। ਸੰਸਾਰ ਦੀਆਂ ਗੱਲਾਂ ਬਾਤਾਂ, ਸੰਸਾਰ ਦੀ ਨਿੰਦਿਆ ਚੁਗਲੀ, ਕਿਸੇ ਨਾਲ ਲਗਾ, ਕਿਸੇ ਦੇ ਬਰਖਲਾਫ, ਜਿਹਨੂੰ ਹਰਖ ਜਿਹਾ ਕਿਹਾ ਜਾਂਦਾ, ਰਾਗ ਦਵੈਸ਼, ਇਹ ਹੈ ਨਹੀਂ ਉਹਨਾਂ ਦੇ ਅੰਦਰ। ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਤੱਕਦੇ ਨੇ ਅਤੇ ਪਾਰ ਬ੍ਰਹਮ ਦਾ ਧਿਆਨ ਧਰਦੇ ਨੇ। ਉਹ ਜਿਹੜੇ ਸੰਤ ਨੇ ਨਾ, ਉਹਨਾਂ ਦੇ ਧਿਆਨ, ਉਹਨਾਂ ਦੀ ਦ੍ਰਿਸ਼ਟੀ 'ਚ ਪਾਰ ਬ੍ਰਹਮ ਵਸਿਆ ਹੋਇਆ। ਸਾਰਿਆਂ ਦੇ ਵਿੱਚ ਰੱਬ ਦੀ ਜੋਤ ਨੂੰ ਤੱਕਦੇ ਨੇ, ਅਤੇ ਜਿਹੜਾ ਸੰਸਾਰ ਦਾ ਨਾਨਾ ਪੁਣਾ ਹੈ, ਅਨੇਕਤਾ ਹੈ, ਉਹ ਨਹੀਂ ਉਹ ਵੇਖਦੇ, ਉਹਦਾ ਧਿਆਨ ਨਹੀਂ ਧਰਦੇ। ਸੰਤਨ ਕੀ ਮਹਿਮਾ ਕਵਨ ਵਖਾਨੋ, ਜਿਹੜੀ ਰੱਬ ਦੇ ਸੰਤਾਂ ਦੀ ਮਹਿਮਾ ਹੈ ਨਾ, ਉਹ ਕਵਨ ਕਿਸ ਤਰ੍ਹਾਂ, ਕਿੰਨੀ ਕੁ ਮੈਂ ਵਖਾਨਾ ਕਥਨ ਕਰਾਂ, ਕਿਹੜੇ ਕਿਹੜੇ ਅੱਖਰ ਮੈਂ ਵਖਾਨਾ ਬਿਆਨ ਕਰਾਂ ਉਹਨਾਂ ਦੀ ਮਹਿਮਾ 'ਚ। ਕਿਉਂਕਿ ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਉਹਨਾਂ ਰੱਬ ਦੇ ਪਿਆਰਿਆਂ ਦੀ ਜਿਹੜੀ ਮਹਿਮਾ ਹੈ ਨਾ, ਉਸ ਮਹਿਮਾ ਦਾ ਜਿਹੜਾ ਬੋਧ ਹੈ, ਗਿਆਨ ਜਾਂ ਵਿਚਾਰ, ਉਹ ਬੜਾ ਅਗਾਧ ਹੈ, ਡੂੰਘਾ ਹੈ, ਅਥਾਹ ਹੈ। ਜਿਵੇਂ ਸਮੁੰਦਰ ਬੜਾ ਅਥਾਹ ਡੂੰਘਾ ਨਾ, ਇਸ ਤਰ੍ਹਾਂ ਉਹਨਾਂ ਦੀ ਮਹਿਮਾ ਦਾ ਜਿਹੜਾ ਵਚਨ ਹੈ, ਬੋਧ ਗਿਆਨ ਹੈ, ਵਿਚਾਰ ਹੈ, ਉਹ ਬਹੁਤ ਹੀ ਅਗਾਧ ਹੈ, ਬਹੁਤ ਹੀ ਡੂੰਘਾ ਹੈ, ਬਹੁਤ ਹੀ ਅਥਾਹ ਹੈ। ਕਿਛ ਮਿਤ ਨਹੀਂ ਜਾਣੋ, ਕੋਈ ਗਿਣਤੀ ਨਹੀਂ ਮੈਂ ਜਾਣਦਾ, ਕੋਈ ਹਿਸਾਬ ਕਿਤਾਬ ਅਸੀਂ ਨਹੀਂ ਜਾਣ ਸਕਦੇ ਵੀ ਉਹਨਾਂ ਦੀ ਮਹਿਮਾ ਕਿੱਡੀ ਕੁ ਵੱਡੀ ਹੈ। ਏਵੜ ਸੋਭਾ ਜਨੈ ਕੀ ਜੇਵੜ ਹਰ ਪ੍ਰਤਾਪ ਹੈ। ਜਿੱਡਾ ਵੱਡਾ ਹਰੀ ਪਰਮੇਸ਼ਰ ਦਾ ਪ੍ਰਤਾਪ ਹੈ ਨਾ, ਐਡੀ ਵੱਡੀ ਉਹਦੇ ਪਿਆਰਿਆਂ ਦੀ ਸੋਭਾ ਹੈ। ਹਜ਼ੂਰ ਕਹਿੰਦੇ ਪਾਰ ਬ੍ਰਹਮ ਮੋਹੇ ਕਿਰਪਾ ਕੀਜੈ। ਅਖੀਰ ਅਸੀਂ ਤਾਂ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ 'ਚ ਇੱਕ ਬੇਨਤੀ ਕਰਦੇ ਹਾਂ ਕਿ ਹੇ ਪਾਪਾਂ ਪੁੰਨਾਂ ਤੋਂ ਪਰੇ, ਹੇ ਸੰਸਾਰ ਦੀ ਹੱਦ ਤੋਂ ਪਰੇ ਵਾਹਿਗੁਰੂ ਬ੍ਰਹਮ ਸ਼ੁੱਧ ਸਰੂਪ ਅਕਾਲ ਪੁਰਖ ਜੀ, ਮੋਹੇ ਕਿਰਪਾ ਕੀਜੈ, ਮੇਰੇ ਉੱਪਰ ਮਹਾਰਾਜ ਕਿਰਪਾ ਕਰੋ। ਸਾਨੂੰ ਭਾਵ ਸਿੱਖਿਆ ਦੇ ਰਹੇ ਨੇ। ਧੂਰ ਸੰਤਨ ਕੀ ਨਾਨਕ ਦੀਜੈ, ਜਿਹੜੇ ਤੇਰੇ ਸੰਤ ਨੇ ਨਾ, ਤੇਰਾ ਸਵਾਸ ਸਵਾਸ ਭਜਨ ਕਰਨ ਵਾਲੇ, ਤੇਰੇ 'ਚ ਲੀਨ, ਤੇਰੇ ਦਰ 'ਤੇ ਪ੍ਰਵਾਨ ਚੜ੍ਹੇ ਹੋਏ ਸੰਤ, ਉਹਨਾਂ ਸੰਤ ਜਨਾਂ ਦੀ ਧੂੜ ਮੇਰੇ ਤਾਈਂ ਬਖਸ਼ੋ। ਆਓ ਸਾਨੂੰ ਕਹਿ ਰਹੇ ਨੇ ਕਿ ਇੰਝ ਬੇਨਤੀਆਂ ਕਰਿਆ ਕਰੋ, ਕਿਉਂਕਿ ਧੂੜੀ ਮੱਜਨ ਸਾਧ ਖੇ, ਸਾਈਂ ਥੀਏ ਕਿਰਪਾ, ਲੱਦੇ ਹੱਬੇ ਥੋਕੜੇ, ਨਾਨਕ ਹਰ ਧਨ ਮਾਲ। ਰੱਬ ਦੇ ਪਿਆਰਿਆਂ ਦੀ ਸੇਵਾ ਵਿੱਚੋਂ, ਉਹਨਾਂ ਦੀ ਪ੍ਰਸੰਨਤਾ ਵਿੱਚੋਂ ਬਹੁਤ ਕੁਛ ਪ੍ਰਾਪਤ ਹੋ ਜਾਂਦਾ। ਬੜੇ ਬੜੇ ਕਸ਼ਟ ਟਲ ਜਾਂਦੇ ਨੇ, ਬੜੇ ਵਿਖੇਪ ਦੂਰ ਹੋ ਜਾਂਦੇ ਨੇ, ਬੜੀਆਂ ਅੜਚਣਾਂ ਰੁਕਾਵਟਾਂ ਪਰੇ ਹੋ ਜਾਂਦੀਆਂ ਹਨ। ਕਿਉਂਕਿ ਤਾਂ ਹੀ ਕਿਹਾ ਨਾ, ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਰਾਮ ਪਰਮਾਤਮਾ ਦੇ ਜਿਹੜੇ ਸੰਤ ਨੇ, ਉਹ ਰੱਬ ਦਾ ਪ੍ਰੇਮ ਵਧਾਉਣ ਵਿੱਚ ਸਹਾਇਤਾ ਕਰਦੇ, ਉਹਨਾਂ ਦੀ ਸੰਗਤ ਬੜੀ ਸਹਾਈ ਹੁੰਦੀ ਹੈ। ਇਸ ਕਰਕੇ ਮਹਾਰਾਜ ਮੈਨੂੰ ਸੰਤਾਂ ਦੀ ਚਰਨ ਧੂੜੀ ਜਿਹੜੀ ਆ ਨਾ, ਉਹ ਬਖਸ਼ ਦਿਓ। ਹਜ਼ੂਰ ਨੇ ਤਾਂ ਇੱਥੋਂ ਤੱਕ ਬਚਨ ਕੀਤੇ ਨੇ, ਭਈ ਅੰਤਰਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕਉ ਕਰ ਸੰਤਨ ਕੀ ਧੂਰੇ। ਧੂੜ ਦੇਣ ਦੀ ਗੱਲ ਤਾਂ ਹੋਰ ਆ, ਕਹਿੰਦੇ ਮੈਨੂੰ ਹੀ ਉਹਨਾਂ ਦੀ ਧੂੜ ਬਣਾ ਦੇ। ਅਤੇ ਇਸ ਪ੍ਰਕਾਰ ਦੇ ਹੋਰ ਵੀ ਬੜੇ ਬਚਨ ਹਜ਼ੂਰ ਨੇ ਕੀਤੇ ਹਨ ਬਾਣੀ ਅੰਦਰ। ਜਾਤ ਕੁਲੀਨ ਸੇਵਕ ਜੇ ਹੋਏ, ਤਾਂ ਕਾ ਕਹਿਣਾ ਕਹੋ ਨਾ ਕੋਏ। ਜਿਹੜੇ ਉੱਚੀ ਕੁਲ ਵਿੱਚ ਰੱਬ ਦੇ ਸੇਵਕ ਪੈਦਾ ਹੋ ਜਾਂਦੇ, ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ। ਵਿੱਚ ਸਨਾਤੀ ਸੇਵਕ ਹੋਏ। ਸਨਾਤ ਅਤ ਨੀਵੀਂ ਜਾਤ ਨੂੰ ਕਿਹਾ ਜਾਂਦਾ। ਸਨਾਤ ਨੀਵੀਂ ਤੋਂ ਨੀਵੀਂ ਜਾਤ। ਨੀਚ ਲੋਕ ਜਿਹੜੇ ਨਾ, ਚੰਡਾਲ ਲੋਕ ਵੀ ਉਹਨਾਂ ਦੇ ਨੇੜੇ ਨਹੀਂ ਬੈਠਣਾ ਪਸੰਦ ਕਰਦੇ। ਐਸੀ ਨੀਵੀਂ ਜਾਤ ਮੰਨੀ ਹੈ, ਅਖੌਤੀ ਤੌਰ 'ਤੇ ਸੰਸਾਰੀਆਂ ਨੇ। ਪਰ ਮਹਾਰਾਜ ਕੀ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ, ਭਈ ਵਿੱਚ ਸਨਾਤੀ ਸੇਵਕ ਹੋਵੇ ਤੇਰਾ ਸੇਵਕ, ਹੈ ਵਾਹਿਗੁਰੂ ਤੇਰਾ ਭਗਤ, ਤੇਰਾ ਸਿਮਰਨ ਕਰਨ ਵਾਲਾ, ਭਾਵੇਂ ਸਨਾਤ ਜਾਤੀ 'ਚ ਹੋਏ। ਨਾਨਕ ਪਣੀਆਂ ਪਹਿਰੈ ਸੋਏ। ਮੇਰੀ ਇੱਛਾ ਵੀ ਮੈਂ ਪਣੀਆਂ ਬਣ ਜਾਵਾਂ ਜੁੱਤੀ, ਅਤੇ ਉਹ ਪਹਿਰ ਲਵੇ, ਮੈਨੂੰ ਆਪਣੇ ਪੈਰਾਂ 'ਚ ਪਾ ਕੇ ਹੰਡਾਏ। ਇਹ ਅਤਿਅੰਤ ਦਰਜੇ ਦੀ ਨਿਮਰਤਾ ਸਤਿਗੁਰੂ ਮਹਾਰਾਜ ਦੇ ਘਰ ਵਿੱਚ ਹੈ। ਸੋ ਇੱਥੇ ਵੀ ਕਿਹਾ, ਰੱਬ ਦੇ ਸੰਤਾਂ ਦੀ ਧੂੜ ਮੇਰੇ ਤਾਈਂ ਬਖਸ਼ੋ ਜੀ।
ਕਾਟੋਂ ਕਾਟ ਬਾੜ ਸਿਰ ਰਾਖੋਂ ਜਿਤ ਨਾਨਕ ਸੰਤ ਚੜ੍ਹ ਆਵੇ। ਜਿਸ ਰਸਤੇ ਤੇ ਸੰਤ ਨੇ ਘੋੜੇ ਘੋੜੀ ਆਦਿਕ ਤੇ ਸਵਾਰ ਹੋ ਕੇ ਚੜ੍ਹ ਕੇ ਆਉਣਾ ਨਾ, ਮੇਰਾ ਚਿੱਤ ਕਰਦਾ ਮੈਂ ਆਪਣਾ ਸਿਰ ਵੱਢ ਗਿਆ ਤੇ ਕੱਟ ਵੱਢ ਕੇ ਟੁਕੜੇ ਕਰ ਕਰਕੇ ਰਸਤੇ 'ਚ ਵਿਛਾ ਦਿਆਂ। ਸੋ ਰਹੋ ਵਿਚਾਰ। ਇਉਂ ਸਤਿਗੁਰੂ ਮਹਾਰਾਜ ਨੇ ਜਿੱਥੇ ਨਾਮ ਦੀ ਮਹਾਨਤਾ ਬਿਆਨ ਕੀਤੀ ਆ ਵੀ ਸਤਿਗੁਰੂ ਦੀ ਸ਼ਰਨ ਵਿੱਚੋਂ ਨਾਮ ਰੂਪੀ ਰਤਨ ਲੈ ਲੈਣਾ ਚਾਹੀਦਾ, ਪ੍ਰਾਪਤ ਕਰਨਾ ਚਾਹੀਦਾ, ਜੀਵਨ ਦਾ ਮਨੋਰਥ ਹੈ। ਅਤੇ ਜਿਨ੍ਹਾਂ ਨੇ ਉਹ ਨਾਮ ਰੂਪੀ ਰਤਨ ਪ੍ਰਾਪਤ ਕੀਤਾ ਉਹਨਾਂ ਦੀ ਕੀ ਅਵਸਥਾ ਹੈ, ਇਹ ਉਹਨਾਂ ਦੀ ਮਹਿਮਾ ਵੀ ਸਤਿਗੁਰੂ ਮਹਾਰਾਜ ਨੇ ਬਿਆਨ ਕੀਤੀ। ਹੁਣ ਅੱਗੇ ਬਚਨ ਫਰਮਾਉਂਦੇ ਨੇ, ਗੌੜੀ ਗੁਆਰ ਏਰੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੀ ਗੁਆਰ ਏਰੀ ਬਣ ਗਈ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ, ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ। ਸਖਾ ਦਾ ਅਰਥ ਹੈ ਸਹਾਇਤਾ ਕਰਨ ਵਾਲਾ, ਸਾਥੀ, ਨਾਲ ਸਾਥ ਦੇਣ ਵਾਲਾ। ਹੇ ਵਾਹਿਗੁਰੂ ਜੀ, ਤੁਸੀਂ ਹੀ ਮੇਰੇ ਸਖਾ ਹੋ, ਨਾਲ ਰਹਿ ਕੇ ਸੰਗ ਸਾਥ ਰਹਿ ਕੇ ਸਹਾਇਤਾ ਕਰਨ ਵਾਲੇ ਹੋ। ਤੂੰ ਹੀ ਮੇਰਾ ਮੀਤ, ਤੁਸੀਂ ਹੀ ਮੇਰੇ ਲੋਕ ਪਰਲੋਕ ਦੇ ਮਿੱਤਰ ਹੋ। ਤੁਸੀਂ ਹੀ ਇੱਥੇ ਇਸ ਦੁਨੀਆ ਵਿੱਚ ਸਖਾ ਹੋ, ਸਾਥੀ ਹੋ, ਸੰਗੀ ਹੋ। ਤੁਸੀਂ ਹੀ ਅਗਲੇ ਜਹਾਨ ਵਿੱਚ ਸਾਡੇ ਮਿੱਤਰ ਹੋ। ਤੂੰ ਮੇਰਾ ਪ੍ਰੀਤਮ ਤੁਮ ਸੰਗੀਤ, ਮੇਰੇ ਵਾਸਤੇ ਪ੍ਰੀਤ ਕਰਨ ਯੋਗ ਪ੍ਰੀਤਮ, ਜਿਹਦੇ ਨਾਲ ਪ੍ਰੀਤ ਕਰੀਏ ਉਹਨੂੰ ਕਹਿੰਦੇ ਨੇ ਪ੍ਰੀਤਮ। ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਆਪਣੇ ਜਨ ਸੰਗਰਾਤੇ, ਬਹੁਤ ਬਚਨ ਕੀਤੇ ਨੇ ਬਾਣੀ ਵਿੱਚ। ਤੁਸੀਂ ਮੇਰੇ ਪ੍ਰੀਤਮ ਹੋ, ਪ੍ਰੀਤ ਕਰਨ ਯੋਗ, ਜਿਨ੍ਹਾਂ ਨਾਲ ਮੇਰੀ ਪ੍ਰੀਤ ਹੈ, ਹੋਰ ਪ੍ਰੀਤ ਦੇ ਯੋਗ ਹੀ ਨਹੀਂ ਮੈਨੂੰ ਕੋਈ ਲੱਭਾ। ਤੁਮ ਸੰਗਹੀਤ, ਅਤੇ ਤੁਹਾਡੇ ਸੰਗ ਸਾਥ ਹੀ ਮੇਰਾ ਹਿੱਤ ਹੈ, ਮੇਰੇ ਮਨ ਦਾ ਲਗਾਓ ਹੈ, ਮੇਰੇ ਮਨ ਦਾ ਪ੍ਰੇਮ ਵੀ ਤੁਹਾਡੇ ਚਰਨਾਂ ਨਾਲ ਹੀ। ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ। ਹੇ ਵਾਹਿਗੁਰੂ ਜੀ, ਦੁਨੀਆਦਾਰ ਲੋਕ ਕਹਿੰਦੇ ਨੇ ਸਾਡੀ ਸੰਸਾਰ ਵਿੱਚ ਪੱਤ ਹੋਵੇ, ਇੱਜ਼ਤ ਹੋਵੇ, ਸਾਨੂੰ ਬਹੁਤੇ ਲੋਕ ਜਾਣਦੇ ਹੋਣ, ਬਹੁਤੇ ਲੋਕ ਸਾਡਾ ਸਤਿਕਾਰ ਕਰਨ, ਸਾਡਾ ਨਾਮਣਾ ਹੋਵੇ। ਅਤੇ ਮਹਾਰਾਜ ਮੈਂ ਇੱਛਾ ਨਹੀਂ ਕਰਦਾ, ਮੈਂ ਤਾਂ ਇਹ ਕਹਿੰਦਾ ਹਾਂ ਕਿ ਤੁਸੀਂ ਹੀ ਮੇਰੀ ਪੱਤ ਹੋ, ਮੇਰੀ ਇੱਜ਼ਤ ਤੁਸੀਂ ਹੋ। ਭਾਵ ਤੁਸੀਂ ਨਹੀਂ ਭੁੱਲਣੇ ਚਾਹੀਦੇ, ਤੁਸੀਂ ਮਿਲੇ ਰਹੋ, ਪ੍ਰਾਪਤ ਹੋ, ਤੁਹਾਡਾ ਨਾਮ ਮੇਰੇ ਹਿਰਦੇ 'ਚ ਹੋਵੇ। ਤੂੰ ਹੈ ਮੇਰਾ ਗਹਿਣਾ। ਫਿਰ ਲੋਕ ਆਪਣੇ ਆਪ ਨੂੰ ਸੋਹਣਾ ਬਣਾਉਣ ਵਾਸਤੇ, ਸੋਹਣਾ ਦਿਖਣ ਵਾਸਤੇ, ਆਪਣੀ ਦਿੱਖ ਸੋਹਣੀ ਬਣਾਉਣ ਵਾਸਤੇ ਗਹਿਣੇ ਧਾਰਨ ਕਰਦੇ ਨੇ। ਗਹਿਣਾ ਸਜਾਵਟ ਮੰਨਿਆ ਗਿਆ ਨਾ, ਸਾਡੇ ਸਰੀਰ ਨੂੰ ਸੋਹਣਾ ਬਣਾਉਣ 'ਚ ਸਹਾਈ ਹੁੰਦਾ ਗਹਿਣਾ, ਇਸ ਕਰਕੇ ਲੋਕ ਗਹਿਣੇ ਪਾਉਂਦੇ ਨੇ। ਪਰ ਸਤਿਗੁਰੂ ਮਹਾਰਾਜ ਨੇ ਕਿਹਾ, ਜਨ ਨਾਨਕ ਨਾਮ ਅੰਤਵਾਰ ਗਹਿਣਾ। ਅੰਤਲੇ ਸਮੇਂ ਜਿਹਨੇ ਸਹਾਇਤਾ ਕਰਨੀ ਉਹ ਤਾਂ ਵਾਹਿਗੁਰੂ ਦਾ ਨਾਮ ਹੀ ਹੈ, ਅਤੇ ਉਹੀ ਫਿਰ ਗਹਿਣਾ ਹੋਇਆ ਨਾ। ਰੱਬ ਦੇ ਸੰਤਾਂ ਦਾ ਗਹਿਣਾ ਵਾਹਿਗੁਰੂ ਦਾ ਨਾਮ ਹੀ ਹੈ। ਤੂੰ ਹੈ ਮੇਰਾ ਗਹਿਣਾ। ਇਹ ਵਾਹਿਗੁਰੂ ਤੇਰਾ ਗਿਆਨ ਮੇਰੇ ਹਿਰਦੇ ਵਿੱਚ ਆ, ਮੇਰਾ ਤੇਰੇ ਚਰਨਾਂ ਨਾਲ ਪ੍ਰੇਮ ਹੈ, ਅਤੇ ਤੂੰ ਮੇਰਾ ਗਹਿਣਾ ਰੂਪ ਹੈ। ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਹੇ ਵਾਹਿਗੁਰੂ ਜੀ, ਤੁਹਾਡੇ ਤੋਂ ਬਗੈਰ ਅੱਖ ਝਮਕਣ ਜਿੰਨਾ ਸਮਾਂ ਵੀ ਮੇਥੋਂ ਰਿਹਾ ਨਹੀਂ ਜਾਂਦਾ, ਮੈਨੂੰ ਰਹਿਣਾ ਨਹੀਂ ਆਉਂਦਾ, ਮੇਰਾ ਜੀਵਨ ਹੀ ਨਹੀਂ ਹੈ। ਤੁਹਾਡੇ ਤੋਂ ਬਗੈਰ ਤਾਂ ਨਿਮਖ ਮਾਤਰ ਵੀ ਜ਼ਿੰਦਗੀ ਨਹੀਂ ਹੈ। ਸੱਚੇ ਪਾਤਸ਼ਾਹ, ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਨ, ਤੂੰ ਮੇਰਾ ਲਾਲ ਹੈ, ਪਿਆਰਾ ਹੈ। ਲਾਲਨ ਦਾ ਅਰਥ ਹੈ ਪਿਆਰਾ। ਤੂੰ ਮੇਰਾ ਸੋਹਣਾ ਲਾਲ ਹੈ, ਪਿਆਰਾ। ਲਾਲ ਵੈਸੇ ਭਾਵੇਂ ਬੱਚੇ ਨੂੰ ਕਹਿੰਦੇ ਨੇ, ਪਰ ਲਾਲ ਪਿਆਰੇ ਨੂੰ ਕਹਿੰਦੇ ਨੇ। ਸੋ ਇਸ ਪ੍ਰਕਾਰ ਤੁਸੀਂ ਮਹਾਰਾਜ ਮੇਰੇ ਲਾਲਨ ਪਿਆਰੇ ਹੋ। ਲਾਲਨ ਰਾਵਿਆ ਕਵਨ ਗਤੀਰੀ, ਮੇਰੇ ਲਾਲਨ ਕੀ ਸੋਭਾ, ਬਹੁਤ ਵਚਨ ਬਾਣੀ ਚ ਆਏ। ਤੁਸੀਂ ਮੇਰੇ ਲਾਲਨ ਹੋ, ਲਾੜ ਲਡਾਉਣ ਵਾਲੇ, ਮੇਰੇ ਪਿਆਰੇ ਹੋ। ਤੂੰ ਮੇਰੇ ਪ੍ਰਾਣ, ਤੁਸੀਂ ਮਹਾਰਾਜ ਮੇਰੇ ਪ੍ਰਾਣ ਸਵਾਸ ਹੋ, ਮੇਰੀ ਜਿੰਦ ਦਾ ਆਸਰਾ ਰੂਪ ਹੋ। ਤੁਸੀਂ ਭੁੱਲ ਜਾਓ ਤੇ ਜੀਵਨ ਲੀਲਾ ਸਮਾਪਤ। ਤੁਸੀਂ ਅਸਲ ਵਿੱਚ ਮੇਰੇ ਪ੍ਰਾਣ ਰੂਪ ਹੋ। ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ, ਤੁਸੀਂ ਹੀ ਮੇਰੇ ਖਾਨ। ਸਰਦਾਰ ਪਠਾਣਾ ਵਿੱਚ ਸਰਦਾਰ ਦੇ ਤਾਂ ਹੀ ਖਾਨ ਕਿਹਾ ਜਾਂਦਾ, ਖਾਨ ਸਾਹਿਬ। ਤੁਸੀਂ ਸੱਚੇ ਪਾਤਸ਼ਾਹ ਮੇਰੇ ਸਰਦਾਰ ਹੋ, ਬਲਕਿ ਤੁਸੀਂ ਮੇਰੇ ਸਾਹਿਬ ਪਾਤਸ਼ਾਹ ਹੋ, ਮਾਲਕ ਹੋ, ਬਾਦਸ਼ਾਹ ਹੋ। ਰਹਾਓ, ਜਿਉ ਤੁਮ ਰੱਖੋ ਤਿਵ ਹੀ ਰਹਿਣਾ। ਅਸੀਂ ਆਪਣਾ ਆਪ ਤੁਹਾਡੇ ਅੱਗੇ ਸੁੱਟ ਦਿੱਤਾ ਜੀ, ਕੁਰਬਾਨ ਕਰ ਦਿੱਤਾ ਮਹਾਰਾਜ। ਅਸੀਂ ਆਪਣੀ ਮਰਜ਼ੀ ਨਹੀਂ, ਅਸੀਂ ਕੁਛ ਮੰਗਦੇ ਨਹੀਂ। ਜਿਵੇਂ ਵੀ ਤੁਸੀਂ ਸਾਨੂੰ ਰੱਖਦੇ ਹੋ ਉਸੇ ਤਰ੍ਹਾਂ ਹੀ ਅਸੀਂ ਰਹਿਣਾ ਹੈ। ਉਸੇ ਤਰ੍ਹਾਂ ਰਹਿਣ ਵਿੱਚ ਅਸੀਂ ਪ੍ਰਸੰਨ ਹਾਂ। ਜੋ ਤੁਮ ਕਹੋ ਸੋਈ ਮੋਹਿ ਕਰਨਾ। ਮਹਾਰਾਜ, ਜੋ ਤੁਸੀਂ ਫਰਮਾਨ ਕਰੋ, ਜੋ ਤੁਸੀਂ ਹੁਕਮ ਕਰੋ, ਉਹ ਕੁਛ ਹੀ ਮੈਂ ਕਰਨਾ ਹੈ। ਜਹ ਪੇਖੋ ਤਹਾਂ ਤੁਮ ਬਸਨਾ। ਸੱਚੇ ਪਾਤਸ਼ਾਹ, ਮੈਂ ਜਿੱਧਰ ਵੀ ਵੇਖਦਾ ਹਾਂ ਉੱਥੇ ਹੀ ਤੁਹਾਡਾ ਵਾਸਾ ਹੈ।
ਤੁਸੀਂ ਉੱਥੇ ਹੀ ਵਸਣਾ ਕਰਦੇ ਹੋ ਜਿੱਧਰ ਮੈਂ ਵੇਖਦਾ ਤੁਸੀਂ ਵਸਦੇ ਹੋਏ ਦਿਖਾਈ ਦਿੰਦੇ ਹੋ। ਕੋਈ ਐਸੀ ਜਗ੍ਹਾ ਨਹੀਂ, ਕੋਈ ਐਸਾ ਸਰੀਰ ਨਹੀਂ ਜਿੱਥੇ ਤੁਹਾਡਾ ਵਾਸਾ ਨਹੀਂ। ਨਿਰਭਉ ਨਾਮ ਜਪਉ ਤੇਰਾ ਰਸਨਾ, ਹੇ ਨਿਰਭਉ ਸਰੂਪ ਪਰਮਾਤਮਾ ਜੀ, ਆਪਣੀ ਰਸਨਾ ਦੇ ਨਾਲ ਮੈਂ ਤੁਹਾਡਾ ਨਾਮ ਜਪਦਾ। ਤੁਹਾਡਾ ਐਸਾ ਨਾਮ ਮੈਂ ਜਪਦਾ ਹਾਂ ਜਿਹੜਾ ਨਾਮ ਮੈਨੂੰ ਸਾਰੇ ਡਰਾਂ ਤੋਂ ਰਹਿਤ ਕਰ ਦੇਣ ਵਾਲਾ ਹੈ, ਜਿਸ ਨਾਮ ਦੁਆਰਾ ਡਰ ਹੀ ਕੋਈ ਨਹੀਂ ਰਹਿੰਦਾ। ਤੂੰ ਮੇਰੀ ਨਵਨਿਧ, ਤੂੰ ਭੰਡਾਰ। ਦੁਨੀਆ ਦੇ ਵਿੱਚ 9 ਖਜ਼ਾਨੇ ਮੰਨੇ ਨੇ, ਜਿਨ੍ਹਾਂ ਨੂੰ 9 ਨਿਧੀਆਂ ਕਿਹਾ ਜਾਂਦਾ। ਇਹਨਾਂ 9 ਨਿਧਾਂ ਵਿੱਚ ਸਾਰੇ ਦੁਨੀਆ ਦੇ ਸੰਸਾਰ ਦੇ ਖਜ਼ਾਨੇ ਆ ਜਾਂਦੇ। ਤੁਸੀਂ ਮੇਰੇ ਵਾਸਤੇ ਨਵ ਨਿਧੀਆਂ ਹੋ, 9 ਨਿਧੀਆਂ ਹੋ, 9 ਖਜ਼ਾਨੇ ਹੋ, ਤੂੰ ਭੰਡਾਰ। ਅਤੇ ਤੁਸੀਂ ਹੀ ਮੇਰਾ ਤੋਸ਼ਾਖਾਨਾ ਹੋ, ਭੰਡਾਰਾ ਹੋ, ਜਿੱਥੇ ਸਾਰੇ ਪਦਾਰਥ ਮਹਿੰਗੇ ਮਹਿੰਗੇ ਪਦਾਰਥ ਸੰਭਾਲੇ ਜਾਣ, ਉਹਨੂੰ ਭੰਡਾਰ ਜਾਂ ਅਨਾਜ ਦਾ ਭੰਡਾਰ, ਫਲਾਣੀ ਚੀਜ਼ ਦਾ ਭੰਡਾਰ, ਜਿੱਥੇ ਜਮ੍ਹਾਂ ਕੀਤੀ ਗਈ ਵਸਤੂ ਹੋਏ। ਸੋ ਮਹਾਰਾਜ ਮੈਨੂੰ ਹੋਰ ਭੰਡਾਰੇ ਜਮ੍ਹਾਂ ਕਰਨ ਦੀ ਲੋੜ ਨਹੀਂ, ਤੁਸੀਂ ਮੇਰਾ ਭੰਡਾਰਾ ਰੂਪ ਹੋ, ਸਮੁਦਾਹ ਹੋ, ਮੇਰਾ ਤੋਸ਼ਾਖਾਨਾ ਹੋ। ਰੰਗ ਰਸਾ ਤੂੰ ਮਨਿ ਆਧਾਰ, ਮੈਨੂੰ ਹੋਰ ਸੰਸਾਰ ਦੇ ਰੰਗ ਵੇਖਣ ਦੀ ਵੀ ਲਾਲਸਾ ਨਹੀਂ, ਹੋਰ ਰਸ ਕਸ ਭੋਗਣ ਦੀ ਵੀ ਇੱਛਾ ਨਹੀਂ। ਤੁਸੀਂ ਮੇਰੇ ਵਾਸਤੇ ਰੰਗ ਹੋ, ਰੰਗ ਪ੍ਰੇਮ ਦਾ ਨਾਮ ਵੀ ਹੈ। ਤੁਸੀਂ ਮੇਰੇ ਰੰਗ ਹੋ, ਮਨ ਦਾ ਪ੍ਰੇਮ ਹੋ, ਰਸਾ ਰਸ ਹੋ ਸੱਚੇ ਪਾਤਸ਼ਾਹ ਮੇਰੇ ਵਾਸਤੇ। ਅਤੇ ਤੁਸੀਂ ਹੀ ਮੇਰੇ ਮਨ ਦੇ ਤਾਈਂ ਆਧਾਰ ਆਸਰਾ ਦੇਣ ਵਾਲੇ ਹੋ, ਤੁਸੀਂ ਹੀ ਮਨ ਦੇ ਤਾਈਂ ਆਸਰਾ ਰੂਪ ਹੋ। ਤੂੰ ਮੇਰੀ ਸੋਭਾ ਤੁਮ ਸੰਗ ਰਚੀਆ, ਤੁਸੀਂ ਸੱਚੇ ਪਾਤਸ਼ਾਹ ਮੇਰੀ ਸੋਭਾ ਰੂਪ ਹੋ। ਔਰ ਤੁਮ ਸੰਗ ਰਚੀਆ, ਮੇਰਾ ਮਨ ਤੁਹਾਡੇ ਸੰਗ ਸਾਥ ਹੀ ਰਚਿਆ ਹੋਇਆ ਹੈ, ਰਚ ਗਿਆ, ਤਦਾਕਾਰ ਹੋ ਰਿਹਾ ਹੈ। ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ, ਤੁਸੀਂ ਮੇਰੀ ਟੇਕ ਰੂਪ ਹੋ, ਓਟ ਰੂਪ ਹੋ, ਅਤੇ ਤਕੀਆ ਸਹਾਰਾ ਆਸਰਾ ਰੂਪ ਤੁਸੀਂ ਹੋ ਸੱਚੇ ਪਾਤਸ਼ਾਹ। ਮਨ ਤਨ ਅੰਤਰ ਤੂੰ ਹੀ ਧਿਆਇਆ, ਮੈਂ ਮਨ ਅੰਦਰ ਵੀ, ਤਨ ਅੰਦਰ ਵੀ, ਇੰਦਰੀਆਂ ਅੰਦਰ ਵੀ ਤੁਹਾਡਾ ਹੀ ਧਿਆਨ ਧਰਿਆ ਜੀ। ਮਨ ਕਰਕੇ, ਇੰਦਰੀਆਂ ਕਰਕੇ ਤੁਹਾਡਾ ਹੀ ਸਿਮਰਨ ਕੀਤਾ ਸੱਚੇ ਪਾਤਸ਼ਾਹ, ਤੁਹਾਨੂੰ ਹੀ ਧਿਆਇਆ, ਸਿਮਰਿਆ, ਅਰਾਧਿਆ ਹੈ। ਮਰਮ ਤੁਮਾਰਾ ਗੁਰ ਤੇ ਪਾਇਆ, ਤੁਹਾਡਾ ਭੇਦ ਕਿ ਤੁਸੀਂ ਹਰ ਥਾਂ ਮੌਜੂਦ ਹੋ, ਇਹ ਮਰਮ, ਇਹ ਭੇਦ, ਇਹ ਗੁਰਾਂ ਦੁਆਰਾ ਮੈਂ ਪ੍ਰਾਪਤ ਕੀਤਾ ਹੈ। ਸਤਿਗੁਰ ਤੇ ਦ੍ਰਿੜਿਆ ਇੱਕ ਇੱਕ ਹੈ, ਤੁਸੀਂ ਜੋ ਪਹਿਲਾਂ ਵੀ ਇੱਕ ਸੀ, ਹੁਣ ਵੀ ਇੱਕ, ਅਤੇ ਅੱਗੇ ਨੂੰ ਵੀ ਇੱਕੋ ਇੱਕ ਰਹੋਗੇ। ਇਹ ਸਤਿਗੁਰਾਂ ਦੁਆਰਾ ਮੈਂ ਮਨ ਅੰਦਰ ਤੁਹਾਨੂੰ ਇੱਕ ਹੀ ਇੱਕ ਨੂੰ ਦ੍ਰਿੜ ਕੀਤਾ, ਇੱਕੋ ਇੱਕ ਦ੍ਰਿੜ ਕੀਤਾ ਹੈ, ਤੁਹਾਡਾ ਨਾਮ, ਤੁਹਾਡਾ ਪ੍ਰੇਮ, ਤੁਸੀਂ ਜੋ ਹਮੇਸ਼ਾ ਇੱਕ ਸਰੂਪ ਹੋ। ਨਾਨਕ ਦਾਸ ਹਰ 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 ਟੇਕੈ, ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਦਾਸ ਨੂੰ ਤੁਹਾਡੇ ਵਾਹਿਗੁਰੂ 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 ਨਾਮ ਦੀ ਹੀ ਟੇਕ ਹੈ। ਮਨ ਕਰਕੇ ਵੀ ਵਾਹਿਗੁਰੂ ਨਾਮ ਦੀ ਟੇਕ ਹੈ, ਤਨ ਕਰਕੇ ਵੀ, ਬਾਣੀ ਕਰਕੇ, ਬਚਨਾਂ ਕਰਕੇ ਵੀ ਮੈਂ ਦਾਸ ਨੇ ਇੱਕ ਤੁਹਾਡੇ ਨਾਮ ਦੀ ਹੀ ਟੇਕ ਤੱਕੀ। ਪਿੱਛੇ ਵੀ ਤੁਹਾਡੀ ਟੇਕ ਸੀ, ਹੁਣ ਵੀ ਅੱਗੇ ਨੂੰ ਵੀ ਤੁਹਾਡੀ ਹੀ ਟੇਕ ਰਹੇਗੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਗੌੜੀ ਰਾਗਣੀ ਦੀ ਗੁਆਰੇਰੀ ਵੰਨਗੀ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਬਚਨ ਫਰਮਾ ਰਹੇ ਨੇ। ਵਿਆਪਤ ਹਰਖ ਸੋਗ ਵਿਸਥਾਰ। ਪ੍ਰਸ਼ਨ ਉੱਠਦਾ ਕਿ ਮਹਾਰਾਜ ਇਹ ਸੰਸਾਰ ਦੇ ਬਾਕੀ ਲੋਕ ਕਿਉਂ ਨਹੀਂ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ? ਤਾਂ ਸਤਿਗੁਰੂ ਕਹਿੰਦੇ ਇਹਨਾਂ ਨੂੰ ਮਾਇਆ ਨੇ ਘੇਰਿਆ ਹੋਇਆ। ਕਿਸ ਰੂਪ ਵਿੱਚ ਮਾਇਆ ਨੇ ਘੇਰਿਆ ਹੋਇਆ? ਵਿਆਪਤ ਹਰਖ ਸੋਗ ਵਿਸਥਾਰ, ਜਿਹੜਾ ਖੁਸ਼ੀ ਅਤੇ ਗਮੀ ਦਾ ਖਿਲਾਰਾ ਹੈ ਸੰਸਾਰ ਦੇ ਅੰਦਰ, ਕਿਉਂਕਿ ਇਸ ਜਗਤ ਨੂੰ, ਸਰੀਰਾਂ ਨੂੰ, ਪਦਾਰਥਾਂ ਨੂੰ ਸੱਚ ਜੂ ਮੰਨ ਲਿਆ ਹੈ। ਇਸ ਕਰਕੇ ਖੁਸ਼ੀ ਅਤੇ ਗਮੀ ਦਾ ਖਿਲਾਰਾ ਹੈ ਇਹ ਸੰਸਾਰ, ਅਤੇ ਇਸ ਢੰਗ ਨਾਲ ਮਾਇਆ ਵਿਆਪ ਰਹੀ, ਆਪਣਾ ਪ੍ਰਭਾਵ ਪਾਈ ਰੱਖਦੀ। ਵਿਆਪਤ ਸੁਰਗ ਨਰਕ ਅਵਤਾਰ, ਅਤੇ ਇਸ ਤਰ੍ਹਾਂ ਹੀ ਕੁਝ ਲੋਕ ਤਾਂ ਮੰਦ ਕਰਮੀ ਨੇ, ਅਤੇ ਮੰਦ ਕਰਮਾਂ ਕਰਕੇ ਨਰਕਾਂ ਵਿੱਚ ਵਾਸਾ ਪ੍ਰਾਪਤ ਕਰਦੇ ਨੇ। ਅਤੇ ਦੂਸਰਾ, ਕੁਛ ਲੋਕ ਸਤੋਗੁਣੀ ਹਨ, ਦਾਨ ਪੁੰਨ ਆਦਿ ਕਰਦੇ ਨੇ, ਅਤੇ ਉਸ ਦਾਨ ਪੁੰਨ ਦਾ ਫਲ ਭੋਗਣ ਦੀ ਇੱਛਾ ਰੱਖਦੇ ਹਨ, ਉਹਨਾਂ ਨੂੰ ਸੁਰਗ 'ਚ ਪਹੁੰਚਾ ਦਿੰਦਾ ਪਰਮਾਤਮਾ। ਅਤੇ ਫਿਰ ਅਵਤਾਰ ਜਨਮ ਹੁੰਦਾ ਹੈ, ਲੇਖਾ ਜੋਖਾ ਭੁਗਤਣ ਲਈ, ਕਿਸੇ ਕੋਲ ਲੈਣਾ, ਕਿਸੇ ਨੂੰ ਦੇਣਾ, ਕਿਸੇ ਨੂੰ ਸੁੱਖ ਦਿੱਤਾ, ਕਿਸੇ ਨੂੰ ਦੁੱਖ ਦਿੱਤਾ, ਉਹ ਹਿਸਾਬ ਕਿਤਾਬ ਨਿਬੇੜਨ ਲਈ ਜਨਮ ਵੀ ਹੁੰਦਾ ਨੇ। ਅਤੇ ਇਸ ਤਰ੍ਹਾਂ ਇਹ ਮਾਇਆ ਵਿਆਪ ਰਹੀ ਹੈ। ਇਹ ਮਾਇਆ ਦੇ ਤਿੰਨੇ ਗੁਣ, ਮਾਇਆ ਦੇ ਵਿੱਚ ਹੀ ਇਹ ਜੀਵ ਜਿਹੜਾ ਤਿੰਨਾਂ ਗੁਣਾਂ ਤੋਂ ਬਾਹਰ ਨਹੀਂ ਨਿਕਲਿਆ, ਚੌਥੇ ਪਦ ਵਿੱਚ ਨਹੀਂ ਪਹੁੰਚਾ, ਉਦੋਂ ਤੱਕ ਮਾਇਆ ਹੀ ਵਿਆਪ ਰਹੀ ਹੈ। ਵਿਆਪਤ ਧਨ ਨਿਰਧਨ ਪੇਖ ਸੋਭਾ,
ਕਦੇ ਧਨ ਵਿੱਚ ਖਚਤ ਹੋ ਜਾਂਦਾ ਮਨੁੱਖ, ਕਦੇ ਧਨ ਕੋਲ ਨਹੀਂ ਰਹਿੰਦਾ, ਕਦੇ ਧਨ ਬਹੁਤਾ ਆ ਜਾਂਦਾ, ਧਨਾੜ ਬਣ ਜਾਂਦਾ, ਕਦੇ ਨਿਰਧਨ ਗਰੀਬ ਹੋ ਜਾਂਦਾ, ਦਾਨ ਪੁੰਨ ਨਹੀਂ ਕੀਤਾ, ਕੁਛ ਐਸੇ ਕਰਮ ਨਹੀਂ ਚੰਗੇ ਕੀਤੇ ਅਤੇ ਗਰੀਬਾਂ ਘਰ ਜਨਮ ਹੋ ਜਾਂਦਾ ਅਤੇ ਨਿਰਧਨ ਹੀ ਰਹਿੰਦਾ। ਅਤੇ ਪੇਖ ਸੋਭਾ, ਅਤੇ ਇਸ ਪ੍ਰਕਾਰ ਸੋਭਾ ਵਡਿਆਈ ਵੇਖ ਵੇਖ ਕੇ ਫੁੱਲਦਾ, ਕਈ ਵਾਰੀ ਹੰਕਾਰ ਕਰਦਾ, ਸੋਭਾ ਵੇਖਦਾ ਹੈ ਆਪਣੀ ਵੀ ਕਿੱਥੋਂ ਸੋਭਾ ਹੋਵੇਗੀ। ਇਸ ਤਰ੍ਹਾਂ ਵੀ ਮਾਇਆ ਵਿਆਪ ਰਹੀ ਹੈ, ਆਪਣਾ ਪ੍ਰਭਾਵ ਪਾ ਰਹੀ ਹੈ। ਮੂਲ ਵਿਆਧੀ ਵਿਆਪਸ ਲੋਭਾ, ਵਿਆਧੀ ਦਾ ਅਰਥ ਹੈ ਰੋਗ, ਆਦਿ ਵਿਆਧੀ ਅਤੇ ਉਪਾਧੀ, ਇਹ ਤਿੰਨ ਚੀਜ਼ਾਂ ਮੰਨੀਆਂ। ਆਦਿ ਮਨ ਦੇ ਜਿਹੜੇ ਚਿੰਤਾ ਝੋਰੇ ਹਨ, ਇਹ ਆਦਿ ਰੋਗ ਹੈ। ਆਦਿ ਰੋਗ, ਵਿਆਧ ਜਿਹੜਾ ਸਰੀਰ ਨੂੰ ਰੋਗ ਆਦਿ ਚੰਬੜ ਜਾਂਦਾ, ਅਤੇ ਉਪਾਧੀ ਇੱਕਦਮ ਉੱਪਰੋਂ ਆ ਕੇ ਕੋਈ ਐਕਸੀਡੈਂਟ, ਕੋਈ ਵੱਡਾ ਪਵਾੜਾ ਸਿਆਪਾ ਗਲ ਪੈ ਜੇ ਇੱਕਦਮ ਜਿਹੜਾ ਪਏ, ਉਹਨੂੰ ਕਹਿੰਦੇ ਨੇ ਉਪਾਧੀ। ਮੂਲ ਵਿਆਧੀ ਵਿਆਪਸ ਲੋਭਾ, ਸੋ ਇਸ ਪ੍ਰਕਾਰ ਜਿਹੜਾ ਸਾਰੀਆਂ ਵਿਆਧੀਆਂ ਦਾ, ਸਾਰਿਆਂ ਰੋਗਾਂ ਦਾ ਮੂਲ ਮੁੱਢ ਹੈ ਨਾ ਲੋਭ, ਇਹ ਜੀਵ ਨੂੰ ਚੰਬੜਿਆ ਹੋਇਆ। ਇਸ ਤਰ੍ਹਾਂ ਮਾਇਆ ਪ੍ਰਭਾਵ ਪਾ ਰਹੀ ਹੈ। ਵਿਆਪਸ ਜਾਂ ਵਿਆਪਤ ਦਾ ਅਰਥ ਹੈ ਵਿਆਪ ਰਹੀ ਹੈ, ਪ੍ਰਭਾਵ ਪਾ ਰਹੀ ਹੈ। ਇੰਝ ਮਾਇਆ ਵਿਆਪਤ ਬਹੁ ਪ੍ਰਕਾਰੀ, ਮਾਇਆ ਚੰਬੜਦੀ ਹੈ, ਮਾਇਆ ਪ੍ਰਭਾਵ ਪਾਉਂਦੀ ਬਹੁ ਪ੍ਰਕਾਰ, ਬਹੁਤ ਤਰੀਕਿਆਂ ਦੇ ਨਾਲ, ਅਨੇਕਾਂ ਤਰ੍ਹਾਂ ਦੀ ਮਾਇਆ ਜੀਵ ਦੇ ਉੱਪਰ ਵਿਆਪ ਰਹੀ ਹੈ, ਅਸਰ ਕਰ ਰਹੀ ਹੈ, ਚੰਬੜੀ ਹੋਈ। ਸੰਤ ਜੀਵ ਹੈ ਪ੍ਰਭ ਓਟ ਤੁਮਾਰੀ, ਜਿਹੜਾ ਸੰਤ ਹੈ ਇਸ ਮਾਇਆ ਤੋਂ ਕਿਵੇਂ ਬਚਦਾ ਜੀ? ਕਹਿੰਦੇ ਸੰਤ ਜੀਵ ਹੈ ਜਿਉਂਦੇ ਹਨ, ਆਤਮਿਕ ਜੀਵਨ ਜਿਉਂਦੇ ਨੇ। ਪ੍ਰਭ ਓਟ ਤੁਮਾਰੀ, ਹੇ ਵਾਹਿਗੁਰੂ ਪਰਮਾਤਮਾ ਜੀ, ਤੁਹਾਡੀ ਓਟ ਟੇਕ ਦੇ ਸਹਾਰੇ, ਵਾਹਿਗੁਰੂ ਦੀ ਓਟ ਵਿੱਚ ਪਰਮਾਤਮਾ ਦਾ ਸਿਮਰਨ ਕਰਦੇ ਹੋਏ ਆਤਮਿਕ ਜੀਵਨ ਜਿਉਂਦੇ ਹਨ, ਉਹਨਾਂ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਹੈ। ਰਹਾਓ ਵਿਆਪਤ ਅਹੰ ਬੁੱਧ ਕਾ ਮਾਤਾ, ਹੰਗਤਾ ਵਾਲੀ, ਹੰਕਾਰ ਵਾਲੀ ਬੁੱਧੀ ਦਾ ਮਾਤਾ ਮੱਤਿਆ ਹੋਇਆ ਇਹ ਜੀਵ ਜੋ ਜੀਵਨ ਬਤੀਤ ਕਰ ਰਿਹਾ। ਇਸ ਤਰ੍ਹਾਂ ਮਾਇਆ ਵਿਆਪੀ ਹੋਈ, ਚੰਬੜੀ ਹੋਈ ਹੈ, ਆਪਣਾ ਪ੍ਰਭਾਵ ਪਾ ਰਹੀ ਹੈ। ਵਿਆਪਤ ਪੁੱਤਰ ਕਲੱਤਰ ਸੰਗ ਰਾਤਾ, ਜਿਹੜਾ ਇਹ ਰੂਪ ਹੈ ਮਾਇਆ ਦਾ, ਪੁੱਤਰ ਅਤੇ ਕਲੱਤਰ ਇਸਤਰੀ ਦੇ ਸੰਗ ਪ੍ਰੇਮ ਮੋਹ ਵਿੱਚ ਰਾਤਾ ਰਤਿਆ ਹੋਇਆ, ਇੰਝ ਵੀ ਮਾਇਆ ਵਿਆਪਦੀ ਹੈ। ਵਿਆਪਤ ਹਸਤ ਘੋੜੇ ਅਰ ਬਸਤਾ, ਸੋ ਇਸ ਪ੍ਰਕਾਰ ਹਾਥੀ, ਘੋੜੇ ਅਰ ਬੌੜੋ, ਬਸਤਰ ਆਦਿਕ, ਕੱਪੜੇ ਆਦਿਕ, ਸੋ ਇਸ ਪ੍ਰਕਾਰ ਵਸਤੂਆਂ, ਅਨੇਕਾਂ ਤਰ੍ਹਾਂ ਦੀਆਂ ਵਸਤੂਆਂ, ਅਤੇ ਇਹਨਾਂ ਹਾਥੀਆਂ ਘੋੜਿਆਂ ਦੇ ਮੂੰਹ ਵਿੱਚ ਜਿਹੜਾ ਵੱਸਦਾ ਹੈ, ਹੰਕਾਰ ਵਿੱਚ ਪੈ ਕੇ ਵੱਸਦਾ ਹੈ ਵੀ ਮੇਰੇ ਕੋਲ ਹਾਥੀ ਹਨ, ਘੋੜੇ ਹਨ, ਇੰਝ ਵੀ ਇਹ ਮਾਇਆ ਹੀ ਵਿਆਪਦੀ ਹੈ। ਵਿਆਪਤ ਰੂਪ ਜੋਬਨ ਮਦ ਮਸਤਾ, ਜਿਹੜਾ ਸੋਹਣਾ ਰੂਪ ਆ ਮੇਰੇ ਸਰੀਰ 'ਤੇ, ਜੋਬਨ ਜਵਾਨੀ ਹੈ, ਜੋਬਨ ਧਨ ਪ੍ਰਭਤਾ ਕੈ ਮਦ ਮੈਂ ਅਹਨਿਸ ਰਹਿ ਦੀਵਾਨਾ, ਜਿਹੜੇ ਰਾਤ ਪਾਗਲ ਹੀ ਹੋਇਆ ਫਿਰਦਾ, ਕਹਿੰਦਾ ਜਵਾਨੀ ਜੋਬਨ ਹੈ ਮੇਰੇ 'ਤੇ, ਬਲ ਬੜਾ, ਮੇਰਾ ਰੂਪ ਬੜਾ ਸੋਹਣਾ ਹੈ। ਇਉਂ ਸਰੀਰ ਦੇ ਰੂਪ ਦਾ ਹੀ ਬੜਾ ਮਾਣ ਚੱਕੀ ਫਿਰਦਾ, ਜਵਾਨੀ ਦਾ ਮਾਣ ਚੱਕੀ ਫਿਰਦਾ। ਮਦ ਨਾਮ ਹੈ ਨਸ਼ੇ ਦਾ, ਸੋ ਨਸ਼ਿਆਂ ਵਿੱਚ ਵੀ ਸਰੀਰਕ ਤੌਰ 'ਤੇ ਪ੍ਰਤੱਖ ਵੀ ਗਲਤਾਨ ਹੁੰਦਾ ਹੈ, ਅਤੇ ਇਹ ਜਿਹੜਾ ਰੂਪ ਅਤੇ ਜੋਬਨ ਦਾ ਮਦ ਹੈ, ਨਸ਼ਾ, ਇਹਦੇ ਵਿੱਚ ਮਸਤਿਆ ਹੋਇਆ ਜਿਹੜਾ ਜੀਵ, ਇਹ ਵੀ ਮਾਇਆ ਵਿਆਪ ਰਹੀ ਹੈ। ਹੋ ਰਿਹਾ ਕਿਆ? ਵਿਆਪਤ ਭੂਮ ਰੰਕ ਅਰ ਰੰਗਾ, ਜ਼ਮੀਨ ਦਾ ਮਾਲਕ ਹਾਂ ਮੈਂ, ਕਦੇ ਜ਼ਮੀਨ ਵਾਲਾ ਬਣ ਗਿਆ, ਕਦੇ ਰੰਕ ਕੰਗਾਲ ਬਣ ਗਿਆ, ਅਰ ਬੌੜੋ ਰੰਗਾ ਅਮੀਰ, ਸੋ ਬੜੇ ਰੰਗ ਚੋਜ ਤਮਾਸ਼ੇ ਕਰਨ ਵਾਲਾ ਜਿਹੜਾ ਅਮੀਰ ਆ ਉਹ ਬਣ ਗਿਆ। ਇੰਝ ਵੀ ਮਾਇਆ ਵਿਆਪ ਰਹੀ ਹੈ, ਸਾਰਿਆਂ ਨੂੰ ਜਾਣੇ। ਭੂਮ ਮਾਲਕ ਜਿਹੜਾ ਜ਼ਮੀਨ ਦਾ, ਉਹਦੇ 'ਤੇ ਵੀ ਜਿਹੜਾ ਕੰਗਾਲ ਹੈ, ਇਹਦੇ ਕੋਲ ਹੈ ਕੁਛ ਨਹੀਂ, ਉਹਨੂੰ ਵੀ ਮਾਇਆ ਚੰਬੜੀ ਹੋਈ ਹੈ। ਜਿਹੜਾ ਬੜੇ ਦੁਨੀਆ ਵਾਲੇ ਰੰਗ ਤਮਾਸ਼ਿਆਂ 'ਚ ਗਲਤਾਨ ਹੈ, ਅਮੀਰ ਹੈ, ਉਹਨੂੰ ਵੀ ਮਾਇਆ ਚੰਬੜੀ ਹੋਈ ਹੈ, ਆਪਣਾ ਪ੍ਰਭਾਵ ਪਾਈ ਰੱਖਦੀ। ਵਿਆਪਤ ਗੀਤ ਨਾਦ ਸੁਣ ਸੰਗਾ, ਜਿਹੜੇ ਗੀਤ ਹਨ, ਨਾਦ ਸਾਜ਼ ਵੱਜਦੇ ਨੇ, ਬਾਜੇ ਗਾਜੇ, ਸੁਣ ਕੇ ਉਹਨਾਂ ਦੀ ਸੰਗਤ ਵਿੱਚ, ਗੀਤ ਨਾਦ ਸੁਣਨ ਵਿੱਚ ਰੰਗਿਆ ਹੋਇਆ, ਸੰਗ ਸਾਥ ਚੰਬੜਿਆ ਹੋਇਆ, ਜਿਹੜਾ ਉਹਦੇ ਵਿੱਚ ਮਸਤ ਹੋਇਆ ਵੀ ਮੈਂ ਗਾਣੇ ਸੁਣਨੇ ਹਨ, ਬਾਜੇ ਗਾਜੇ ਸੁਣਨੇ ਹਨ, ਇਹ ਵੀ ਮਾਇਆ ਹੀ ਵਿਆਪ ਰਹੀ ਹੈ। ਜਿਵੇਂ ਕਾਮ ਮਾਇਆ ਕੁੰਚਰ ਕੋ ਵਿਆਪੈ, ਭੁਜੰਗਮ ਭ੍ਰਿੰਗ ਮਾਇਆ ਮੈਂ ਖਾਪੇ, ਮਾਇਆ ਐਸੀ ਮੋਹਨੀ ਭਾਈ ਜੇਤੇ ਜੀਤੇ ਤੇ ਡਹਿਕਾਈ। ਮਾਇਆ ਕੇਵਲ ਪੈਸਾ ਧੇਲਾ ਨਹੀਂ ਨਾ,
ਇਹ ਸਾਰਾ ਕੁਝ ਜਿਹੜਾ ਸੰਸਾਰ ਦਾ ਸਿਲਸਿਲਾ ਗਿਣ ਰਹੇ ਨੇ ਹਜੂਰ ਪੇ ਮਾਇਆ ਹੀ। ਵਿਆਪਤ ਸੇਜ ਮਹਿਲ ਸ਼ਿਗਾਰ, ਇੰਜ ਵੀ ਮਾਇਆ ਵਿਆਪਦੀ ਚੰਬੜਦੀ ਹੈ। ਜਿਹੜਾ ਛੇਜਾਂ ਸੋਹਣੀਆਂ ਮੰਨਣ ਵਿੱਚ ਮਸਤ ਹੈ ਜੀ, ਮੇਰੀ ਛੇਜ ਮਖਮਲੀ ਚਾਹੀਦੀ ਹੈ, ਅਤੇ ਮਹਿਲ ਮਾੜੀਆਂ ਮਹੱਲ ਉੱਚੇ ਉੱਚੇ ਚਾਹੀਦੇ ਨੇ, ਅਤੇ ਸ਼ਿੰਗਾਰ ਲਾਉਣ ਨੂੰ ਚਾਹੀਦੇ ਨੇ ਵੰਨ ਸੁਵੰਨੇ। ਇਸਤਰੀਆਂ ਵੀ ਲਾਉਂਦੀਆਂ, ਬੰਦੇ ਵੀ ਬੜੇ ਸ਼ਿੰਗਾਰ ਕਰਦੇ ਨੇ, ਸਰੀਰ 'ਤੇ ਵੀ ਸੋਹਣੀਆਂ ਪੋਸ਼ਾਕਾਂ ਪਾਉਣੀਆਂ, ਸ਼ਿੰਗਾਰ ਕਰਨਾ ਹੀ, ਸਰੀਰ ਨੂੰ ਸ਼ਿੰਗਾਰਨਾ। ਸੋ ਇਸ ਪ੍ਰਕਾਰ ਵੀ ਮਾਇਆ ਚੰਬੜੀ ਹੋਈ ਹੈ। ਪੰਚ ਦੂਤ ਵਿਆਪਤ ਅੰਧਿਆਰ, ਅੰਧਿਆਰ ਜਿਹੜਾ ਅਗਿਆਨ ਹੈ, ਅਗਿਆਨ ਕਰਕੇ ਪੰਜ ਦੂਤ ਜਿਹੜੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਸ 'ਤੇ ਆਪਣਾ ਅਸਰ ਪਾਈ ਰੱਖਦੇ ਨੇ ਵੀ ਮਾਇਆ ਹੀ ਵਿਆਪ ਰਹੀ ਹੈ ਨਾ, ਮਾਇਆ ਦਾ ਹੀ ਪ੍ਰਭਾਵ ਹੈ। ਵਿਆਪਤ ਕਰਮ ਕਰੈ ਹਉ ਫਾਸਾ, ਕਰਮ ਕਰਦਾ ਅਤੇ ਹੰਗਤਾ ਕਰਦਾ, ਹੰਗਤਾ ਦੀ ਫਾਹੀ 'ਚ ਫਸਿਆ ਹੋਇਆ ਜਿਹੜਾ ਕਰਮ ਕਮਾਉਂਦਾ, ਉੱਥੇ ਵੀ ਮਾਇਆ ਹੀ ਵਿਆਪ ਰਹੀ ਹੈ। ਤੀਰਥ ਬਰਤਰ ਦਾਨ ਕਰ ਮਨ ਮੈਂ ਕਰ ਧਰੈ ਗੁਮਾਨ, ਕੋਈ ਵਿਰਲਾ ਟਾਵਾਂ ਭਗਤ ਹੈ ਜਿਹਨੂੰ ਕਰਮ ਕਰਕੇ ਹੰਗਤਾ ਨਹੀਂ ਹੈ। ਉਹ ਤਾਂ ਕਰਮ ਕਰਦਾ ਵੀ ਅਕਰਮ ਹੈ ਅਤੇ ਵਾਹਿਗੁਰੂ ਦੇ ਨਾਮ 'ਚ ਰਤਿਆ ਕੋਈ ਵਿਰਲਾ। ਬਾਕੀ ਤਾਂ ਕੋਈ ਚੰਗਾ ਕਰਮ ਕਰ ਲਓ ਉੱਥੇ ਹੰਗਤਾ, ਬਲਕਿ ਮਾੜੇ ਕਰਮ ਕਰਕੇ ਵੀ, ਚਲਾਕੀਆਂ ਕਰਕੇ ਵੀ ਹੰਗਤਾ ਬੜੀ ਕਰਦਾ, ਮੈਂ ਚਤਰ ਚਲਾਕ ਬੜਾ। ਸੁਰਹੁ ਵਿਚਾਰ ਹਜੂਰ ਕਹਿੰਦੇ ਨੇ, ਹੰਗਤਾ ਦੀ ਫਾਹੀ 'ਚ ਫਸਿਆ ਹੋਇਆ ਕਰਮ ਕਮਾਉਂਦਾ ਵੀ ਮਾਇਆ ਹੀ ਵਿਆਪ ਰਹੀ, ਆਪਣਾ ਪ੍ਰਭਾਵ ਪਾ ਰਹੀ, ਚੰਬੜ ਰਹੀ ਆ, ਅਸਰ ਪਾਈ ਰੱਖਦੀ। ਵਿਆਪਤ ਗ੍ਰਸਤ ਵਿਆਪਤ ਉਦਾਸਾ, ਜੇ ਗ੍ਰਸਤ ਵਿੱਚ ਰਹਿੰਦਾ ਤਾਂ ਵੀ ਮਾਇਆ ਚੰਬੜਦੀ ਹੈ। ਜੇ ਉਦਾਸ ਹੋ ਗਿਆ ਨਾ, ਘਰ ਬਾਰ ਛੱਡ ਕੇ ਜੰਗਲਾਂ ਚਲਾ ਗਿਆ, ਮਤ ਸਮਝੋ ਵੀ ਸਰੀਰਕ ਤੌਰ 'ਤੇ ਉਦਾਸੀ ਆ, ਤਿਆਗ ਗਿਆ ਦੁਨੀਆ 'ਤੇ ਬਚਿਆ ਹੋਵੇਗਾ, ਹੋ ਸਕਦਾ ਫਸਿਆ ਹੋਇਆ ਹੋਵੇ। ਇੱਕ ਦੋ ਉਦਾਹਰਨਾਂ ਇਸ ਸੰਬੰਧ ਵਿੱਚ। ਬਿਆਸ ਰਿਸ਼ੀ ਦਾ ਪੁੱਤ ਸੀ ਸੁਖਦੇਵ ਮੁਨੀ, ਅਤੇ ਉਹਨੇ ਜੰਗਲ 'ਚ ਤਪੱਸਿਆ ਕੀਤੀ ਪਰ ਮਨ ਸ਼ਾਂਤ ਨਾ ਹੋਇਆ। ਆਪਣੇ ਪਿਤਾ ਨੂੰ ਆ ਕੇ ਪੁੱਛਿਆ ਤਾਂ ਪਿਤਾ ਜੀ ਕਹਿਣ ਲੱਗੇ ਵੀ ਰਾਜਾ ਜਨਕ ਵਧੇ ਮੁਕਤ ਬ੍ਰਹਮ ਗਿਆਨੀ ਹੈ, ਉਹਨੂੰ ਗੁਰੂ ਧਾਰਨ ਕਰ, ਜੋ ਕਵੇ ਉਹ ਕਮਾ ਅਤੇ ਫਿਰ ਮਨ ਨੂੰ ਸ਼ਾਂਤੀ ਆਉਣੀ। ਕਹਿਣ ਲੱਗਾ ਉਹ ਸੋਨੇ ਦੇ ਸਿੰਘਾਸਣ 'ਤੇ ਬਿਰਾਜਦਾ ਹੈ, ਰਾਣੀਆਂ ਹਨ, ਨੌਕਰ ਚੌਕਰ ਹਨ, ਚਾਕਰ ਹਨ, ਫੌਜਾਂ ਹਨ, ਖਜ਼ਾਨਾ ਹੈ, ਰਾਜ ਕਰਦਾ, ਦੁਨੀਆ ਦੇ ਰੰਗ ਵਿੱਚ ਮਸਤਿਆ ਹੋਇਆ, ਉਹਦੇ ਚਰਨੀ ਲੱਗਾ ਮੈਂ ਐਡਾ ਤਿਆਗੀ ਜੰਗਲ 'ਚ ਰਹਿਣ ਵਾਲਾ। ਅਤੇ ਫਿਰ ਭੱਜ ਗਿਆ, ਹੰਗਤਾ 'ਚ ਆਇਆ, ਉੱਥੇ ਫਿਰ ਤਪੱਸਿਆ ਕੀਤੀ, ਫਿਰ ਨਹੀਂ ਮਨ ਸ਼ਾਂਤ ਹੋਇਆ, ਪਿਤਾ ਕੋਲ ਆਇਆ। ਇੰਝ ਕਹਿੰਦੇ ਨੇ 3 ਵਾਰੀ ਹੋਇਆ, ਕਈ ਸਾਲ ਤਪੱਸਿਆ ਕੀਤੀ ਅਤੇ ਨਹੀਂ ਗੱਲ ਬਣੀ। ਫਿਰ ਆਖਰ ਕਹਿਣ ਲੱਗਾ ਪਿਤਾ ਦਾ ਬਚਨ ਮੰਨ ਕੇ ਵੇਖਦਾ। ਫਿਰ ਰਾਜਾ ਜਨਕ ਜੀ ਦੇ ਦਰਬਾਰ 'ਚ ਜਦੋਂ ਗਿਆ ਸੀ ਤਾਂ ਕਹਿੰਦੇ ਉਹਨਾਂ ਅੱਗ ਲਵਾਤੀ ਸੀ 4 ਚੁਫੇਰੇ। ਪਹਿਲਾਂ ਤਾਂ ਇੰਝ ਵੀ ਇੱਕ ਲੱਤ ਨੂੰ ਬੀਬੀਆਂ ਘੁੱਟ ਰਹੀਆਂ ਸੀ ਅਤੇ ਇੱਕ ਕੋਲਿਆਂ ਦੀ ਅੰਗੀਠੀ 'ਚ ਰੱਖੀ ਹੋਈ ਸੀ। ਜਣਾਇਆ ਸੀ ਵੀ ਜਿਹੜੀ ਲੱਤ ਕੋਲਿਆਂ ਦੀ ਅੰਗੀਠੀ ਵਿੱਚ ਆ, ਇਹਦਾ ਦੁੱਖ ਮੈਨੂੰ ਮਹਿਸੂਸ ਨਹੀਂ ਹੁੰਦਾ, ਜਿਹੜੀ ਲੱਤ ਨੂੰ ਇਹ ਬੀਬੀਆਂ ਘੁੱਟ ਰਹੀਆਂ ਇਹ ਮੈਂ ਸੁੱਖ ਨਹੀਂ ਲੈ ਰਿਹਾ, ਇਹਨਾਂ ਦੁੱਖ ਸੁੱਖ ਤੋਂ ਉੱਪਰ ਹਾਂ। ਅਤੇ ਫਿਰ ਵੀ ਨਾ ਸਮਝਿਆ, ਫਿਰ ਉਹਨੇ ਅੱਗ ਲਵਾਤੀ ਅਤੇ ਇਹ ਅੱਗੇ ਤੁਰਿਆ ਜਾਂਦਾ ਸੀ, ਅੱਗ ਲੱਗੀ ਵੇਖੀ ਪਿਛਾਂਹ ਨੂੰ ਦੌੜਿਆ। ਅਤੇ ਜਦੋਂ ਰਾਜਾ ਜਨਕ ਜੀ ਬਾਹਰ ਆਏ ਕਹਿਣ ਲੱਗੇ ਵੀ ਰਿਸ਼ੀ ਜੀ ਤੁਸੀਂ ਆਏ ਸੀ ਅਤੇ ਫਿਰ ਬਾਹਰ ਨੂੰ ਕਿਉਂ ਦੌੜੇ? ਕਹਿਣ ਲੱਗੇ ਅੱਗ ਲੱਗੀ ਹੋਈ ਸੀ। ਕਹਿੰਦੇ ਤੁਹਾਡਾ ਕੀ ਸੜ ਜਾਣਾ ਸੀ? ਕਹਿੰਦੇ ਆ ਪਾਣੀ ਪੀਣ ਵਾਲੀ ਤੂੰਬੀ ਅਤੇ ਧੂਣੇ ਦੀ ਸਵਾਹ ਇਕੱਠੀ ਕਰਨ ਵਾਲੀ ਫੌੜੀ ਅਤੇ ਇੱਕ ਆ ਮੇਰੀ ਗੋਦੜੀ, ਹੋਰ ਤਾਂ ਮੇਰੀ ਚੀਜ਼ ਹੈ ਕੋਈ ਨਹੀਂ। ਕਹਿੰਦੇ ਫਿਰ ਮਾਇਆ 'ਚ ਤੁਸੀਂ ਫਸੇ ਹੋਏ ਕਿ ਮੈਂ? ਇਹ ਲੱਖਾਂ ਦੇ ਮਹੱਲ ਨੇ, ਮੈਂ ਰੌਲਾ ਰੱਪਾ ਨਹੀਂ ਪਾਇਆ। ਲੰਬੀ ਚੌੜੀ ਸਾਖੀ ਹੈ ਵੀ ਪਹਿਲਾਂ ਕਹਿੰਦੇ ਸੀ ਅੱਗ ਦੂਰ ਆ, ਫਿਰ ਨੇੜੇ, ਪਰ ਉਹਦੇ 'ਤੇ ਕੋਈ ਅਸਰ ਨਹੀਂ ਸੀ। ਬ੍ਰਹਮ ਚਰਚਾ ਕਹਿੰਦੇ ਕਰ ਰਹੇ ਸੀ, ਵੀ ਵਿਦਵਾਨਾਂ ਲਿਖਿਆ ਵੀ ਬ੍ਰਹਮ ਦੀ ਚਰਚਾ ਇਹਦੇ ਤੋਂ ਸੁਣ ਰਹੇ ਸੀ। ਇਹਦਾ ਧਿਆਨ ਉਥਾਨ ਹੋ ਗਿਆ ਸੀ, ਟਿਕਦਾ ਨਹੀਂ ਸੀ। ਪਰ ਰਾਜਾ ਜਨਕ ਜੀ ਕਹਿੰਦੇ ਰੱਬ ਦੀ ਗੱਲ ਸੁਣਾਓ, ਕੋਈ ਗੱਲ ਨਹੀਂ, ਜੋ ਹੁੰਦਾ ਆਉਣ ਦਿਓ। ਪਰ ਮਹਿਲਕਾਰਾਂ ਨੇ ਕਿਹਾ ਸੀ ਮਹਿਲਾਂ ਤੱਕ ਅੱਗ ਪਹੁੰਚ ਗਈ, ਬਿਲਕੁਲ ਤੁਹਾਡੇ ਸਿੰਘਾਸਣ ਤੱਕ ਆਉਣ ਵਾਲੀ ਹੈ। ਉਹ ਕਹਿੰਦੇ ਕੁਛ ਨਹੀਂ ਹੁੰਦਾ, ਆਉਣ ਦਿਓ। ਪਰ ਇਹ ਦੌੜਿਆ ਸੀ ਅਤੇ ਫਿਰ ਚਰਨੀ ਡਿੱਗ ਪਿਆ ਜੀ, ਉਪਦੇਸ਼ ਦਿਓ। ਕਹਿਣ ਲੱਗੇ ਏਡੀ ਛੇਤੀ ਉਪਦੇਸ਼ ਤੇਰੇ ਅੰਦਰ ਨਹੀਂ ਠਹਿਰੇਗਾ। ਕਹਿਣ ਲੱਗਾ ਜੀ ਫਿਰ ਜੋ ਤੁਸੀਂ ਕਹੋ। ਕਹਿੰਦੇ ਇੱਥੇ ਰੋਜ਼ ਸਤਸੰਗ ਹੁੰਦਾ ਅਤੇ ਸੇਵਾ ਕਰਿਆ ਕਰ। ਔਰ ਫਿਰ ਇਹ ਵੀ ਕਿਹਾ ਨੀਵੇਂ ਥਾਂ ਖਿਲਾਰਤਾ, ਅਤੇ ਜਿੰਨੇ ਸਤਸੰਗੀ ਲੋਕ ਸੀ ਉਹਨਾਂ ਨੂੰ ਭੋਜਨ ਵੀ ਛਕਾਇਆ ਜਾਂਦਾ ਸੀ। ਜਿਵੇਂ ਹੁਣ ਗੁਰਦੁਆਰਿਆਂ 'ਚ ਅਸੀਂ ਲੰਗਰ ਪਕਾਉਂਦੇ ਛਕਾਉਂਦੇ ਹਾਂ, ਕੋਈ ਛਕਦੇ ਨੇ ਕੋਈ ਛਕਾਉਂਦੇ ਨੇ, ਸਤਸੰਗੀਆਂ ਵਾਸਤੇ ਲੰਗਰ ਹੁੰਦਾ। ਉਹ ਜੂਠੀਆਂ ਪੱਤਲਾਂ ਅਤੇ ਸੰਗਤ ਦੀ ਜੂਠ ਇਹਦੇ ਸਿਰ ਵਿੱਚ ਸੁਟਾਉਂਦੇ ਸੀ ਰਾਜਾ ਜਨਕ ਜੀ। ਅਤੇ 6 ਮਹੀਨੇ ਕਹਿੰਦੇ ਇੰਜ ਰੋਜ਼ ਹੋਇਆ। ਜਦੋਂ ਫਿਰ ਵੀ ਇਹਦਾ ਮਨ ਨਹੀਂ ਸੀ ਡੋਲਿਆ, ਹੰਕਾਰ ਛੱਡ ਕੇ ਨਿਮਰਤਾ 'ਚ ਆ ਕੇ
ਇਹ ਤਹਈਆ ਕਰ ਲਿਆ ਸੀ ਕਿ ਇਸ ਮਹਾਂਪੁਰਸ਼ ਸੰਤ ਦੇ ਕੋਲੋਂ ਮੈਂ ਗਿਆਨ ਪ੍ਰਾਪਤ ਕਰਨਾ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ, ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੂਆ ਤਿਲ ਨਾ ਡੁਲਾਵੇ। ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇ। ਗੁਰੂ ਰਾਜਾ ਜਨਕ ਜੀ ਸਿੰਘਾਸਣ ਤੇ ਬਿਰਾਜਦੇ ਨੇ। 9 ਮੁਨੀ, ਇਹਨਾਂ ਨੂੰ ਰਿਸ਼ੀ ਮੁਨੀ ਆਪਾਂ ਕਹਿ ਦਿੰਦੇ ਹਾਂ, ਮੰਨਣਸ਼ੀਲ ਮਹਾਤਮਾ, ਉਹ ਉਹਨਾਂ ਦੀ ਚਰਨ ਧੂੜੀ ਮੱਥੇ ਨੂੰ ਲਾਉਂਦੇ ਨੇ। ਪਰ ਰਾਜਾ ਜਨਕ ਜੀ ਰਾਜਾ ਸਨ, ਕਿਉਂਕਿ ਬ੍ਰਹਮ ਗਿਆਨੀ ਸਨ, ਸੰਤ ਸਨ। ਅਤੇ ਰਾਜ ਭਾਗ ਤਾਂ ਇੱਕ ਸੇਵਾ ਸੀ ਉਹਦੇ ਵਾਸਤੇ, ਉੱਪਰੋਂ ਹੀ ਸੀ, ਉਹਦਾ ਕੋਈ ਲਗਾਅ ਨਹੀਂ ਸੀ। ਇਸੇ ਤਰ੍ਹਾਂ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਗਏ ਰਾਏਪੁਰ, ਛੱਤੀਸਗੜ੍ਹ 'ਚ ਪੈਂਦਾ ਰਾਏਪੁਰ, ਭਲਈ ਦੇ ਨੇੜੇ। ਅਤੇ ਉੱਥੇ ਬਹੁਤ ਦੁਨੀਆ ਆਪ ਜੀ ਕੋਲ ਆਉਣ ਲੱਗੀ, ਮਹਿਮਾ ਸੀ ਆਪ ਜੀ ਦੀ। ਅਤੇ ਇੱਕ ਦੇਵਪੁਰੀ ਨਾਂ ਦਾ ਤਿਆਗੀ ਸੰਤ ਸੀ ਜੋ ਜੰਗਲ 'ਚ ਰਹਿੰਦਾ ਸੀ ਅਤੇ ਕੰਬਲੀ ਜੀ ਦੀ ਬੁੱਕਲ ਮਾਰ ਕੇ ਰੱਖਦਾ ਸੀ। ਉਹ ਵੀ ਮਹਾਂਪੁਰਸ਼ਾਂ ਦੀ ਮਹਿਮਾ ਸੁਣ ਕੇ ਆਇਆ ਅਤੇ ਜਿੱਥੇ ਉਹ ਬੈਠੇ ਸਨ, ਜਦੋਂ ਉੱਥੇ ਅੰਦਰ ਵੜਿਆ ਅਤੇ ਸੰਤਾਂ ਦੇ ਸਰੀਰ ਦੇ ਉੱਪਰ ਇੱਕ ਬੁੱਕਲ ਮਾਰੀ ਹੋਈ ਸੀ ਲੋਈ ਦੀ, ਕਾਲੀ ਲੋਈ ਸੀ, ਕੰਬਲੀ ਸੀ। ਪਟਿਆਲੇ ਵਾਲੇ ਰਾਜਿਆਂ ਨੇ ਉਹ ਲੋਈ ਭੇਟਾ ਕੀਤੀ ਸੀ। ਅਤੇ ਉਹਨੇ ਮਨ 'ਚ ਫੁਰਨਾ ਕਰ ਲਿਆ ਕਿਤੇ ਵੀ ਸੰਤ ਤਾਂ ਕੱਪੜੇ ਪਾਉਂਦੇ ਹੀ ਨੇ, ਮੈਂ ਸਿਰਫ ਕੰਬਲੀ ਲੈਣਾ ਅਤੇ ਇਹ ਕੰਬਲੀ ਮੈਨੂੰ ਦੇ ਦੇਣ। ਅਤੇ ਨੇੜੇ ਪਹੁੰਚ ਗਿਆ, ਸੰਤਾਂ ਨੇ ਸਤਿਕਾਰ ਨਾਲ ਬਿਠਾਇਆ। ਮਹਾਂਪੁਰਸ਼ਾਂ ਦੀ ਨਿਮਰਤਾ ਸੀ, ਬੜੇ ਆਦਰ ਨਾਲ, ਆਓ ਜੀ ਮਹਾਤਮਾ ਜੀ ਬੈਠੋ, ਕੋਈ ਸੇਵਾ ਕਰੀਏ। ਅਤੇ ਕਹਿਣ ਲੱਗਾ ਜੀ ਨਹੀਂ, ਕੁਝ ਬਚਨ ਕਰਨਾ ਆਪ ਜੀ ਨਾਲ। ਕਹਿੰਦੇ ਕਰੋ। ਤਾਂ ਨੇ ਕਿਹਾ ਸੀ ਜੀ ਅਸੀਂ ਜੰਗਲ 'ਚ ਰਹਿੰਦੇ ਹਾਂ, ਤਾਂ ਵੀ ਮਾਇਆ ਕਿਸੇ ਨਾ ਕਿਸੇ ਰੂਪ 'ਚ ਚੰਬੜੀ ਹੋਈ ਹੈ, ਪਿੱਛਾ ਨਹੀਂ ਛੱਡਦੀ। ਅਤੇ ਤੁਸੀਂ ਸੰਸਾਰ ਦੇ ਵਿੱਚ ਰਹਿੰਦੇ ਹੋ, ਇੰਨੀ ਦੁਨੀਆ ਤੁਹਾਡੇ ਪਾਸ ਆਉਂਦੀ ਹੈ, ਤੁਸੀਂ ਮਾਇਆ ਤੋਂ ਬਚੇ ਕਿਵੇਂ ਹੋਏ? ਮਾਇਆ ਵਿੱਚ ਕਿਵੇਂ ਤੁਸੀਂ ਨਿਰਲੇਪ ਰਹਿੰਦੇ ਹੋ? ਮਾਇਆ ਤੋਂ ਉਦਾਸ ਕਿਵੇਂ ਹੋ? ਮਾਇਆ ਤੋਂ ਉਦਾਸ ਹੁੰਦਾ ਸੰਤ। ਅਤੇ ਮਹਾਂਪੁਰਸ਼ਾਂ ਨੇ ਆਪਣੀ ਕੰਬਲੀ ਲਾਹ ਕੇ ਉਹਦੇ ਉੱਤੇ ਦੇ ਦਿੱਤੀ। ਕਹਿਣ ਲੱਗੇ ਜਿਵੇਂ ਇਹ ਤਿਆਗੀ ਹੈ। ਕਹਿਣ ਲੱਗਾ ਨਹੀਂ ਜੀ, ਤੁਹਾਨੂੰ ਸ਼ੋਭਦੀ ਹੈ, ਤੁਸੀਂ ਆਪਣੇ ਕੋਲ ਰੱਖੋ। ਫਿਰ ਥੋੜ੍ਹਾ ਜਿਹਾ ਵੀਰ ਰਸ ਵਿੱਚ ਆ ਕੇ ਕਹਿੰਦੇ ਸਾਦਾ ਫਿਰ ਫੁਰਨਾ ਨਹੀਂ ਸੀ ਕਰਨਾ, ਪਹਿਲਾਂ ਆਪ ਹੀ ਫੁਰਨਾ ਕੀਤਾ ਅਤੇ ਸੰਸਾਰੀਆਂ ਵਾਂਗ ਅੰਦਰ ਕੁਝ ਹੋਰ ਆ, ਬਾਹਰੋਂ ਤਿਆਗ ਵਿਖਾ ਰਿਹਾ ਵੀ ਨਹੀਂ ਜੀ ਤੁਸੀਂ ਰੱਖੋ। ਨਹੀਂ, ਜੇ ਫੁਰਨਾ ਇੱਛਾ ਕੀਤੀ ਤਾਂ ਲੈ ਲੈ ਕੰਬਲੀ। ਅਤੇ ਅਸੀਂ ਇਸ ਕੰਬਲੀ ਜਾਂ ਕਿਸੇ ਚੀਜ਼ ਵਿੱਚ ਫਸੇ ਹੋਏ ਨਹੀਂ, ਵਾਹਿਗੁਰੂ ਦੀ ਕਿਰਪਾ ਹੈ। ਸੋ ਇਸ ਪ੍ਰਕਾਰ ਇੱਕ ਸੰਸਾਰ ਦੇ ਵਿੱਚ ਵੱਸਦਾ ਹੈ, ਹੋ ਸਕਦਾ ਗ੍ਰਸਤੀ ਹੋ ਕੇ ਵੀ ਤਿਆਗੀ ਹੋਵੇ, ਇੱਕ ਤਿਆਗੀ ਖਵਾ ਕੇ ਵੀ ਤਿਆਗੀ ਨਾ ਹੋਵੇ। ਜਿਵੇਂ ਦਸਮ ਪਾਤਸ਼ਾਹ ਦੇ ਦਰਬਾਰ 'ਚ ਇੱਕ ਰੋਡਾ ਜਲਾਲੀ ਫਕੀਰ ਆਇਆ, ਰੋਡਾ ਜਲਾਲੀ ਕਹਾਉਂਦਾ ਸੀ ਉਹ। ਅਤੇ ਉਹਨੇ ਅਸਲ ਵਿੱਚ ਗੁਰੂ ਕੇ ਦਰਬਾਰ 'ਚ ਆਉਣ ਤੋਂ ਪਹਿਲਾਂ, ਜਿੱਥੇ ਸ਼ਹੀਦੀ ਬਾਗ ਅੱਜ ਕੱਲ੍ਹ ਸਥਾਨ ਹੈ ਨਾ, ਆਨੰਦਗੜ੍ਹ ਸਾਹਿਬ ਕਿਲ੍ਹੇ ਦੇ ਐਨ ਸਾਹਮਣੇ, ਉੱਥੇ ਗੁਰੂ ਕਾ ਬਾਗ ਹੁੰਦਾ ਸੀ ਅਤੇ ਭਾਈ ਕੇਸਰਾ ਸਿੰਘ ਮਾਲੀ ਹੁੰਦੇ ਸਨ। ਸੋਹਣਾ ਅਤੇ ਮੋਹਣਾ ਇਹ ਦੰਪਤੀ ਪਤੀ ਪਤਨੀ ਇਸ ਬਾਗ ਵਿੱਚ ਸੇਵਾ ਕਰਦੇ ਸਨ। ਇਹ ਫੁੱਲ ਮੰਗਦਾ ਸੀ, ਉਹ ਫੁੱਲ ਉਗਾਏ ਹੋਏ ਸਨ ਸ਼ੌਰਾ ਕਰਕੇ। ਦਸਮ ਪਾਤਸ਼ਾਹ ਦੀ ਵਰ੍ਹੇਗੰਢ ਵਾਲੇ ਦਿਨ ਮਾਤਾ ਅਜੀਤ ਕੌਰ ਜੀ ਨੇ ਸਿਹਰਾ ਗੁੰਦ ਕੇ ਗੁਰੂ ਕਲਗੀਧਰ ਦੇ ਗਲ ਪਾਉਣਾ ਸੀ, ਇਹਨਾਂ ਦੀ ਇਹ ਭਾਵਨਾ ਸੀ। ਅਤੇ ਫੁੱਲ ਮੰਗਦਾ ਸੀ, ਉਹ ਦਿੰਦੇ ਨਹੀਂ ਸਨ। ਇਹਨੇ ਫਿਰ ਹਨੇਰੇ ਵਿੱਚ ਉਹ ਫੁੱਲ ਤੋੜੇ, ਬੂਟੇ ਭੰਨ ਭੁੰਨ ਦਿੱਤੇ। ਉਹੀ ਫੁੱਲ ਲੈ ਕੇ ਗੁਰੂ ਕਲਗੀਧਰ ਦੇ ਦਰਬਾਰ 'ਚ ਪਹੁੰਚਾ ਤਾਂ ਗੁਰੂ ਮਹਾਰਾਜ ਕਹਿਣ ਲੱਗੇ ਵੀ ਫਕੀਰਾ, ਇਹ ਫੁੱਲ ਭੇਟਾ ਕਰ ਰਿਹਾ, ਹੋਰ ਤੇਰੇ ਕੋਲ ਕੁਛ ਨਹੀਂ ਸੀ? ਤੂੰ ਦੋ ਦਿਲ ਵਲੂੰਦਰ ਕੇ ਆਇਆ, ਤੂੰ ਦਿਲ ਢਾਏ, ਦਿਲ ਤੋੜੇ ਨੇ, ਤੂੰ ਫੁੱਲਾਂ ਤੋਂ ਬਗੈਰ ਖਾਲੀ ਹੱਥ ਆ ਜਾਣਾ ਸੀ। ਕਹਿਣ ਲੱਗਾ ਜੀ ਮੈਂ ਤੁਹਾਡੇ ਪ੍ਰਤੀ ਸ਼ਰਧਾ ਨਾਲ ਭੇਟਾ ਲੈ ਕੇ ਆਇਆ। ਮਹਾਰਾਜ ਕਹਿੰਦੇ ਹੋਰ ਕੁਝ ਨਹੀਂ ਸੀ ਤੇਰੇ ਕੋਲ ਭੇਟਾ ਕਰਨ ਲਈ? ਕਹਿਣ ਲੱਗਾ ਫਕੀਰਾਂ ਕੋਲ ਕੀ ਹੁੰਦਾ? ਪਹਿਲਾਂ ਹਜ਼ੂਰ ਨੇ ਪੁੱਛਿਆ ਤੇਰਾ ਨਾਂ ਕੀ ਹੈ? ਕਹਿਣ ਲੱਗਾ ਰੋਡਾ ਜਲਾਲੀ। ਮਹਾਰਾਜ ਕਹਿੰਦੇ ਨਹੀਂ, ਰੋਡਾ ਜਲਾਲੀ ਕਿ ਰੋਡਾ ਪੱਲਾਲੀ? ਕਹਿਣ ਲੱਗਾ ਜੀ ਦਰਬਾਰ ਵਿੱਚ ਸ਼ਰਧਾ ਨਾਲ ਆਏ ਵਿਅਕਤੀ ਦੀ ਤੋਹੀਨ ਕਰ ਰਹੇ ਹੋ। ਮਹਾਰਾਜ ਕਹਿੰਦੇ ਨਹੀਂ, ਤੇਰੀ ਔਕਾਤ ਹੀ ਤੈਨੂੰ ਵਿਖਾ ਰਿਹਾ, ਤੂੰ ਰੋਡਾ ਜਲਾਲੀ ਨਹੀਂ, ਰੋਡਾ ਪੱਲਾਲੀ ਹੈ। ਕਹਿਣ ਲੱਗਾ ਜੀ ਮੈਂ ਫੁੱਲ ਲੈ ਕੇ ਆਇਆ ਭੇਟਾ। ਮਹਾਰਾਜ ਕਹਿੰਦੇ ਹੋਰ ਕੁਛ ਨਹੀਂ ਸੀ? ਕਹਿਣ ਲੱਗਾ ਫਕੀਰਾਂ ਕੋਲ ਕੀ ਹੁੰਦਾ? ਤਾਂ ਗੁਰੂ ਮਹਾਰਾਜ ਨੇ ਇੱਕ ਸਿੱਖ ਨੂੰ ਕਿਹਾ, ਭਾਈ ਦਇਆ ਸਿੰਘ ਹੋਰਾਂ ਦੀ ਟੋਪੀ ਲਾਓ। ਜਦੋਂ ਟੋਪੀ ਲਾਈ ਅਤੇ ਟੋਪੀ ਵਿੱਚੋਂ 3 ਮੋਹਰਾਂ ਡਿੱਗੀਆਂ ਤਾਂ ਹਜ਼ੂਰ ਨੇ ਕਿਹਾ 97 ਮੋਹਰਾਂ ਪਹਿਲਾਂ ਤੋਂ ਜਮ੍ਹਾਂ ਕੀਤੀਆਂ ਅਤੇ 3 ਇਹ ਸੋਨੇ ਦੀਆਂ ਮੋਹਰਾਂ ਵਿੱਚ ਰੱਖ ਕੇ 100 ਪੂਰੀ ਬਣਾਉਣੀ ਚਾਹੁੰਦਾ। ਲਾਲਸਾ ਸੰਸਾਰੀਆਂ ਵਾਲੀ ਹੈ, ਆਪਣੇ ਆਪ ਨੂੰ ਰੋਡਾ ਜਲਾਲੀ ਫਕੀਰ ਤਿਆਗੀ ਕਹਾਉਣਾ। ਕਹਿੰਦਾ ਮੇਰੇ ਕੋਲ ਹੈ ਹੀ ਕੁਛ ਨਹੀਂ ਸੀ। ਇਉਂ ਗੁਰੂ ਮਹਾਰਾਜ ਤੋਂ ਕੁਛ ਲੁਕਾ ਨਹੀਂ ਸਕਦੇ ਅਸੀਂ। ਅਤੇ ਫਿਰ ਚਰਨੀ ਡਿੱਗਾ ਸੀ। ਇਸ ਤਰ੍ਹਾਂ ਹਜ਼ੂਰ ਨੇ ਪਾ ਉਘੇੜਿਆ ਸੀ, ਅਖਵਾਉਂਦਾ ਸੀ ਤਿਆਗੀ, ਪਰ ਹੈ ਸੀ ਮਾਇਆ 'ਚ ਫਸਿਆ ਹੋਇਆ। ਕਈ ਤਰ੍ਹਾਂ ਨਾਲ ਮਾਇਆ ਚੰਬੜੀ ਹੋਈ ਹੈ ਸਾਨੂੰ।
ਤਿਆਗ ਦਾ ਵੀ ਹੰਕਾਰ ਕਰਨਾ ਇਹ ਮਾਇਆ ਹੀ ਹੈ। ਜੇ ਕੋਈ ਤਿਆਗੀ ਵੀ ਆ ਨਾ, ਅਸਲ ਮੈਨੇ 'ਚ ਤਿਆਗੀ ਸਭ ਕੁਝ ਤਿਆਗ ਦੇ, ਪਰ ਫਿਰ ਮਨ 'ਚ ਹੰਕਾਰ ਹੋਵੇ ਤੇ ਇਹ ਵੀ ਤਿਆਗ ਨਹੀਂ ਹੈ, ਵੀ ਪਕੜੀ ਮਾਇਆ ਹੀ ਹੈ। ਸੋ ਹਜ਼ੂਰ ਇੱਥੇ ਦੱਸਦੇ ਨੇ ਵਿਆਪਤ ਗ੍ਰਸਤ ਵਿਆਪਤ ਉਦਾਸਾ। ਗ੍ਰਸਤ ਵਿੱਚ ਰਹਿਣ ਵਾਲੇ ਲੋਕ, ਉਹਨਾਂ ਨੂੰ ਵੀ ਮਾਇਆ ਚੰਬੜੀ ਹੋਈ ਹੈ। ਅਤੇ ਉਦਾਸਾ ਜਿਹੜੇ ਉਦਾਸ ਸੰਸਾਰ ਨੂੰ ਛੱਡ ਕੇ ਜੰਗਲਾਂ ਆਦਿ ਰਹਿੰਦੇ ਨੇ, ਉਦਾਸੀ ਕਹਾਉਂਦੇ ਨੇ, ਉਹਨਾਂ ਨੂੰ ਵੀ ਹੋ ਸਕਦਾ ਚੰਬੜੀ ਹੋਵੇ। ਆਚਾਰ ਵਿਵਹਾਰ ਵਿਆਪਤ ਇਹ ਜਾਤ। ਸੋ ਇਸ ਪ੍ਰਕਾਰ ਆਚਾਰਾਂ ਅਤੇ ਵਿਹਾਰਾਂ ਵਿੱਚ ਕਰਤੱਵ ਜਿੰਨੇ ਲੋਕ ਕਰਦੇ ਨੇ, ਵਿਹਾਰ ਕਰਦੇ ਨੇ, ਸੋ ਇਸ ਪ੍ਰਕਾਰ ਫਲਾਣੀ ਇਹ ਜਾਤੀ ਹੈ, ਇਹ ਫਲਾਣੀ ਜਾਤੀ ਹੈ, ਇਸ ਤਰ੍ਹਾਂ ਵਿਆਪਦੀ ਹੈ ਮਾਇਆ। ਜਾਤੀਆਂ ਵਿੱਚ ਫਸਿਆ ਹੋਇਆ ਲੋਕਾਂ ਨੂੰ ਚੰਬੜੀ ਹੋਈ ਹੈ, ਮੇਰੀ ਆਹ ਜਾਤ ਆ, ਉਹਦੀ ਉਹ ਜਾਤ। ਇਸ ਪ੍ਰਕਾਰ ਇਹ ਜਿਹੜੀ ਜਾਤ ਹੈ ਨਾ ਮਾਇਆ, ਇਹ ਆਚਾਰਾਂ ਵਿਹਾਰਾਂ ਵਿੱਚ ਵਿਆਪ ਰਹੀ ਹੈ ਸੰਸਾਰ ਨੂੰ। ਸਭ ਕੁਛ ਵਿਆਪਤ ਬਿਨ ਹਰ ਰੰਗ ਰਾਤ। ਬਿਨਾਂ ਹਰੀ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੱਤੇ ਜਾਣ ਤੋਂ ਸਭ ਕੁਛ ਵਿਆਪਤ। ਇਹ ਸਭ ਕੁਛ ਢੰਗ ਨਾਲ, ਸਭ ਤਰ੍ਹਾਂ ਨਾਲ ਇਹ ਵਿਆਪਦਾ ਮਨੁੱਖਾਂ ਨੂੰ। ਮਾਇਆ ਇਹ ਰੂਪ ਨੇ ਮਾਇਆ ਦੇ, ਇਹ ਸਭ ਕੁਛ ਵਿਆਪਦਾ ਹੈ, ਜੀਆਂ 'ਤੇ ਪ੍ਰਭਾਵ ਪਾਉਂਦਾ, ਅਸਰ ਪਾਉਂਦਾ ਹੈ ਜੋ ਕੁਝ ਗਿਣਿਆ ਉੱਪਰ, ਇਹ ਮਾਇਆ ਦੇ ਰੂਪ ਨੇ। ਬਿਨਾਂ ਹਰੀ ਦੇ ਪ੍ਰੇਮ ਰੰਗ ਵਿੱਚ ਰੱਤੇ ਜਾਣ ਤੋਂ, ਜਦੋਂ ਤੱਕ ਨਹੀਂ ਰੱਤੇ ਗਏ ਉਦੋਂ ਤੱਕ ਇਹ ਸਭ ਕੁਝ ਵਿਆਪਦਾ ਹੈ। ਸੰਤਨ ਕੇ ਬੰਧਨ ਕਾਟੇ ਹਰ ਰਾਏ। ਜਿਹੜੇ ਰੱਬ ਦੇ ਸੰਤ ਨੇ ਨਾ, ਉਹਨਾਂ ਦੇ ਬੰਧਨ ਹਰੀ ਰਾਜਾ ਪਰਮਾਤਮਾ ਹੀ ਹੈ ਜਿਸ ਨੇ ਕੱਟ ਦਿੱਤੇ ਹਨ। ਪਰਮਾਤਮਾ ਹਰੀ ਰਾਜਾ ਜਿਹਦਾ ਉਹ ਸਿਮਰਨ ਕਰਦੇ ਨੇ, ਉਸਨੇ ਬਖਸ਼ਿਸ਼ ਕਰਕੇ ਆਪਣੇ ਸੰਤਾਂ ਦੇ ਬੰਧਨ ਕੱਟ ਦਿੱਤੇ ਨੇ। ਜਿਨ੍ਹਾਂ ਦੇ ਬੰਧਨ ਕੱਟ ਦਿੱਤੇ, ਤਾਕੋ ਕਹਾਂ ਵਿਆਪੈ ਮਾਏ। ਇਹ ਮਾਇਆ ਉਹਨਾਂ ਨੂੰ ਕਿੱਥੇ ਵਿਆਪ ਸਕਦੀ ਹੈ, ਕਿੱਥੇ ਆਪਣਾ ਪ੍ਰਭਾਵ ਪਾ ਸਕਦੀ, ਕਿੱਥੇ ਚੰਬੜ ਸਕਦੀ ਹੈ। ਕਹੋ ਨਾਨਕ ਜਿਨ ਧੂਰ ਸੰਤ ਭਾਈ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਭਾਈ ਕਹੋ ਇਹ ਗੱਲ ਕਿ ਜਿਨ੍ਹਾਂ ਨੇ ਰੱਬ ਦੇ ਸੰਤਾਂ ਦੀ, ਰੱਬ ਦੇ ਸੰਤ ਸਾਧੂ ਸਤਿਗੁਰੂ ਜੀ ਦੀ, ਜਿਨ੍ਹਾਂ ਨੇ ਐਸੇ ਸਤਿਗੁਰੂ ਸੰਤ ਦੀ ਚਰਨ ਧੂੜੀ ਪ੍ਰਾਪਤ ਕੀਤੀ ਹੈ, ਤਾਂ ਕਿ ਨਿਕਟ ਨਾ ਆਵੇ ਮਾਈ। ਉਸ ਵਿਅਕਤੀ ਦੇ ਨੇੜੇ ਇਹ ਮਾਇਆ ਛਲ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮਾਇਆ ਤ੍ਰੈ ਗੁਣ ਪ੍ਰਸੂਤ ਜਮਾਇਆ। ਮਾਇਆ ਨੂੰ ਮਾਈ ਕਿਹਾ ਹਜ਼ੂਰ ਨੇ। ਇਸੇ ਮਾਇਆ ਨੇ ਮਾਂ ਬਣ ਕੇ ਤਿੰਨਾਂ ਗੁਣਾਂ ਦੁਆਰਾ ਪ੍ਰਸੂਤ ਨੂੰ ਪ੍ਰਾਪਤ ਹੋ ਕੇ ਜਗਤ ਜਣਿਆ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਇਹ ਮਾਇਆ ਉਹਨਾਂ ਦੇ ਨੇੜੇ ਨਹੀਂ ਆ ਸਕਦੀ, ਦੂਰ ਦੂਰ ਰਹਿੰਦੀ ਹੈ, ਪ੍ਰਭਾਵ ਨਹੀਂ ਆਪਣਾ ਪਾ ਸਕਦੀ। ਗੌੜੀ ਗੁਆਰੇ ਦੀ ਮਹੱਲਾ ਪੰਜਵਾਂ। ਇੱਕ ਬਚਨ ਹੈ ਕਿ ਸੰਤ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਆਪਣੇ ਹੱਡ ਬੀਤਿਆ ਬਚਨ ਸੁਣਾਇਆ ਸੀ ਕਿ ਜਦੋਂ ਇੱਥੇ ਰਾਮਪੁਰ ਖੇੜੇ ਉਜੜੇ ਥੇ ਵਿੱਚ ਉਜੜਿਆ ਹੋਇਆ ਸਥਾਨ ਸੀ, ਉਹ ਉਜਾੜ ਬੀਆਬਾਨ ਜਿੱਥੇ ਬੈਠੇ ਸਨ ਉਹ, ਤਾਂ ਕਹਿੰਦੇ ਅਸੀਂ ਸ਼ਾਮਾਂ ਦੇ ਵਕਤ ਰਹਿ ਰਾਸਾ ਦਾ ਪਾਠ ਕਰਦੇ ਸਾਂ ਅਤੇ ਇੱਕ ਬਜ਼ੁਰਗ ਮਾਈ ਤੁਰੀ ਆਈ। ਅਸੀਂ ਕੁਛ ਹੈਰਾਨ ਜਿਹੇ ਹੋਏ, ਮਨ 'ਚ ਖਿਆਲ ਆਇਆ ਵੀ ਇਹ ਜਾਣ ਪਛਾਣ ਵਾਲੀ ਮਾਈ ਨਹੀਂ, ਕਿਹੜੇ ਪਿੰਡ ਤੋਂ ਹੋਵੇਗੀ ਕਿ ਇਸ ਵੇਲੇ ਹਨੇਰੇ 'ਚ ਇੱਥੇ ਤਾਂ ਦਿਨੇ ਵੀ ਲੋਕ ਨੇ ਨੇੜਿਓਂ ਲੰਘਦੇ, ਸਮਝਿਆ ਜਾਂਦਾ ਸੀ ਇੱਥੇ ਭੂਤਾਂ ਦਾ ਵਾਸਾ, ਅਤੇ ਰਾਤ ਨੂੰ ਤਾਂ ਬਿਲਕੁਲ ਕੋਈ ਇੱਥੋਂ ਦੀ ਨਹੀਂ ਲੰਘਦਾ, ਇਹ ਮਾਈ ਕਿੱਥੋਂ ਆ ਗਈ। ਇਹਦੇ ਇਹ ਖਿਆਲ ਹੀ ਉਪਜਿਆ ਅਤੇ ਸਾਡਾ ਧਿਆਨ ਹੋਰ ਪਾਸੇ ਹੋਇਆ। ਜਦੋਂ ਦੁਬਾਰਾ ਵੇਖਿਆ ਅਤੇ ਨੌਜਵਾਨ ਸੁੰਦਰ ਸਰੂਪ ਸੱਜ ਵਿਆਹੀ ਮੁਟਿਆਰ, ਗਹਿਣੇ ਗੱਟੇ ਬੜੇ ਪਾਏ ਹੋਏ, ਕਹਿੰਦੇ ਉਸੇ ਵੇਲੇ ਮਨ 'ਚ ਖਿਆਲ ਆਇਆ ਵੀ ਇਹ ਤਾਂ ਮਾਇਆ ਹੈ। ਫਿਰ ਖਿਆਲ ਆਇਆ ਵੀ ਅਸੀਂ ਗੁਰੂ ਮਹਾਰਾਜ ਦੇ ਸਿੱਖਾਂ, ਗੁਰੂ ਕੀ ਬਾਣੀ ਦਾ ਪਾਠ ਕਰ ਰਹੇ ਹਾਂ, ਸਾਨੂੰ ਇਹ ਕੀ ਕਰ ਸਕਦੀ। ਫਿਰ ਮਨ 'ਚ ਖਿਆਲ ਆਇਆ ਗੁਰੂ ਮਹਾਰਾਜ ਵੱਲੋਂ ਵੀ ਨਹੀਂ ਹਰਨਾਮ ਸਿੰਘਾ, ਇਹ ਬੜੀ ਪ੍ਰਬਲ ਹੈ, ਪਰਮਾਤਮਾ ਤੋਂ ਦੂਜੇ ਨੰਬਰ ਦੀ ਸ਼ਕਤੀ ਮਾਇਆ ਹੈ, ਅਤੇ ਇਹ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ। ਕਹਿੰਦੇ ਸਾਡੇ ਹੱਥ ਜੁੜ ਗਏ ਅਤੇ ਮਨ ਹੀ ਮਨ ਗੁਰੂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ ਰੱਖਿਆ ਕਰੋ। ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਪ੍ਰਗਟ ਹੋ ਗਏ, ਸਾਡੇ ਸੀਸ 'ਤੇ ਹੱਥ ਰੱਖਿਆ, ਤਾਂ ਕਹਿਣ ਲੱਗੇ ਭਾਈ ਹਰਨਾਮ ਸਿੰਘ ਜੀ ਇਹ ਕੁਛ ਨਹੀਂ ਕਹਿੰਦੀ। ਜਦੋਂ ਇੰਜ ਕਿਹਾ ਅਤੇ ਉਹ ਛਾਈ ਮਾਈ ਹੋ ਗਈ, ਅਲੋਪ ਹੋ ਗਈ ਸੀ। ਇਸ ਪ੍ਰਕਾਰ ਇਹ ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ। ਅਨੇਕਾਂ ਭੇਸ ਬਣਾ ਕੇ ਕਹਿੰਦੇ ਮੇਰੇ ਪਾਸ ਵੀ ਆਏ ਸੀ। ਹਮ ਰਾਖੇ ਗੁਰੇ ਆਪਣੇ ਉਹਨ ਕੀਨੋ ਆਦੇਸ। ਸਾਨੂੰ ਸਾਡੇ ਗੁਰੂ ਨੇ ਬਚਾ ਲਿਆ ਅਤੇ ਇਸ ਮਾਇਆ ਨੇ ਨਮਸਕਾਰ ਕੀਤੀ। ਮਾਈ ਜਿਹੜੀ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵਾ। ਫਿਰ ਇਹ ਚਰਣੀ ਲੱਗਦੀ ਹੈ, ਕਾਰ ਕਮਾਉਂਦੀ ਹੈ, ਦਾਸੀ ਬਣ ਜਾਂਦੀ ਹੈ ਅਤੇ ਸਾਰਾ ਸੰਸਾਰ ਇਹਦਾ ਦਾਸ ਬਣਿਆ ਹੋਇਆ ਹੈ। ਉਲਟਾ ਕੰਮ ਹੈ।
ਸੋ ਜਿਹਨੇ ਰੱਬ ਦੇ ਸੰਤਾਂ ਦੀ ਚਰਨ ਧੂੜ ਪ੍ਰਾਪਤ ਕਰ ਲਈ ਨਿਮਰਤਾ ਧਾਰ ਕੇ ਤੇ ਵਾਹਿਗੁਰੂ ਦਾ ਭਜਨ ਕਰਨ ਲੱਗ ਪਿਆ, ਉਹਦੇ ਨੇੜੇ ਇਹ ਮਾਇਆ ਨਹੀਂ ਆਉਂਦੀ ਹੈ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗਣੀ ਦੀ ਗੁਆਰੇਰੀ ਵੰਨਗੀ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਹਨ ਕਿ ਸੰਸਾਰ ਸੁੱਤਾ ਹੋਇਆ। ਅਸੀਂ ਸਮਝਦੇ ਹਾਂ ਭਈ ਜਿਹੜਾ ਰਾਤ ਨੂੰ ਸੌਣਾ ਉਹੀ ਸੌਣਾ, ਪਲਕਾਂ ਭਾਰੀਆਂ ਹੋਈਆਂ, ਅੱਖਾਂ ਭਾਰੀਆਂ ਹੋ ਗਈਆਂ, ਨੀਂਦ ਦੇ ਵਸੀਕਾਰ ਹੋ ਗਏ, ਬੇਸੁੱਧ ਹੋ ਗਏ ਸੌਣਾ। ਅਤੇ ਦਿਨੇ ਜਦੋਂ ਸੁਚੇਤ ਅੱਖਾਂ ਖੁੱਲ੍ਹੀਆਂ ਤੁਰੇ ਫਿਰਦੇ, ਕੰਮ ਧੰਦੇ ਕਰਦੇ, ਬੋਲਦੇ ਚਾਲਦੇ ਅਸੀਂ ਜਾਗਦੇ ਹਾਂ। ਪਰ ਗੁਰੂ ਮਹਾਰਾਜ ਕਹਿੰਦੇ ਨਹੀਂ, ਇਹ ਜਾਗਣਾ ਅਤੇ ਇਹ ਸੌਣਾ ਨਹੀਂ, ਹੋਰ ਤਰ੍ਹਾਂ ਦਾ ਸੌਣਾ ਅਤੇ ਹੋਰ ਤਰ੍ਹਾਂ ਦਾ ਜਾਗਣਾ ਤੁਹਾਨੂੰ ਦੱਸਦੇ ਆ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਕਹਿੰਦੇ ਜਿਹੜੇ ਨੇਤਰਾਂ ਰਾਹੀਂ ਮਨੁੱਖ ਵਿਕਾਰ ਦ੍ਰਿਸ਼ਟੀ ਧਾਰ ਕੇ, ਜਿਨ੍ਹਾਂ ਨੇਤਰਾਂ ਦੇ ਵਿੱਚ ਵਿਕਾਰ ਦੇ ਸਹਿਤ ਹੋਰਨਾਂ ਔਰਤਾਂ ਦੇ ਬਗਾਨੇ ਰੂਪ ਜਾਂ ਔਰਤਾਂ ਦੀਆਂ ਨਜ਼ਰਾਂ ਵਿੱਚ ਬਗਾਨੇ ਮਰਦਾਂ ਦੇ ਰੂਪ ਵਸੇ ਹੋਏ ਨੇ। ਪਰ ਦ੍ਰਿਸ਼ਟੀ ਵਿੱਚ ਪਰ ਪਰਾਏ ਸਰੀਰ ਨੇ। ਸੋ ਇਸ ਪ੍ਰਕਾਰ ਨੈਨੋ ਨੀਂਦ, ਉਹਨਾਂ ਨੇਤਰਾਂ ਨੂੰ ਨੀਂਦ ਆਈ ਹੋਈ ਹੈ। ਉਹ ਨੇਤਰ ਜਾਗਦੇ ਵੀ ਸੁੱਤੇ ਹੋਏ ਨੇ ਜੋ ਮੈਲੀ ਦ੍ਰਿਸ਼ਟੀ ਨਾਲ ਵਿਕਾਰ ਦੀ ਭਾਵਨਾ ਨਾਲ ਤੱਕਦੇ ਨੇ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਜਿਹੜੇ ਕੰਨਾਂ ਦੁਆਰਾ ਹੋਰਨਾਂ ਦੀ ਨਿੰਦਿਆ ਵਾਲੀਆਂ ਵਿਚਾਰਾਂ ਅਸੀਂ ਸੁਣਦੇ ਹਾਂ, ਉਹ ਕੰਨ ਵੀ ਸੁੱਤੇ ਹੋਏ ਨੇ। ਪ੍ਰਤੱਖ ਜਾਗਦਿਆਂ ਹੋਇਆਂ ਵੀ ਉਹ ਕੰਨ ਸੁੱਤੇ ਹੋਏ ਨੇ। ਰਸਨਾ ਸੋਈ ਲੋਭ ਮਿੱਠਾ ਸਾਧ, ਉਹ ਰਸਨਾ, ਉਹ ਜ਼ਬਾਨ ਜੋ ਮਿੱਠੇ ਪਦਾਰਥਾਂ ਦੇ ਸਵਾਦਾਂ ਦੇ ਲੋਭ ਵਿੱਚ ਹੈ, ਗਲਤਾਨ ਹੋਈ ਹੋਰ ਮਿੱਠਾ ਖਾਵਾਂ, ਹੋਰ ਸਵਾਦਿਕ ਭੋਜਨ ਖਾਵਾਂ, ਵੰਨ ਸੁਵੰਨੇ ਖਾਵਾਂ, ਮਿੱਠੇ ਆਦਿਕ ਸਵਾਦਾਂ ਦੇ ਲੋਭ ਵਿੱਚ ਜਿਹੜੀ ਰਸਨਾ ਲੱਗੀ ਹੋਈ ਆ, ਉਹ ਵੀ ਸੋਈ ਸੁੱਤੀ ਹੋਈ ਹੈ। ਮਨ ਸੋਇਆ ਮਾਇਆ ਬਿਸਮਾਦ, ਮਾਇਆ ਦੇ ਚਮਕਾਰਿਆਂ ਝਲਕਾਰਿਆਂ 'ਚ, ਮਾਇਆ ਦੇ ਹਾਵ ਭਾਵ 'ਚ ਬਿਸਮਾਦ, ਜਿਹੜਾ ਹੈਰਾਨ ਹੋ ਰਿਹਾ ਮਨ ਬਿਸਮਾਦ ਵਿੱਚ ਚਲਾ ਜਾਂਦਾ, ਅਸਚਰਜ ਹੋ ਰਿਹਾ ਹੈ ਮਾਇਆ ਦੇ ਝਲਕਾਰਿਆਂ 'ਚ ਹੀ, ਬਾਹਰ ਮੁਖੀ ਹੋ ਰਿਹਾ ਹੈ, ਉਹ ਮਨ ਸੁੱਤਾ ਹੋਇਆ ਹੈ। ਇਸ ਗ੍ਰਹਿ ਮਹਿ ਕੋਈ ਜਾਗਤ ਰਹੇ। ਔਰ ਇਹ ਤੁਸੀਂ ਕੀ ਸਮਝਦੇ, ਜਗਤ ਸਾਰਾ ਜਾਗਦਾ ਰੋਜ਼, ਪਰ ਨਹੀਂ, ਇਹ ਸਰੀਰ ਘਰ ਵਿੱਚ ਕੋਈ ਵਿਰਲਾ ਹੈ, ਕੋਈ ਜੋ ਜਾਗਦਾ ਰਹਿੰਦਾ। ਸਾਬਤ ਵਸਤ ਉਹ ਆਪਣੀ ਲਹਿ, ਆਪਣੀ ਆਤਮ ਵਿਚਾਰ, ਆਤਮ ਚਿੰਤਨ, ਆਤਮਾ ਦਾ ਗਿਆਨ ਰੂਪੀ, ਆਪਣੀ ਆਤਮਾ ਦਾ ਗਿਆਨ, ਸਾਬਤ ਵਸਤੂ, ਉਹ ਆਪਣੀ ਜਿਹੜੀ ਵਸਤੂ ਹੈ ਨਾ ਆਤਮਾ ਦਾ ਗਿਆਨ, ਉਹ ਪ੍ਰਾਪਤ ਕਰ ਲੈਂਦਾ। ਰਹਾਓ ਸਗਲ ਸਹੇਲੀ ਆਪਣੇ ਰਸ ਮਾਤੀ, ਸਾਰੀਆਂ ਸਾਡੀਆਂ ਸਹੇਲੀਆਂ ਇੰਦਰੀਆਂ ਆਪੋ ਆਪਣੇ ਰਸ ਵਿੱਚ ਮਸਤੀਆਂ ਹੋਈਆਂ ਨੇ। ਇਹ ਸਹੇਲੀਆਂ ਜੀਵ ਇਸਤਰੀ ਦੀਆਂ ਸਹੇਲੀਆਂ ਇੰਦਰੀਆਂ ਆਪੋ ਆਪਣੇ ਰਸਾਂ ਵਿੱਚ, ਅੱਖਾਂ ਨੂੰ ਰਸ ਹੈ ਰੂਪ ਵੇਖਣ ਦਾ, ਕੰਨਾਂ ਨੂੰ ਰਸ ਹੈ ਨਿੰਦਿਆ ਚੁਗਲੀ ਤੇ ਗੰਧਣ ਵਹਿਣ, ਗੰਦੇ ਮੰਦੇ ਗੀਤ ਸੁਣਨ ਦਾ, ਜ਼ਬਾਨ ਨੂੰ ਰਸ ਹੈ ਨਿੰਦਿਆ ਚੁਗਲੀ ਝੂਠ ਬੋਲਣ ਦਾ, ਸੰਸਾਰੀ ਗੱਲਾਂ ਕਰਨ ਦਾ। ਇਸ ਪ੍ਰਕਾਰ ਨਾਸਾਂ ਦੁਰਗੰਧੀਆਂ ਸੁਗੰਧੀਆਂ ਫਸੀਆਂ ਹੋਈਆਂ। ਇਸ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਇੰਦਰੀਆਂ ਹਨ ਆਪੋ ਆਪਣੇ ਰਸਾਂ 'ਚ ਮਸਤੀਆਂ ਹੋਈਆਂ। ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਇਸ ਤਰ੍ਹਾਂ ਇਸ ਜੀਵ ਆਤਮਾ ਨੇ, ਇਹਨਾਂ ਇੰਦਰੀਆਂ ਨੇ, ਇਸ ਜੀਵ ਨੇ ਆਪਣੇ ਘਰ ਦੀ ਖਬਰ ਜਾਣੀ ਨਹੀਂ ਹੈ। ਇਸ ਮਨ ਨੇ ਆਪਣੇ ਘਰ ਦੀ ਖਬਰ ਨਹੀਂ ਜਾਣੀ। ਮਨ ਹੀ ਇਹਨਾਂ ਇੰਦਰੀਆਂ ਰਾਹੀਂ ਰਸਕਸ ਭੋਗਦਾ। ਮੁਸਨਹਾਰ ਪੰਚ ਬਟਵਾਰੇ, ਇਹਨੂੰ ਲੁੱਟ ਲੈਣ ਵਾਲੇ, ਠੱਗਣ ਵਾਲੇ ਪੰਜ ਬਟਵਾਰੇ, ਪੰਜ ਠੱਗ ਨੇ। ਕਾਮ ਕ੍ਰੋਧ ਮੋਹ ਲੋਭ ਹੰਕਾਰ, ਕਾਮ ਕ੍ਰੋਧ ਲੋਭ ਮੋਹ, ਰੂਪ ਜਾਤ ਜੋਬਨ ਪੰਜੇ ਠੱਗ। ਇਸ ਤਰ੍ਹਾਂ ਦੇ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਝ ਵੀ ਕਿਹਾ ਹਜ਼ੂਰ ਨੇ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ ਕਿਸੇ ਨਰਈਆ ਲੱਜ, ਇਸ ਤਰ੍ਹਾਂ ਦੇ ਬਚਨ ਵੀ ਕਹੇ ਹਨ। ਇਹ ਪੰਚ ਬਟਵਾਰੇ ਸੇ ਮੀਤ ਕਰ ਮਨ, ਜਿਹੜੇ ਮੁਸਣਹਾਰ ਲੁੱਟਣ ਵਾਲੇ ਹਨ ਨਾ, ਠੱਗ ਲੁਟੇਰੇ, ਇਹਨਾਂ ਨੂੰ ਆਪਣੇ ਮਿੱਤਰ ਬਣਾਇਆ ਹੋਇਆ। ਇਹ ਪੰਜ ਬਟਵਾਰੇ, ਬਾਟ ਰਸਤੇ ਜਾਂਦਿਆਂ ਲੋਕਾਂ ਨੂੰ ਲੁੱਟ ਲੈਣ ਵਾਲੇ ਠੱਗ, ਪੰਜ ਲੁੱਟਣ ਵਾਲੇ। ਸੂਨੇ ਨਗਰ ਪਰੇ ਠੱਗ ਹਾਰੇ। ਸੋ ਇਸ ਪ੍ਰਕਾਰ ਜਿੱਥੇ ਇਹ ਠੱਗ ਹਾਰੇ ਪੈ ਗਏ ਨਾ ਲੁੱਟਣ, ਉਹ ਸਰੀਰਾਂ ਰੂਪੀ ਨਗਰ, ਉਹ ਹਿਰਦੇ ਰੂਪੀ ਨਗਰ ਖਾਲੀ ਹੋ ਗਏ। ਉਹ ਸੁੰਨੇ ਨਗਰ ਹਨ। ਉਨ ਤੇ ਰਾਖੈ ਬਾਪ ਨਾ ਮਾਈ,
ਇਹਨਾਂ ਤੋਂ ਕੋਈ ਮਾਤਾ ਪਿਤਾ ਵੀ ਬਚਾ ਨਹੀਂ ਸਕਦਾ। ਉਹਨੂੰ ਤੇ ਰਾਖਿਆ ਮੀਤ ਨਾ ਭਾਈ, ਉਹਨਾਂ ਤੋਂ ਕੋਈ ਮਿੱਤਰ ਜਾਂ ਭਰਾ ਵੀ ਨਹੀਂ ਬਚਾ ਸਕਦਾ ਇਹਨਾਂ ਠੱਗਾਂ ਤੋਂ। ਦਰਬ ਸਿਆਣਪ ਨਾ ਹੋਏ ਰਹਿਤੇ, ਧਨ ਉਹਦਾ ਕੋਲ ਹੈ ਤੇ ਤਾਂ ਵੀ ਨਹੀਂ ਬਚਾ ਹੋ ਸਕਦਾ। ਜੇ ਸਿਆਣਪ ਬੜੀ ਆਪਣੇ ਕੋਲ ਹੈ ਤੇ ਤਾਂ ਵੀ ਉਹ ਠੱਗਣ ਤੋਂ ਰਹਿੰਦੇ ਨਹੀਂ, ਲੁੱਟ ਲੈਂਦੇ ਨੇ। ਸਾਧ ਸੰਗ ਉਹ ਦੁਸ਼ਟ ਵਸ ਹੋਤੇ, ਇਹ ਜਿਹੜੇ ਦੁਸ਼ਟ ਨੇ ਨਾ ਵੈਰੀ ਆਪਣੇ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਇਹ ਸਾਧ ਸੰਗਤ ਦੇ ਪ੍ਰਤਾਪ ਨਾਲ ਖੋਇਤ ਖੋਇਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਇਹ ਪੰਜੇ ਦੁਸ਼ਟ ਵਸ ਵਿੱਚ ਹੋ ਜਾਂਦੇ ਨੇ ਸਾਧ ਸੰਗਤ ਵਿੱਚ ਵਸਣ ਕਰਕੇ। ਕਰ ਕਿਰਪਾ ਮੋਹਿ ਸਾਰੰਗ ਪਾਣ, ਜਿਹਦੇ ਪਾਣ ਹੱਥ ਵਿੱਚ ਸਾਰੰਗ ਧਨੁਖ ਹੈ। ਇਹ ਧਨੁਖ ਧਾਰੀ ਵਾਹਿਗੁਰੂ ਮੇਰੇ ਉੱਪਰ ਕਿਰਪਾ ਕਰੋ। ਸਾਨੂੰ ਹਜ਼ੂਰ ਜਾਚ ਦੱਸ ਰਹੇ ਨੇ ਇਹਨਾਂ ਤੋਂ ਬਚਣ ਲਈ, ਮਾਇਆ ਦੇ ਪ੍ਰਭਾਵ ਤੋਂ ਬਚਣ ਲਈ। ਸੋ ਇਸ ਪ੍ਰਕਾਰ ਸੰਤਨ ਧੂਰ ਸਰਬਨਧਾਨ ਹੈ ਵਾਹਿਗੁਰੂ ਜੀ, ਮੇਰੇ ਤੇ ਕਿਰਪਾ ਕਰੋ ਕਿ ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਬਖਸ਼ੋ। ਮੇਰੇ ਵਾਸਤੇ ਸਾਰੇ ਖਜ਼ਾਨੇ ਇਹੋ ਹੀ ਨੇ। ਸਾਬਤ ਪੂੰਜੀ ਸਤਿਗੁਰ ਸੰਗ, ਜਿਹੜੀ ਸਾਡੀ ਪੂੰਜੀ ਹੈ ਨਾ, ਰਮਈਏ ਸਿਓ ਮੇਰੀ ਬੇਨਤੀ, ਰਮਈਏ ਸਿਓ ਕੋ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ, ਮੇਰੀ ਪੂੰਜੀ ਦੀ ਰੱਖਿਆ ਕਰੋ ਜੀ। ਸਾਬਤ ਪੂੰਜੀ ਸਤਿਗੁਰ ਸੰਗ, ਜਿਹੜੀ ਸਬੂਤੀ ਪੂੰਜੀ ਰਹਿ ਜਾਂਦੀ ਹੈ ਨਾ, ਉਹ ਸਤਿਗੁਰੂ ਦੀ ਸੰਗਤ ਵਿੱਚ ਬਚ ਸਕਦੀ ਹੈ। ਸਾਬਤ ਪੂੰਜੀ ਸਤਿਗੁਰ ਸੰਗ, ਸਮੁੱਚੀ ਪੂੰਜੀ ਕੋਲ ਰਹੇ, ਲੁੱਟੀ ਨਾ ਜਾਏ, ਸਤਿਗੁਰੂ ਦੀ ਸੰਗਤ ਵਿੱਚ ਹੋ ਸਕਦੀ ਹੈ। ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ, ਸਤਿਗੁਰੂ ਕਹਿੰਦੇ ਨੇ ਕੋਈ ਵੀ ਜੀਵ ਸਤਿਗੁਰੂ ਦੀ ਚਰਨ ਸ਼ਰਨ ਚ ਆ ਕੇ ਤੇ ਸਤਿਗੁਰਾਂ ਦੇ ਪਾਸੋਂ ਪਾਰ ਬ੍ਰਹਮ ਦਾ ਰੰਗ ਪ੍ਰਾਪਤ ਕਰ ਲੈ, ਸਿਮਰਨ ਦੁਆਰਾ ਪਾਰ ਬ੍ਰਹਮ ਪਰਮਾਤਮਾ ਦੇ ਪ੍ਰੇਮ ਵਿੱਚ ਚਲਾ ਜਾਏ, ਫਿਰ ਉਹ ਜਾਗਦਾ ਹੈ। ਨਹੀਂ ਤਾਂ ਸਾਰਾ ਸੰਸਾਰ ਸੁੱਤਾ ਪਿਆ, ਅਵਿਦਿਆ ਗਿਆਨਤਾ ਦੀ ਨੀਂਹ ਵਿੱਚ ਸੁੱਤਾ ਪਿਆ, ਮਾਇਆ ਦੇ ਹੱਲਿਆਂ ਤੋਂ ਫਿਰ ਜਾਗ ਪੈਂਦਾ, ਸਚੇਤ ਹੋ ਜਾਂਦਾ ਪਾਰ ਬ੍ਰਹਮ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ। ਸੋ ਜਾਗੈ ਜਿਸ ਪ੍ਰਭ ਕਿਰਪਾਲ, ਉਹੀ ਜਾਗਦਾ ਹੈ ਜਿਸ ਤੇ ਪ੍ਰਭੂ ਪਰਮਾਤਮਾ ਕਿਰਪਾਲੂ ਹੋ ਜਾਂਦਾ ਹੈ। ਇਹ ਪੂੰਜੀ ਸਾਬਤ ਧਨ ਮਾਲ, ਇਹ ਜਿਹੜੀ ਨਾਮ ਰੂਪ ਪੂੰਜੀ ਹੈ ਨਾ, ਆਤਮਾ ਦਾ ਗਿਆਨ ਰੂਪੀ ਪੂੰਜੀ ਹੈ, ਇਹ ਸਬੂਤੀ ਪੂੰਜੀ, ਇਹੀ ਧਨ ਮਾਲ। ਸੋ ਇਸ ਪ੍ਰਕਾਰ ਇਹ ਨਾਲ ਨਿਭਣ ਵਾਲਾ ਧਨ ਹੈ, ਇਹ ਮਾਲ ਮਤਾ ਨਾਲ ਨਿਭਣ ਵਾਲਾ ਹੈ। ਜਿਹੜਾ ਸਤਿਗੁਰੂ ਦੀ ਸ਼ਰਨ ਪੈਣਾ, ਰੱਬ ਦੇ ਸੰਤਾਂ ਦੀ ਚਰਨ ਧੂੜ ਪ੍ਰਾਪਤ ਕਰਨੀ ਹੈ, ਸੋ ਇਹ ਧਨ ਮਾਲ, ਇਹ ਪੂੰਜੀ ਸਬੂਤੀ ਨਾਲ ਨਿਭਣ ਵਾਲੀ ਹੈ। ਸ਼ੁਭ ਗੁਣ ਨਾਮ, ਸੋ ਸਤਸੰਗ ਕਰਨਾ, ਇਹ ਨਾਲ ਨਿਭਣ ਵਾਲਾ। ਰਹਾਉ ਦੂਜਾ, ਇਸ ਤਰ੍ਹਾਂ ਇਸ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪਹਿਲੇ ਰਹਾਉ ਵਿੱਚ ਕਿਹਾ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਕੋਈ ਵਿਰਲਾ ਜਾਗਦਾ ਹੈ, ਸਾਬਤ ਵਸਤੂ ਆਪਣੀ ਰਹਿ। ਤੇ ਇੱਥੇ ਦੱਸ ਦਿੱਤਾ ਵੀ ਕੌਣ ਜਾਗਿਆ, ਜਿਸ ਤੇ ਪ੍ਰਮਾਤਮਾ ਕਿਰਪਾਲੂ ਦਿਆਲੂ ਹੈ, ਤੇ ਉਸਨੇ ਇਹ ਨਾਮ ਰੂਪੀ ਪੂੰਜੀ, ਸਬੂਤੀ ਪੂੰਜੀ, ਇਹ ਧਨ ਮਾਲ ਆਪਣੇ ਕੋਲ ਜਮ੍ਹਾਂ ਕੀਤਾ ਹੈ। ਇਹ ਹੁਣ ਸੱਚੇ ਪਾਤਸ਼ਾਹ ਨੇ ਉਸ ਬਚਨ ਨੂੰ ਸਿੱਧ ਕੀਤਾ। ਉੱਥੇ ਪ੍ਰਸ਼ਨਵਾਚਕ ਹੈ ਵੀ ਕੋਈ ਜਾਗਦਾ, ਪ੍ਰਸ਼ਨ ਉੱਠਦਾ ਕੌਣ ਜਾਗਦਾ। ਇੱਥੇ ਜਾਗਦਾ ਦੱਸਿਆ ਹੈ, ਜੋ ਵਾਹਿਗੁਰੂ ਦੀ ਕਿਰਪਾ ਵਾਲਾ ਉਹ ਜਾਗ ਪਿਆ, ਤੇ ਉਹਨੇ ਇਹ ਆਪਣਾ ਧਨ ਮਾਲ, ਆਪਣੀ ਪੂੰਜੀ ਸਾਬਤ ਰੱਖ ਲਈ ਹੈ ਨਾਲ ਨਿਭਣ ਵਾਸਤੇ, ਇਹ ਲੁੱਟਣ ਨਹੀਂ ਦਿੱਤੀ ਹੈ। ਰਹਾਉ ਦੂਜਾ, ਇਸ ਸ਼ਬਦ ਦਾ ਦੂਜਾ ਰਹਾਉ ਉਚਾਰ ਕੇ ਸਤਿਗੁਰੂ ਜੀ ਨੇ ਸ਼ਬਦ ਸੰਪੂਰਨ ਕੀਤਾ ਹੈ। ਗੌੜੀ ਗਵਾਰੇਰੀ ਮਹੱਲਾ ਪੰਜਵਾ। ਇੱਕ ਸ਼ਬਦ ਹੋਰ ਵਿਚਾਰਿਆ ਜਾਏਗਾ। ਹਜ਼ੂਰ ਕਹਿੰਦੇ ਨੇ, ਜਾ ਕੇ ਵਸ ਖਾਨ ਸੁਲਤਾਨ, ਜਿਸ ਪਰਮਾਤਮਾ ਦੇ ਵਸ ਵਿੱਚ ਹਨ ਵੱਡੇ ਵੱਡੇ ਸਰਦਾਰ ਕਹਾਉਣ ਵਾਲੇ ਤੇ ਵੱਡੇ ਵੱਡੇ ਬਾਦਸ਼ਾਹ ਲੋਕ, ਇਹ ਸੁਤੰਤਰ ਨਹੀਂ ਕੋਈ ਵੀ, ਸਾਰੇ ਪਰਮਾਤਮਾ ਦੇ ਵਸ ਵਿੱਚ ਹੀ ਨੇ। ਜਾ ਕੇ ਵਸ ਹੈ ਸਗਲ ਜਹਾਨ, ਜਿਸ ਪਰਮਾਤਮਾ ਦੇ ਵਸ ਵਿੱਚ ਹੈ ਸਾਰਾ ਜਹਾਨ, ਸਾਰੀ ਦੁਨੀਆ। ਜਾ ਕਾ ਕੀਆ ਸਭ ਕੁਛ ਹੋਏ, ਜਿਸ ਪਰਮਾਤਮਾ ਦਾ ਕੀਤਾ ਸਭ ਕੁਛ ਹੁੰਦਾ ਹੈ। ਜੀਆਂ ਦੇ ਵਸ ਦੀ ਗੱਲ ਨਹੀਂ ਵੀ ਜੀ ਆਪਣੀ ਮਰਜ਼ੀ ਨਾਲ ਕੁਛ ਕਰਦੇ ਨੇ, ਨਹੀਂ, ਪਰਮਾਤਮਾ ਕਰਾ ਰਿਹਾ ਤੇ ਕੋਈ ਕੁਛ ਕਰ ਰਿਹਾ। ਅਸਲ ਵਿੱਚ ਵਾਹਿਗੁਰੂ ਦਾ ਹੀ ਕੀਤਾ ਸਭ ਕੁਛ ਹੋ ਰਿਹਾ। ਤਿਸ ਤੇ ਬਾਹਰ ਨਾਹੀਂ ਕੋਈ, ਤਿਸ ਤੋਂ ਬਾਹਰਾ, ਰੱਬ ਦੇ ਹੁਕਮ ਤੋਂ ਬਾਹਰਾ ਕੋਈ ਨਹੀਂ ਹੈ, ਸਾਰੇ ਰੱਬ ਦੇ ਹੁਕਮ ਵਿੱਚ ਹੀ ਕਰ ਕਰਾ ਰਹੇ ਨੇ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਆਪਣੇ ਸਤਿਗੁਰੂ ਦੇ ਪਾਸ ਹਜ਼ੂਰ ਕਹਿੰਦੇ ਭਾਈ ਬੇਨਤੀ ਕਹੋ, ਬੇਨਤੀ ਕਰੋ। ਕਾਜ ਤੁਮਾਰੇ ਦੇ ਨਿਭਾਹੇ, ਜਿਹੜਾ ਤੁਹਾਡੇ ਕਾਰਜ ਹਨ ਨਾ, ਉਹ ਸਤਿਗੁਰੂ ਮਹਾਰਾਜ ਜੀ ਨਿਭਾ ਦੇਣਗੇ, ਭਾਵ ਤੋੜ ਚਾੜ ਦੇਣਗੇ, ਸਿਰੇ ਚਾੜ ਦੇਣਗੇ। ਉਹ ਕਾਰਜ ਹੈ ਬੰਦਗੀ ਕਰਕੇ ਜੀਵਨ ਸਫਲਾ ਕਰਨਾ, ਤੁਹਾਡਾ ਜੀਵਨ ਸਫਲਾ ਸਤਿਗੁਰੂ ਜੀ ਕਰ ਦੇਣਗੇ। ਰਹਾਓ ਸਭ ਤੇ ਉੱਚ ਜਾ ਕਾ ਦਰਬਾਰ,
ਸਭਨਾ ਤੋਂ ਉੱਚਾ ਦਰਬਾਰ ਹੈ ਜਿਸ ਪਰਮਾਤਮਾ ਦਾ, ਜਿਨ੍ਹਾਂ ਸਤਿਗੁਰਾਂ ਦਾ। ਸਗਲ ਭਗਤ ਜਾ ਕਾ ਨਾਮ ਆਧਾਰ, ਸਾਰੇ ਉਹ ਭਗਤ ਜਿਨ੍ਹਾਂ ਦਾ ਆਸਰਾ ਵਾਹਿਗੁਰੂ ਦਾ ਨਾਮ ਹੈ, ਉਹ ਹੀ ਸਾਰੇ ਭਗਤ ਨੇ। ਸਰਬ ਵਿਆਪਤ ਪੂਰਨ ਧਨੀ, ਪੂਰਨ ਤੌਰ 'ਤੇ ਧਨੀ ਪਤੀ, ਧਨੀ ਧਨ ਦਾ ਮਾਲਕ, ਸਾਰੀ ਸ੍ਰਿਸ਼ਟੀ ਦੇ ਧਨ ਦਾ ਜਿੰਨਾ ਕੁਛ ਵੀ ਬਣਾਇਆ ਇਹ ਸਾਰਾ ਵਾਹਿਗੁਰੂ ਦਾ ਧਨ ਹੈ। ਉਹ ਪੂਰਨ ਧਨੀ ਪਰਮਾਤਮਾ ਸਰਬ ਵਿਆਪਤ, ਸਭ ਥਾਂ ਵਿਆਪਿਆ ਹੋਇਆ, ਸਮਾਇਆ ਹੋਇਆ। ਜਾ ਕੀ ਸੋਭਾ ਘਟ ਘਟ ਬਣੀ, ਘਟ ਘਟ ਹਿਰਦੇ ਦੇ ਅੰਦਰ ਵੀ ਜਿਸ ਪਰਮਾਤਮਾ ਦਾ ਵਾਸਾ ਹੈ ਤੇ ਉਸੇ ਦੀ ਇਹ ਸੋਭਾ ਸਾਰੀ ਸੰਸਾਰ 'ਚ ਬਣੀ ਹੋਈ ਹੈ। ਜੋ ਵੀ ਸੋਭਾ ਸੁਭਾਏਮਾਨ ਚੀਜ਼ਾਂ ਦਿਸ ਰਹੀਆਂ ਹਨ ਉਹ ਪਰਮਾਤਮਾ ਕਰਕੇ ਹੀ ਹਨ। ਸਾਰੀ ਬਨਸਪਤੀ ਮੌਲੀ ਹੋਈ ਹੈ, ਸਾਰੇ ਜੀਆਂ ਦੇ ਅੰਦਰੇ ਮਨ ਖਿੜੇ ਹੋਏ ਨੇ, ਕਾਰੋਬਾਰ ਕਰਦੇ ਜੀਵਤ ਹਨ। ਸੋ ਇਸ ਪ੍ਰਕਾਰ ਜਿਹਦੀ ਸੋਭਾ ਘਟ ਘਟ ਵਿੱਚ ਬਣੀ ਹੋਈ ਹੈ, ਜਿਸ ਸਿਮਰਤ ਦੁੱਖ ਡੇਰਾ ਟਹੈ, ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਇਆਂ ਸਾਰੇ ਦੁੱਖਾਂ ਦਾ ਡੇਰਾ ਕਿਹਾ ਹੈ ਅਗਿਆਨ। ਸਾਰੇ ਦੁੱਖਾਂ ਦਾ ਡੇਰਾ ਅਗਿਆਨ ਹੈ, ਅਗਿਆਨ ਵਿੱਚੋਂ ਸਾਰੇ ਦੁੱਖਾਂ ਦਾ ਜਨਮ ਹੈ। ਇਹ ਡੇਰਾ ਹੀ ਢਹਿ ਜਾਂਦਾ ਹੈ, ਢੱਠ ਜਾਂਦਾ ਹੈ ਅਗਿਆਨ ਦਾ ਡੇਰਾ। ਜਿਸ ਸਿਮਰਤ ਜਮ ਕਿਛੂ ਨਾ ਕਹੈ, ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਇਆਂ ਜਮਦੂਤ ਵੀ ਕੁਛ ਨਹੀਂ ਕਹਿ ਸਕਦਾ, ਧਰਮਰਾਜ ਕੁਛ ਨਹੀਂ ਕਹਿ ਸਕਦਾ। ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਪਰਮਾਤਮਾ ਨੂੰ ਸਿਮਰਦਿਆਂ ਹੋਇਆਂ ਜਿਹੜੇ ਸੁੱਕੇ ਹੋਏ ਮਨ ਤੇ ਇੰਦਰੇ ਹਨ, ਵਿਕਾਰਾਂ ਦੀ ਤਪਸ਼ ਨਾਲ, ਅਗਿਆਨ ਰੂਪੀ ਸੂਰਜ ਦੀ ਧੁੱਪ ਨਾਲ, ਵਿਕਾਰਾਂ ਦੀ ਤਪਸ਼ ਨਾਲ ਜਿਹੜੇ ਇੰਦਰੇ ਤੇ ਮਨ ਸੁੱਕ ਸੜ ਗਏ, ਉਹ ਹਰੇ ਭਰੇ ਹੋ ਜਾਂਦੇ ਨੇ। ਜਿਸ ਸਿਮਰਤ ਡੂਬਤ ਪਾਹਨ ਤਰੇ, ਜਿਵੇਂ ਪਾਹਨ ਪੱਥਰ ਭਾਰੇ ਡੁੱਬ ਜਾਂਦੇ ਨੇ ਪਾਣੀ 'ਚ, ਇਸੇ ਤਰ੍ਹਾਂ ਪਾਪਾਂ ਨਾਲ ਭਾਰੇ ਜੀਵ ਜਿਹੜੇ ਡੁੱਬਦੇ ਪਏ ਨੇ ਸੰਸਾਰ ਸਮੁੰਦਰ ਵਿੱਚ, ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਇਆਂ ਉਹ ਤਰ ਜਾਂਦੇ ਨੇ। ਸੰਤ ਸਭਾ ਕੋ ਸਦਾ ਜੈਕਾਰ, ਜਿਹੜੇ ਸੰਤ ਨੇ ਨਾ, ਸੰਤਾਂ ਦੀ ਸੰਗਤ ਸਭਾ ਬੈਠੀ, ਉਹਨਾਂ ਨੂੰ ਜੈਕਾਰ ਮਤਲਬ ਨਮਸਕਾਰ ਹੈ, ਨਮਸਕਾਰ ਹੈ। ਉਹਨਾਂ ਦੀ ਜੈ ਜੈਕਾਰ ਕਰੋ, ਨਮਸਕਾਰ ਕਰੋ। ਹਰ ਹਰ ਨਾਮ ਜਨ ਪ੍ਰਾਨਦਾਰ, ਪਰ ਸੰਤੋ ਜਿਨ੍ਹਾਂ ਜਨਾਂ ਨੂੰ ਵਾਹਿਗੁਰੂ ਵਾਹਿਗੁਰੂ ਨਾਮ ਦਾ ਹੀ ਆਸਰਾ ਹੈ। ਰੱਬ ਦੇ ਸੰਤਾਂ ਨੇ ਆਪਣੇ ਪ੍ਰਾਣਾ ਸਵਾਸਾਂ ਦਾ ਆਧਾਰ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਬਣਾਇਆ ਹੋਇਆ। ਕਹੋ ਨਾਨਕ ਮੇਰੀ ਸੁਣੀ ਅਰਦਾਸ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਭਾਈ ਕਹੋ ਇਹ ਗੱਲ ਕਿ ਮੇਰੀ ਅਰਦਾਸ ਸਤਿਗੁਰੂ ਦੇ ਦਰਬਾਰ 'ਚ ਵਾਹਿਗੁਰੂ ਦੇ ਚਰਨਾਂ 'ਚ ਸੁਣੀ ਗਈ ਹੈ। ਤੇ ਉਸ ਅਰਦਾਸ ਦਾ ਜਿਹੜਾ ਪ੍ਰਤਾਪ ਹੈ ਉਹ ਕੀ ਹੋਇਆ? ਸੰਤ ਪ੍ਰਸਾਦ ਮੋਕੋ ਨਾਮ ਨਿਵਾਸ, ਸੰਤ ਜਨਾਂ ਦੀ ਪ੍ਰਸਾਦ ਕਿਰਪਾ ਹੋਈ ਤਾਂ ਮੇਰੇ ਹਿਰਦੇ ਅੰਦਰ, ਮੇਰੇ ਤਾਈਂ ਮੇਰੇ ਹਿਰਦੇ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋ ਗਿਆ, ਵਾਹਿਗੁਰੂ ਦੇ ਨਾਮ ਦਾ ਵਾਸਾ ਹੋ ਗਿਆ, ਹਿਰਦੇ 'ਚ ਵਸ ਗਿਆ ਪਰਮਾਤਮਾ ਦਾ ਨਾਮ। ਇਹ ਰੱਬ ਦੇ ਸੰਤਾਂ ਦੀ ਪ੍ਰਸਾਦ ਕਿਰਪਾ, ਪ੍ਰਸੰਨਤਾ ਦੀ ਨਿਸ਼ਾਨੀ ਸੰਤ ਸਤਿਗੁਰੂ ਜੀ। ਅਤੇ ਸੰਤ ਵਾਹਿਗੁਰੂ ਦੇ ਵਿੱਚ ਅਭੇਦ ਪੁਰਸ਼, ਉਹਨਾਂ ਦੀ ਪ੍ਰਸੰਨਤਾ ਮਿਲ ਗਈ ਅਤੇ ਨਾਮ ਦਾ ਨਿਵਾਸ ਹਿਰਦੇ 'ਚ ਹੋਇਆ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।